ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਬਾਵਾਣੀਆ ਕਹਾਣੀਆ ਪੁੱਤ ਸਪੁੱਤ ਕਰੇਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਪ ਸਰਬੱਤ ਗੁਰਮੁਖ ਰੂਹਾਂ ਜੋ ਵੀ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ, ਆਓ ਮਨ ਬਿਰਤੀਆਂ ਇਕਾਗਰ ਕਰੋ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਦਾ ਲਾਭ ਪ੍ਰਾਪਤ ਕਰੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਤਿਗੁਰਾਂ ਦੀ ਬਾਣੀ ਦੇ ਉਚਾਰਨ ਦਾ ਗਿਆਨ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਦਾ ਅਰਥ ਰੂਪ ਦੇ ਵਿੱਚ ਗਿਆਨ, ਸਤਿਗੁਰੂ ਕਿਰਪਾ ਕਰਨ ਇਹ ਸਾਨੂੰ ਪ੍ਰਾਪਤ ਹੋਵੇ। ਆਓ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਰਾਮਕਲੀ ਦੀ ਵਾਰ ਤੀਸਰੇ ਪਾਤਸ਼ਾਹ ਦੇ ਪ੍ਰਾਰੰਭ ਹੈ, ਜਿਸ ਦੀਆਂ 9 ਪੌੜੀਆਂ ਪਿੱਛੇ ਹੋ ਚੁੱਕੀਆਂ ਹਨ। ਅੱਗੇ 10ਵੀਂ ਪੌੜੀ ਤੋਂ ਅੱਜ ਦੀ ਵਿਚਾਰ ਸ਼ੁਰੂ ਹੁੰਦੀ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ। ਸ਼ਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਦਾ ਸ਼ਲੋਕ ਹੈ। ਇਹ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਉਚਾਰਨ ਕੀਤਾ। ਸਤਿਗੁਰਾਂ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਖੰਡੂਰ ਸਾਹਿਬ ਬੈਠ ਕਰਕੇ ਭਾਈ ਵਾਲੇ ਜੀ ਪਾਸੋਂ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਚਰਿੱਤਰ ਸੁਣਿਆ, ਕਥਾ ਸੁਣੀ, ਪੈੜੇ ਮੋਖਾ ਤੋਂ ਲਿਖਾਉਣਾ ਕੀਤੀ। ਜਨਮ ਸਾਖੀ ਜਿਹੜੀ ਹੈ ਉਹ ਹੋਂਦ ਵਿੱਚ ਆਈ। ਉਹ ਜੀਵਨ ਕਥਾ ਖਵਾਉਣ ਦੀ ਬੜੀ ਭਾਰੀ ਮਹਾਰਾਜ ਸਾਹਿਬ ਜੀ ਨੇ ਪਰਉਪਕਾਰ ਕੀਤਾ ਸਿੱਖਾਂ ਤੇ। ਇਉਂ ਪਹਿਲੇ ਪਾਤਸ਼ਾਹ ਕੀਤੇ ਪਰਉਪਕਾਰ ਰਹਿੰਦੀ ਦੁਨੀਆ ਤੱਕ ਚੇਤੇ ਰਹਿਣਗੇ। ਸਿੱਖਾਂ ਦੇ ਬਚਨ ਸੁਣ ਕੇ ਤੀਸਰੇ ਪਾਤਸ਼ਾਹ ਨੇ ਇਹ ਪਾਵਨ ਸ਼ਲੋਕ ਉਚਾਰਨ ਕੀਤਾ ਹੈ ਜੀ। ਬਾਵਾਣੀਆ ਕਹਾਣੀਆ। ਜਿਹੜੀਆਂ ਬਾਬਾਣੀਆਂ ਬਾਬੇ ਗੁਰੂ ਨਾਨਕ ਦੇਵ ਜੀ ਦੀਆਂ ਕਹਾਣੀਆਂ, ਜਿਵੇਂ ਕੌਡੇ ਰਾਖਸ਼ ਨੂੰ ਤਾਰਿਆ, ਸੱਜਣ ਠੱਗ ਨੂੰ ਤਾਰਿਆ, ਭੂਮੇ ਚੋਰ ਨੂੰ ਤਾਰਿਆ, ਬਲੀ ਕੰਧਾਰੀ ਵਰਗਿਆਂ ਦੇ ਮਾਣ ਤੋੜੇ, ਸਿੱਧਾਂ ਦੇ ਮਾਣ ਤੋੜੇ, ਨਾਨਕ ਮਤੇ ਜਾ ਕੇ ਜਦੋਂ ਪਿੱਪਲ ਉਹਨਾਂ ਨੇ ਉਡਾਤਾ ਉਹਦੀ ਕੌਤਕ ਕੀਤੇ, ਪੱਥਰ ਦੀ ਪੰਜਾ ਲਾਇਆ, ਇਤਿਆਦ ਕੇ ਜਿਹੜੀਆਂ ਕਹਾਣੀਆਂ। ਤੇ ਉਹ ਪੁੱਤ ਪੁੱਤਰਾਂ ਦੇ ਵਿੱਚੋਂ ਜਿਵੇਂ ਬਾਬਾ ਸ੍ਰੀ ਚੰਦ, ਬਾਬਾ ਲక్ష్ਮੀ ਦਾਸ ਸਨ, ਤੇ ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕਿਤੇ ਨਾ ਕਿਤੇ ਬਚਨਾਂ ਦੀ ਕੁਤਾਹੀ ਕਰਦੇ ਰਹੇ, ਕਿਉਂਕਿ ਪਿਤਾ ਪੁੱਤਰ ਦੇ ਰਿਸ਼ਤੇ ਵਿੱਚ ਤੇ ਉਹਨਾਂ ਦੇ ਕੋਲੋਂ ਐਸਾ ਹੁੰਦਾ ਰਿਹਾ। ਪਰ ਗੁਰੂ ਅੰਗਦ ਦੇਵ ਜੀ ਉਹ ਪੁੱਤਰਾਂ ਚੋਂ ਸੁਪੁੱਤਰ ਨਿਕਲੇ, ਜੋ ਜਿਨ੍ਹਾਂ ਨੇ ਹਰ ਬਚਨ ਗੁਰੂ ਸਾਹਿਬ ਜੀ ਦਾ ਮੰਨਿਆ। ਉਹ ਸੁਪੁੱਤਰ ਗੁਰੂ ਅੰਗਦ ਦੇਵ ਜੀ ਤੇ ਉਚਾਰਨ ਕਰੇਨ ਕਰਦੇ ਨੇ ਕੀ ਕਥਾ ਔਰ ਕਹਾਣੀਆਂ। ਇਹ ਗੁਰੂ ਅੰਗਦ ਦੇਵ ਜੀ ਨੇ ਭਾਈ ਪਰਉਪਕਾਰ ਕੀਤਾ। ਗੁਰਸਿੱਖੋ, ਤੁਸੀਂ ਠੀਕ ਕਹਿ ਰਹੇ ਹੋ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਜਿਹੜੇ ਨੇ, ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਇਹ ਅੰਮ੍ਰਿਤ ਬਚਨ ਜਿਹੜੇ ਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਅੰਮ੍ਰਿਤ ਰੂਪ ਉਪਦੇਸ਼ ਦੀ ਕਥਾ ਕਹਾਣੀਆਂ ਨੂੰ ਪੁੱਤਰਾਂ ਦੇ ਵਿੱਚੋਂ ਸ੍ਰੇਸ਼ਟ ਪੁੱਤਰ ਭਾਵ ਉੱਤਮ ਅਧਿਕਾਰੀ ਹਨ। ਉਹ ਪੜ੍ਹਨਾ ਸੁਣਨਾ ਕਰੇਨ ਕਰਦੇ ਹਨ ਜੀ। ਪੁੱਤ ਸਪੁੱਤ ਕਰੇਨ। ਤੇ ਉਹ ਪੁੱਤਰਾਂ ਦੇ ਵਿੱਚੋਂ ਸੁਪੁੱਤਰ ਜਿਵੇਂ ਗੁਰੂ ਅੰਗਦ ਦੇਵ ਜੀ ਮਹਾਰਾਜ ਉਚਾਰਨ ਕਰੇਨ ਕਰਦੇ ਹੈ। ਤੇ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਸਤਿਗੁਰੂ ਜੀ ਦੇ ਅੰਮ੍ਰਿਤ ਵਚਨ ਉਪਦੇਸ਼ ਦੀਆਂ ਕਥਾ ਕਹਾਣੀਆਂ ਨੂੰ ਪੁੱਤਰਾਂ ਵਿੱਚੋਂ ਸ੍ਰੇਸ਼ਟ ਪੁੱਤਰ ਕੌਣ? ਉੱਤਮ ਅਧਿਕਾਰੀ। ਉਹ ਪੜ੍ਹਨਾ ਸੁਣਨਾ ਕਰੇਨ ਕਰਦੇ ਹਨ। ਜੇ ਸਤਿਗੁਰ ਭਾਵੈ ਸੋ ਮੰਨ ਲੈਣ। ਜਿਹੜੇ ਸਤਿਗੁਰਾਂ ਦਾ ਹੁਕਮ ਮੰਨਦੇ ਆ ਉਹ ਸਿੱਖ ਨੂੰ ਉਸ ਨੂੰ ਮੰਨ ਲੈਂਦੇ ਆ ਕਿ ਇਹ ਸਤਿਗੁਰ ਭਾਵੈ ਸੋ ਮੰਨ ਲੈਣ। ਜਿਹੜੇ ਸਤਿਗੁਰਾਂ ਦੇ ਹੁਕਮ ਨੂੰ ਭਾਵੈ ਪਾਉਂਦਾ ਹੈ ਤੇ ਫਿਰ ਜੋ ਸਿੱਖ ਸੋ ਉਸ ਨੂੰ ਮੰਨ ਲੈਂਦੇ ਆ, ਉਹ ਉਪਦੇਸ਼ ਨੂੰ
ਤੇ ਉਹਨਾਂ ਨੂੰ ਦੱਸਦੇ ਹਨ। ਸੇਈ ਕਰਮ ਕਰੇਨ ਸਹੀ ਉਹ ਨਿਸ਼ਕਾਮ ਕਰਮਾਂ ਪ੍ਰੇਮਾ ਭਗਤੀ ਉਪਕਾਰ ਵਾਲੇ ਕਰਮਾਂ ਨੂੰ ਕਰੇਨ ਕਰਦੇ ਹਨ। ਜਾਏ ਪੁੱਛੋ ਸਿਮਰਤ ਸਾਸਤ ਵਿਆਸ ਸੁਖ ਨਾਰਦ। ਇਹਦੇ ਭਾਈ ਜਮਕ ਕਈ ਲੱਗਦੇ ਆ, ਵਿਸਰਾਮ ਨਾਰਦ ਦੇ ਉੱਤੇ ਹੈ। ਜਾਏ ਪੁੱਛੋ ਇਹ ਸਿਮਰਤ ਦੇ ਉੱਤੇ ਇੱਕ ਤਾਂ ਲੱਗੂਗਾ ਜਮਕ ਥੋੜਾ ਜਾਏ। ਜਾਏ ਪੁੱਛੋ ਸਿਮਰਤ ਸਾਸਤ ਵਿਆਸ ਸੁਖ, ਇਹ ਛੋਟੇ ਛੋਟੇ ਜਿਹੜੇ ਨੇ ਉਹ ਉਦੋਂ ਬਾਅਦ ਵਿਸਰਾਮ ਜਿਹੜਾ ਲੱਗਣਾ ਉਹ ਨਾਰਦ ਤੇ ਲੱਗਣਾ। ਜਮਕ ਲੱਗਣਗੇ ਇੱਥੇ ਜਮਕੀਆਂ ਤਿੰਨ ਜਮਕੀਆਂ ਨੇ ਦੇ 4 ਬਲਕਿ ਤੇ 27 ਸਿਮਰਤੀਆਂ ਨੂੰ। ਇਹ ਉਹਦੇ ਵਿੱਚੋਂ 6 ਸ਼ਾਸਤਰਾਂ ਸਾਂਖ ਨਿਆਏ ਵਿਸੇਖ ਪੂਰ ਮਾਸਾ ਪਤੰਜਲ ਤੇ ਵਿਦਾਂਤ। ਵਿਆਸ ਰਿਸ਼ੀ ਨ ਸੁਖਦੇਵ ਮੁਨੀ ਨ ਨਾਰਦ ਮੁਨੀ ਹੈ ਤੇ ਉਹਨਾਂ ਨੂੰ ਜਾ ਕੇ ਮਹਾਰਾਜ ਸਾਹਿਬ ਕਹਿੰਦੇ ਪੁੱਛ ਲੈਣਾ ਕਰੋ। ਕਹਿੰਦੇ ਜੀ ਉਹਨਾਂ ਨੂੰ ਕਿੱਥੇ ਪੁੱਛੀ, ਉਹ ਤਾਂ ਬੜੀ ਦੇਰ ਦੇ ਆਪਣੇ ਸਰੀਰਾਂ ਦਾ ਪਰਿਤਿਆਗਨ ਕਰ ਗਏ ਹੈ। ਕਹਿੰਦੇ ਉਹਨਾਂ ਦੇ ਲਿਖੇ ਹੋਏ ਗ੍ਰੰਥਾਂ ਨੂੰ ਪੜ੍ਹ ਕੇ ਵੇਖ ਲੈਣਾ ਕਰੋ। ਤੇ ਐਸਾ ਹੈ ਬਚਨ ਸਭ ਸ੍ਰਿਸ਼ਟ ਕਰੇਨ। ਇਹ ਤੋਂ ਇਲਾਵਾ ਸ੍ਰਿਸ਼ਟੀ ਦੇ ਸਤਪੁਰਸ਼ ਜਿਹੜੇ ਨੇ ਉਹ ਵੀ ਸਾਰੇ ਇਹੋ ਹੀ ਸ੍ਰੇਸ਼ਟ ਬਚਨ ਕਰੇਨ ਕਰਦੇ ਹੈ ਕਿ ਸਾਰੇ ਇਹੋ ਸ੍ਰੇਸ਼ਟ ਬਚਨ ਕਰਦੇ ਨੇ ਕਿ ਪੂਰੇ ਗੁਰਾਂ ਦੀ ਆਗਿਆ ਅਨੁਸਾਰ ਚੱਲਣ ਕਰਕੇ ਹੀ ਸਿੱਖ ਜਗਿਆਸੂ ਸੰਸਾਰ ਸਮੁੰਦਰ ਤੋਂ ਤਰਦਾ ਹੈ। ਸੱਚਾ ਲਾਈ ਸੱਚ ਲੱਗੇ। ਜਿਨ੍ਹਾਂ ਨੂੰ ਪਰਮੇਸ਼ਰ ਨੇ ਗੁਰਾਂ ਦੁਆਰਾ ਸੱਚੇ ਨਾਮ ਵਿੱਚ ਲਾਏ ਲਾਉਣਾ ਕੀਤਾ ਹੈ ਉਹੀ ਲੱਗੇ ਹਨ। ਸਦਾ ਸੱਚ ਸੰਭਾਲੇਨ। ਉਹ ਸੱਚੇ ਨਾਮ ਵਿੱਚ ਲੱਗੇ ਹੈ ਤੇ ਉਹ ਸਦਾ ਹਮੇਸ਼ਾ ਹੀ ਸੱਚੇ ਨਾਮ ਨੂੰ ਜਾਂ ਸੱਚੇ ਨਾਮ ਪਰਮੇਸ਼ਰ ਨੂੰ ਸੰਭਾਲਦੇ ਹੈ ਤੇ ਯਾਦ ਕਰਦੇ ਰਹਿੰਦੇ ਹਨ। ਨਾਨਕ ਆਈ ਸੇ ਪ੍ਰਵਾਨ ਭਈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹੈ ਸੰਸਾਰ ਦੇ ਵਿੱਚ ਆਏ ਹੋਏ ਉਹ ਪ੍ਰਮਾਣਿਕ ਨੂੰ ਸਫਲੇ ਨ। ਇਹ ਕੌਣ? ਜਿਨ੍ਹਾਂ ਨੂੰ ਦੱਸਦੇ ਜਿਨ੍ਹਾਂ ਨੇ ਜੇ ਸਗਲੇ ਕੁਲ ਤਾਰੇਨ। ਜਿਹੜੇ ਆਪ ਨਾਮ ਜਪ ਕੇ ਤਰਦੇ ਹੈ ਤੇ ਹੋਰ ਆਪਣੀਆਂ ਸਾਰੀਆਂ ਕੁਲਾਂ ਨੂੰ ਪ੍ਰਭੂ ਕੈ ਸਿਮਰਨ ਸਭ ਕੁਲ ਉਧਾਰ ਹੈ। ਉਹ ਕੁਲਾਂ ਦਾ ਉਧਾਰ ਕਰ ਲੈਣ। ਦੁਬਾਰੇ ਬੋਲੋ ਜੀ। ਨਾਨਕ ਆਈ ਸੇ ਪ੍ਰਵਾਨ ਭਈ। ਸਤਿਗੁਰੂ ਜੀ ਕਥਨ ਕਰਦੇ ਕਿ ਉਹ ਆਏ ਹੋਏ ਸੇ ਉਹ ਪ੍ਰਵਾਨਿਕ ਭਏ ਕੀਏ ਹੋਏ ਹੈ। ਕੌਣ? ਅੱਗੇ ਦੱਸਦੇ ਨੇ ਜੇ ਸਗਲੇ ਕੁਲ ਤਾਰੇਨ। ਜਿਹੜੇ ਆਪ ਵੀ ਤਰਦੇ ਆ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਤੇ ਪ੍ਰੇਮਾ ਭਗਤੀ ਭਜਨ ਸਿਮਰਨ ਕਰਕੇ ਤਾਰ ਲੈਂਦੇ ਆ। ਪ੍ਰਭ ਕੈ ਸਿਮਰਨ ਸਭ ਕੁਲ ਉਧਾਰੈ ਕਿਹਾ ਹੈ। ਮਹੱਲਾ ਤੀਜਾ। ਅੱਗੇ ਤੀਸਰੇ ਪਾਤਸ਼ਾਹ ਉਚਾਰਨ ਕਰਦੇ ਆ ਜੀ। ਗੁਰੂ ਜਿਨ੍ਹਾਂ ਕਾ ਅੰਧਲਾ। ਜਿਨ੍ਹਾਂ ਮਨਮੁਖਾਂ ਦਾ ਗੁਰੂ ਆਪ ਅੰਧਲਾ ਅਗਿਆਨੀ ਹੈ। ਭਾਵ ਕੀ ਹੈ ਵੀ ਮਨ ਬੁੱਧ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਹੀ ਨਹੀਂ ਹੈ ਜੀ, ਉਹ ਤੋਂ ਬਗੈਰ ਹੈ। ਇਸ ਕਰਕੇ ਉਹ ਅੰਨਾ ਕਿਹਾ ਉਸ ਨੂੰ। ਸਿੱਖ ਭੀ ਅੰਧੇ ਕਰਮ ਕਰੇਨ। ਉਹਨਾਂ ਦੇ ਜਿਹੜੇ ਸਿੱਖ ਸ਼ਾਗਿਰਦ ਹੈ ਚੇਲੇ ਹੈ ਉਹ ਵੀ ਅੰਧਤਾਈਆਂ ਵਾਲੇ ਅਗਿਆਨਤਾਈ ਵਾਲੇ ਕਰਮਾਂ ਨੂੰ ਕਰੇਨ ਕਰਦੇ ਰਹਿੰਦੇ ਹੈ। ਅੰਧੇ ਇਹ ਨਾ ਆਖਿਆਨ ਜਿਨ ਮੁਖ ਲੋਇਣ ਨਾ ਹੈ। ਅੰਧੇ ਸਈ ਨਾਨਕਾ ਖਸਮੋਂ ਕੁੱਥੇ ਜਾਏ। ਤੇ ਇਸ ਪ੍ਰਕਾਰ ਉਹ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਗਾਵੇ। ਉਹਨਾਂ ਨੂੰ ਅੰਨਾ ਕਿਹਾ ਹੈ। ਓਏ ਭਾੜੈ ਚੱਲਨ ਆਪਣੈ। ਉਹ ਆਪਣੇ ਆਪ ਦੇ ਮਨ ਦੇ ਭਾਣੇ ਹੁਕਮ ਅਨੁਸਾਰ ਚੱਲਦੇ ਆ, ਮਨ ਦੀ ਮਰਜ਼ੀ ਕਰਦੇ ਹਨ, ਗੁਰਮਤਿ ਚ ਨਹੀਂ ਆਉਂਦੇ ਮਰਿਆਦਾ ਵਿੱਚ। ਨਿਤ ਝੂਠੋ ਝੂਠ ਬੋਲੇਨ। ਹਮੇਸ਼ਾ ਝੂਠ ਬੋਲਦੇ ਰਹਿੰਦੇ ਆ। ਝੂਠੇ ਪਦਾਰਥਾਂ ਲਈ ਝੂਠ ਹੀ ਬੋਲਦੇ ਰਹਿੰਦੇ ਨੇ। ਕੂੜ ਕੁਸਤ ਕਮਾਵਦੀ। ਇਹ ਪਾਠ ਦੀ ਕੁੰਡੀ ਆ ਭਾਈ, ਕੁਸਤ ਨਹੀਂ ਕਹਿਣਾ ਇਹਨੂੰ। ਜਿਵੇਂ ਸੁਣਿਆ ਹੁਣ ਤੁਸੀਂ ਕੁਸਤ ਬੋਲਣਾ ਹੈ। ਉਹ ਝੂਠ ਦੀ ਕਮਾਈ ਕੁਸਤ ਖੋਟੇ ਹੱਠ ਕਰਦੇ ਆ, ਖੋਟੇ ਕਰਮਾਂ ਨੂੰ ਕਮਾਉਂਦੇ ਆ। ਅਰ ਇਹਦੇ ਨਾਲ ਹੀ ਇੱਕ ਹੋਰ ਬੜਾ ਭਾਰੀ ਨੁਕਸਾ ਉਹਨਾਂ ਦੇ ਵਿੱਚ। ਪਰ ਨਿੰਦਾ ਸਦਾ ਕਰੇਨ। ਉਹ ਪਰਾਇਆਂ ਦੀ ਨਿੰਦਾ ਆਪ ਕੀਰਤੀ ਹਮੇਸ਼ਾ ਹੀ ਕਰਦੇ ਰਹਿੰਦੇ ਆ, ਨਿੰਦਿਆ ਹੀ ਕਰਦੇ ਰਹਿੰਦੇ ਨੇ ਹਰ ਵੇਲੇ। ਓਏ ਆਪ ਡੁੱਬੇ ਪਰ ਨਿੰਦਕਾ। ਉਹ ਆਪ ਤਾਂ ਬਈ ਡੁੱਬੀ ਹੈ, ਨਰਕਾਂ ਦੇ ਜਗੋਤੇ ਖਾਣਗੇ, ਪਦਾਰਥਾਂ ਰੂਪ ਪਾਣੀ ਵਿੱਚ ਡੁੱਬੇ ਹੋਏ ਨੇ। ਨਿੰਦਿਆ ਆਪ ਕੀਰਤੀ, ਇਹ ਪਾਪਾਂ ਰੂਪੀ ਪਾਣੀ ਚ ਆਪ ਤਾਂ ਡੁੱਬੀ ਹੈ, ਕਿਉਂਕਿ ਉਹ ਆਪ ਡੁੱਬੇ ਪਰ ਨਿੰਦਕਾਂ। ਤੇ ਵਿਸ਼ੇਸ਼ ਕਰਕੇ ਨਿੰਦਕਾਂ ਆਪ ਕੀਰਤੀ ਕਰਨ ਵਾਲੇ ਪੁਰਖਾਂ ਦੇ ਸਮੇਤ ਉਹ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਜਾਂਦੇ ਹੈ।
ਹੋਏ ਆਪ ਡੁੱਬੇ ਪਰ ਨਿੰਦਕਾਂ ਇਹਦੇ ਨਾਲ ਪਰਾਈ ਨਿੰਦਿਆ ਕਰਨ ਕਰਕੇ ਡੁੱਬੇ ਹੋਏ ਨੇ, ਪਰਾਈ ਨਿੰਦਿਆ ਡੁੱਬੇ ਹੋਏ ਨੇ ਤੇ ਉਹ ਨਿੰਦਕ ਫਿਰ ਸਗਲੇ ਕੁਲ ਡੂਬੇਨ। ਉਹ ਤਾਂ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਡੋਬ ਲੈਂਦੇ ਆ। ਨਾਮ ਜਪਣ ਵਾਲਾ ਕੁਲਾਂ ਨੂੰ ਤਾਰਦਾ ਹੈ, ਨਿੰਦਕ ਪੁਰਸ਼ ਆਪਣੀਆਂ ਕੁਲਾਂ ਨੂੰ ਡੋਬਦਾ ਹੈ। ਜੇ ਕੋ ਉਸਕਾ ਸੰਗੀ ਹੋਵੇ ਨਾਲੇ ਲੈ ਸੁਧਾਵੈ, ਉਹ ਨਿੰਦਕ ਪੁਰਸ਼ ਆਪਣੇ ਨਾਲ ਹੀ ਨਰਕਾਂ ਨੂੰ ਲੈ ਕੇ ਜਾਂਦਾ ਹੈ। ਨਾਨਕ ਜਿਤ ਓਏ ਲਾਏ ਤਿਤ ਲੱਗੇ। ਗੁਰੂ ਜੀ ਕਥਨ ਕਰਦੇ ਨੇ ਜਿਤ ਜਿਸ ਕਰਮਾਂ ਵੱਲ ਹੋਏ ਉਹ ਪੂਰਵਲੇ ਕਰਮਾਂ ਅਨੁਸਾਰ ਪਰਮੇਸ਼ਰ ਨੇ ਲਾਏ ਲਗਾਏ ਹੈ ਤੇ ਉਸੇ ਪਾਸੇ ਲੱਗੇ ਹੋਏ ਹਨ। ਓਏ ਬੱਪੜੇ ਕਿਆ ਕਰੇਨ। ਇਸ ਲਈ ਉਹ ਵਿਚਾਰੇ ਕਰਮਾਂ ਦੇ ਮਾਰੇ ਬੱਪੜੇ ਵਿਚਾਰੇ ਕੀ ਕਰ ਸਕਦੇ ਨੇ, ਹੋਰ ਭਾਵ ਕੁਝ ਨਹੀਂ ਕਰ ਸਕਦੇ। ਪੌੜੀ ਅੱਗੇ ਪੌੜੀ ਕਥਨ ਕਰਦੇ ਨੇ ਸਭ ਨਦਰੀ ਅੰਦਰ ਰੱਖਦਾ। ਸਾਰੀ ਬੋਲ ਦੋ ਜੀ। ਜੀਤੀ ਸਿਸ਼ਟ ਸਭ ਕੀਤੀ। ਜੀਤੀ ਜਿਤਨੀ ਸਿਸ਼ਟ ਸ੍ਰਿਸ਼ਟੀ ਹੈ ਉਹ ਸਭ ਸਾਰੀ ਪਰਮੇਸ਼ਰ ਨੇ ਰਚਨਾ ਕੀਤੀ ਹੈ ਤੇ ਆਪ ਹੀ ਪਰਮੇਸ਼ਰ ਸਭ ਸਾਰੀ ਸ੍ਰਿਸ਼ਟੀ ਨੂੰ ਆਪਣੀ ਨਜ਼ਰ ਜਿਹੜੀ ਦ੍ਰਿਸ਼ਟੀ ਹੈ ਉਹ ਆਪਣੀ ਨਦਰੀ ਨਾਮ ਦ੍ਰਿਸ਼ਟੀ ਦੇ ਵਿੱਚ ਰੱਖਦਾ ਹੈ। ਪਰਮਾਤਮਾ ਦੀ ਨਿਗਾਹ ਤੋਂ ਬਾਹਰ ਕੁਝ ਵੀ ਨਹੀਂ ਹੈ। ਖਸਮੇ ਨਦਰੀ ਕੀੜਾ ਆਵੇ ਜੇਤੇ ਚੁਗੇ ਦਾਣੇ, ਉਹਦੀ ਨਜ਼ਰ 'ਚ ਇੱਕ ਕੀੜੇ ਵੀ ਹੈ, ਇੱਕ ਮੱਛਰ ਦਾ ਦਾਣਾ ਵੀ ਹੈ ਵੀ ਕੀ ਕਰਦਾ ਹੈ, ਕਿੰਨੀ ਰੋਜੀ ਦੇਣੀ ਹੈ। ਸਭਨਾਂ ਉੱਪਰ ਨਜ਼ਰ ਪ੍ਰਭ ਤੇਰੀ, ਸਾਰਿਆਂ ਤੇ ਨਿਗਾਹ ਰੱਖਦਾ ਹੈ। ਇੱਕ ਕੂੜ ਕੁਸਤ ਲਾਇਨ। ਇਹਨੂੰ ਵੀ ਭਾਈ ਕੁਸਤ ਨਹੀਂ ਕਹਿਣਾ, ਕੁਸਤ। ਇਉਂ ਇੱਕ ਇਹਨਾਂ ਨੂੰ ਪੂਰਬਲੇ ਕਰਮਾਂ ਦੇ ਫਲ ਅਨੁਸਾਰ ਤੇ ਕੂੜ ਝੂਠ ਬੋਲਣ ਤੇ ਕੁਸਤ ਖੋਟੇ ਹੱਠ ਇਹਨਾਂ ਕਰਮਾਂ ਨੂੰ ਕਮਾਉਣ ਵਿੱਚ ਲਾਇਆ ਹੋਇਆ ਹੈ। ਮਨਮੁਖ ਵਿਗੂਤੀ। ਹੁਣ ਮਨਮੁਖਾਂ ਦੀ ਸ੍ਰਿਸ਼ਟੀ ਵਿਗੂਤੀ ਇਉਂ ਖੱਜਲ ਖੁਆਰ ਹੋ ਰਹੀ ਹੈ, ਹੁੰਦੀ ਹੈ। ਗੁਰਮੁਖ ਸਦਾ ਧਿਆਈਐ। ਗੁਰਮੁਖ ਜਨ ਗੁਰਾਂ ਦੁਆਰਾ ਹਮੇਸ਼ਾ ਹੀ ਵਾਹਿਗੁਰੂ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਂਦੇ ਐ। ਅੰਦਰ ਹਰ ਪ੍ਰੀਤੀ। ਉਹਨਾਂ ਦੇ ਅੰਦਰ ਹਰੀ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਦੀ ਪ੍ਰੀਤੀ ਲਗਨ ਹੈ। ਜਿਨ ਕਾ ਪੋਤੈ ਪੁੰਨ ਹੈ। ਜਿਨ੍ਹਾਂ ਨੂੰ ਹਿਰਦੇ ਰੂਪੀ ਪੋਤੇ ਨਾਮ ਖਜ਼ਾਨੇ ਦਾ ਹੈ, ਉਹ ਹਿਰਦੇ ਰੂਪੀ ਖਜ਼ਾਨੇ ਦੇ ਪੂਰਬਲੇ ਕਰਮਾਂ, ਨਿਸ਼ਕਾਮ ਕਰਮਾਂ ਦਾ, ਪੂਰਬਲੇ ਜਨਮਾਂ ਦਾ ਸਦਕਾ ਕੋਈ ਪੁੰਨ ਹੈ। ਜਾਂ ਇਉਂ ਕਹੋ ਜਿਨ੍ਹਾਂ ਦੇ ਅੰਤਸ਼ਕਰਨ ਰੂਪੀ ਪੋਤੇ ਪੱਲੇ ਦੇ ਵਿੱਚ ਕੋਈ ਪੁੰਨ ਕਰਮ ਹੈ, ਜਿਨ ਕੋ ਪੋਤੇ ਪੁੰਨ ਹੈ, ਤੇ ਉਹਨਾਂ ਦੇ ਫਿਰ ਅੱਗੇ ਦੱਸਦੇ ਨੇ ਤਿਨ ਬਾਤ ਸਪੀਤੀ। ਤੇ ਉਹਨਾਂ ਦੇ ਬਾਤ ਨਾਮ ਹੈ ਮੁਖ ਦਾ, ਮੁਖ ਦੇ ਵਿੱਚੋਂ ਵਾਹਿਗੁਰੂ ਦੀ ਸਹਿਪੀਤੀ ਸਿਫਤੀ ਹੀ ਨਿਕਲਦੀ ਹੈ। ਤਿੰਨ ਉਹਨਾਂ ਦੇ, ਇਹ ਦੂਸਰਾ ਪਾਠ ਹੈ ਭਾਈ, ਦੋ ਪਾਠ ਨੇ। ਮੁੱਖ ਪਾਠ ਹੀ ਹੈ ਤਿੰਨ ਬਾਤ ਸਹਿਪੀਤੀ। ਦੂਸਰਾ ਪਾਠ ਬਣੇਗਾ ਬਾਤਿਸ, ਸੱਸੇ ਦੇ ਨਾਲ ਤੱਤਾ ਲਾ ਕੇ ਬਾਤਿਸ ਬਣ ਗਿਆ, ਬਾਤਿਸ ਪੀਤੀ। ਇਹ ਦੂਜਾ ਪਾਠ ਹੈ, ਪਰ ਤੁਸੀਂ ਬਾਤ ਸਹਿਪੀਤੀ ਇਹੀ ਮੁੱਖ ਪਾਠ ਹੈ, ਇਹ ਰੱਖਣਾ ਹੈ। ਤੋ ਇਸ ਕਰ ਅਰਥ ਉਹਦਾ ਵੀ ਬਣੇਗਾ। ਤੇ ਉਹਨਾਂ ਨੇ ਬਾਤਿਸ ਅੰਮ੍ਰਿਤ ਨਾਮ ਨੂੰ ਪੀਤੀ ਪੀਣਾ ਕੀਤਾ। ਉਹਨਾਂ ਦੇ ਮੁਖ ਜੋ ਵੀ ਬਚਨ ਨਿਕਲਦੇ ਨੇ ਸਹਿਪੀਤੀ ਸੇ, ਉਹ ਪ੍ਰਭੂ ਦੀ ਪੀਤੀ ਪ੍ਰੀਤੀ ਵਾਲੇ ਹੀ ਨਿਕਲਦੇ ਆ। ਅੱਗੇ ਦੱਸਦੇ ਨੇ ਨਾਨਕ ਨਾਮ ਧਿਆਈਐ। ਸਤਿਗੁਰੂ ਕਥਨ ਕਰਦੇ ਨੇ ਜੇਕਰ ਸੱਚੇ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਈਏ, ਧਿਆਉਣਾ ਕਰੀਏ। ਸੱਚ ਸਿਫਤ ਸੁਨਾਈ। ਸੱਚੇ ਸਿਫਤ ਜਿਹੜਾ ਪਰਮੇਸ਼ਰ ਹੈ ਉਹਦੀ ਸੱਚ ਸੱਚੇ ਸਿਫਤ ਸਿਫਤੀ ਪਰਮੇਸ਼ਰ ਦੀ, ਉਹ ਜਿਹੜੀ ਹੈ ਸੱਚ ਬੋਲੋ ਜੀ ਫਿਰ। ਸੱਚ ਸਿਫਤ ਸੁਨਾਈ। ਉਹ ਸੱਚ ਸੱਚੇ ਸਿਫਤ ਸਿਫਤੀ ਪਰਮੇਸ਼ਰ ਦੀ ਉਹ ਸੁਨਾਈ ਪਛਾਣ ਹੁੰਦੀ ਹੈ। ਸੱਚੇ ਦੀ ਸਿਫਤ ਕਰਕੇ ਸੱਚੇ ਦੀ ਸਨਾਖਤ ਹੁੰਦੀ ਹੈ। ਆਹੋ ਆਹੋ ਸੱਚੇ ਪਾਤਸ਼ਾਹ। हे ਸੱਚੇ ਪਾਤਸ਼ਾਹ ਤੂੰ ਵਾਹੋ ਚਰਜ ਸਰੂਪ ਹੈ, ਤੂੰ ਵਾਹੋ ਵਿਸ਼ਮਾਦ ਰੂਪ ਹੈ। ਤੂੰ ਸੱਚੀ ਨਾਈ। ਤੂੰ ਹੀ ਸੱਚੀ ਨਾਈ ਮਹਿਮਾ ਆਵਾਜ਼ ਵਾਲਾ ਹੈ। ਤੇ ਇਸ ਪ੍ਰਕਾਰ ਹੈ ਜਿਹੜੀ ਨਾਈ ਸ਼ਬਦ ਹੈ ਇਹ ਫਾਰਸੀ ਦੇ ਸਾਥ ਜੀ ਨਾਈਦਨ ਪਾਠ ਬਣਦਾ ਹੈ। ਨਾਈਦਨ ਜਿਹੜਾ ਹੈ ਇਹ ਫਾਰਸੀ ਦੇ ਵਿੱਚ ਹੈ, ਉਹਦੇ ਵਿੱਚੋਂ ਨਾਈ ਹੈ। ਨਾਈਦਨ ਦਾ ਮਤਲਬ ਹੈ ਵਡਿਆਈ, ਸ਼ੋਭਾ। ਇਸ ਕਰਕੇ ਇਹ ਜਿਹੜਾ ਇਹਦਾ ਅਰਥ ਇਹ ਵਡਿਆਈ ਕੀਤਾ ਜਾਂਦਾ ਹੈ। ਇਸ ਪ੍ਰਕਾਰ ਹੈ ਫਾਰਸੀ ਦਾ ਸ਼ਬਦ ਮੰਨ ਕੇ ਕੀਤਾ ਜਾਂਦਾ ਹੈ।
ਤੇ ਉਹ ਨਾਈ ਪਦ ਦੇ ਹੋਰ ਬਥੇਰੇ ਅਰਥ ਹਨ। ਨਾਈ ਨਾਮ ਨੂੰ ਵੀ ਕਹਿੰਦੇ, ਨਾਈ ਇੱਕ ਕਿੱਤਾ ਕਰਨ ਵਾਲੀ ਜਾਤ ਨੂੰ ਵੀ ਕਹਿੰਦੇ, ਪਰ ਨਹੀਂ, ਇਥੇ ਨਾਈ ਸਿਫਤ ਦਾ ਨਾ, ਵਡਿਆਈ ਪਰਮੇਸ਼ਰ ਵਾਹਿਗੁਰੂ ਦੀ। ਇਸ ਕਰਕੇ ਤੇਰੀ ਮਹਿਮਾ ਜਿਹੜੀ ਆ ਉਹ ਬੜੀ ਬੇਅੰਤ ਹੈ। ਜੇ ਸ਼ਲੋਕ ਮਹੱਲਾ ਪਹਿਲਾ। ਸ਼ਲੋਕ ਇਹ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧ ਅਚਲ ਬਟਾਲੇ ਮਿਲੇ ਹੈ ਤਾਂ ਸਿੱਧਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਕਲਯੁਗ ਦੇ ਲੱਛਣ ਪੁੱਛੇ ਸੀ ਵੀ ਕਲਯੁਗ ਦੇ ਲੱਛਣ ਦੱਸੋ। ਸਮੇਰ ਪਰਬਤ ਤੇ ਵੀ ਪੁੱਛੇ ਤੇ ਇਉਂ ਮਹਾਰਾਜ ਦੀ ਸਿੱਧ ਗੋਸ਼ਟ ਜਦੋਂ ਹੋਈ ਹੈ, ਸਿੱਧਾਂ ਨਾਲ ਵਾਰਤਲਾਪ, ਉਹਦੇ ਵਿੱਚ ਉਹਨਾਂ ਨੇ ਪੁੱਛਿਆ, ਮਹਾਰਾਜ ਦੱਸੋ ਸਿੱਧ ਪੁੱਛਣ ਸੁਣ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ। ਇਹ ਕਲਯੁਗ ਦਾ ਵਰਤਾਰਾ ਕਿਹੋ ਜਿਹਾ, ਮਾਤ ਲੋਕ ਦਾ ਵੀ ਪੁੱਛਿਆ ਤੇ ਮਹਾਰਾਜ ਸਾਹਿਬ ਜੀ ਨੂੰ ਸਿੱਧਾਂ ਨੂੰ ਕਲਯੁਗ ਦੇ ਲੱਛਣ ਦੱਸਣ ਲੱਗੇ। ਤੇ ਇਹ ਹੁਣ ਦੇਖ ਲਿਓ ਵੀ ਪਹਿਲਾਂ ਹੀ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੋਇਆ ਵੀ ਆਹ ਲੱਛਣ ਹੋ ਜਾਣਗੇ। ਅੱਗੇ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਨੇ, ਸਤੀ ਪਾਪ ਕਰ ਸਤ ਕਮਾਹੇ। ਸਤੀ ਨਹੀਂ ਕਰਨਾ ਤੇ ਸਤ ਨਹੀਂ ਕਰਨਾ, ਸਤੀ ਵੀ ਪੋਲਾ ਤੇ ਸਤ ਵੀ ਪੋਲਾ। ਸਤੀ ਪਾਪ ਕਰ ਸਤ ਕਮਾਹੇ, ਇਸ ਤਰ੍ਹਾਂ ਕਰਨਾ ਹੈ। ਕਲਯੁਗ ਦੇ ਵਿੱਚ ਆਪਣੇ ਆਪ ਨੂੰ ਸਤੀ ਸਤਵਾਦੀ ਪਰਮਾਤਮਾ ਤੇ ਇਉਂ ਕਹਾਉਣ ਵਾਲੇ ਉਹ ਪੁਰਖ ਜਿਹੜੇ ਪਾਪ ਗੁਨਾਹ ਕਰਕੇ ਕੇਵਲ ਦਿਖਾਵੇ ਮਾਤਰ ਹੀ ਸਤ ਨੂੰ ਕਮਾਹੇ ਕਮਾਉਂਦੇ ਆ। ਭਾਵ ਕੀ ਆ ਵੀ ਆਪ ਤੇ ਉਹ ਜਿਹੜਾ ਨਾ ਆਪ ਤਾਂ ਪਾਪ ਕਰਮ ਜਿਹੜੇ ਨੇ ਉਹਨਾਂ ਨੂੰ ਕਮਾਉਂਦੇ ਆ। ਸਤੀ ਪਾਪ ਕਰ ਸਤ ਕਮਾਏ, ਸਤ ਨਿਸ਼ਚੈ ਕਰਕੇ ਪਾਪ ਕਰਮਾਂ ਨੂੰ ਇਹ ਕਮਾਉਂਦੇ ਆ। ਇਸ ਕਰਕੇ ਪਾਪ ਪੂਰਵਕ ਜਿਹੜੇ ਸਤ ਨੂੰ ਕਮਾਉਣਗੇ, ਇਹ ਪਾਪ ਮਹਾਰਾਜ ਨੇ ਕਿਹਾ ਬਾਹਰ ਤੋਂ ਸਤਪੁਰਸ਼ ਦਿਸਣਗੇ, ਅੰਦਰ ਤੋਂ ਪਾਪ ਕਰਮਾਂ ਵਾਲੇ ਦੁਰਾਚਾਰੀ ਪੁਰਸ਼ ਹੋਣਗੇ। ਗੁਰ ਦੀਖਿਆ ਘਰ ਦੀਵਨ ਜਾਹੇ। ਸੇਵਕ ਬੈਠਣ ਘਰਾਂ ਵਿੱਚ ਗੁਰੂ ਠਕਰੀ ਤੇ ਨਾੜੇ ਜਾਏ। ਇਹ ਕਲਯੁਗ ਦਾ ਵਰਤਾਰਾ ਹੈ। ਪਖੰਡੀ ਗੁਰੂ ਖਾਣ ਪੀਣ ਤੇ ਪਦਾਰਥਾਂ ਦੇ ਲਾਲਚ ਬਦਲੇ ਉਹ ਚੇਲਿਆਂ ਦੇ ਘਰ ਜਾਇਆ ਕਰਨਗੇ ਸਿੱਖਿਆ ਦੇਣ ਵਾਸਤੇ ਵੀ ਚਲੋ ਤੁਹਾਡੇ ਕੋਲ ਤਾਂ ਟਾਈਮ ਨਹੀਂ, ਤੁਹਾਨੂੰ ਅਸੀਂ ਘਰ ਆ ਕੇ ਗੁਰਮੰਤਰ ਦੇ ਦਿੰਦੇ ਹਾਂ। ਇਹ ਵਰਤਾਰਾ ਜਾਣਾ ਤਾਂ ਸੀ ਜਗਿਆਸੂ ਨੇ ਗੁਰੂ ਦੇ ਕੋਲ, ਪਰ ਉਹ ਜਾਇਆ ਕਰਨਗੇ ਭਾਈ ਘਰ ਦੇ ਵਿੱਚ ਇਹ ਦੇਵਨ ਜਾਹੇ ਜਾਇਆ ਕਰਨਗੇ। ਇਸਤਰੀ ਪੁਰਖੈ ਖਟਿਆ ਭਾਉ। ਗੁਰੂ ਨਾਨਕ ਸਾਹਿਬ ਕਹਿੰਦੇ ਇਸਤਰੀ ਪੁਰਸ਼ਾਂ ਦੇ ਸੰਬੰਧ ਵੀ ਜਿਹੜੇ ਨੇ ਉਹ ਠੀਕ ਨਹੀਂ ਰਹਿਣਗੇ। ਕਲਯੁਗ ਦੇ ਵਿੱਚ ਇਸਤਰੀ ਔਰਤ ਤੇ ਪੁਰਖ ਹੈ ਪੁਰਸ਼ ਨਾਲ। ਇਸਤਰੀ ਪੁਰਖ ਹੈ ਖਟਿਆ ਭਾਉ। ਖਟਿਆ ਤੋਂ ਭਾਵ ਹੈ ਇਹ ਭਾਉ ਦਾ ਅਰਥ ਹੋ ਗਿਆ ਪ੍ਰੇਮ। ਕਹਿੰਦੇ ਪ੍ਰੇਮ ਤਾਂ ਹੋਏਗਾ ਜੇ ਪਤੀ ਧਨ ਖੱਟ ਕੇ ਲਿਆਏਗਾ ਤਾਂ ਇਸਤਰੀ ਪ੍ਰੇਮ ਕਰੇਗੀ। ਜੇ ਧਨ ਨਹੀਂ ਖੱਟ ਕੇ ਲਿਆਉਂਦਾ ਤਾਂ ਉਹਦੇ ਨਾਲ ਪ੍ਰੇਮ ਨਹੀਂ ਕਰੇਗੀ, ਝਗੜਾ ਕਰੇਗੀ। ਇੱਕ ਤਾਂ ਇਹ ਭਾਵ ਹੈ। ਤੇ ਦੂਸਰਾ ਭਾਵ ਇਹ ਹੈ ਕਿ ਜਿਹੜੀ ਇਸਤਰੀ ਆਪਣੇ ਮਾਂ-ਬਾਪਾਂ ਤੋਂ ਖੱਟੀ ਜਣੀ ਉਹਨਾਂ ਦੀ ਖੱਟੀ ਹੋਈ ਕਮਾਈ ਕੀਤੀ ਹੋਈ ਮਾਇਆ ਲਿਆਇਆ ਕਰੇਗੀ। ਉਹਦਾ ਘਰ ਵਾਲਾ ਕਹੂਗਾ ਵੀ ਪੇਕਿਆਂ ਤੋਂ ਲੈ ਕੇ ਆ, ਮੈਨੂੰ ਆਹ ਚੀਜ਼ ਚਾਹੀਦੀ ਹੈ, ਮੈਨੂੰ ਆਹ ਚਾਹੀਦੀ ਹੈ, ਐ ਮੰਗਤੇ ਬਣ ਜਾਣਗੇ। ਉਹ ਇਸਤਰੀ ਦੇ ਨਾਲ ਪੁਰਖ ਦਾ ਪ੍ਰੇਮ ਹੋਏਗਾ। ਜੇ ਪੇਕਿਆਂ ਤੋਂ ਲੈ ਕੇ ਨਹੀਂ ਆਉਂਦੀ ਗਰੀਬਨ ਤਾਂ ਉਹਦਾ ਪ੍ਰੇਮ ਨਹੀਂ ਹੋਏਗਾ। ਜੇਕਰ ਘਰ ਦੇ ਵਿੱਚ ਧਨ ਨਹੀਂ ਆਵੇਗਾ ਤਾਂ ਭਾਵੇਂ ਫਿਰ ਭਾਵੈ ਆਵ ਭਾਵੈ ਜਾਓ। ਤਾਂ ਭਾਵੇਂ ਪਤੀ ਜਿੱਥੋਂ ਮਰਜ਼ੀ ਆਵੇ ਜਾਵੇ ਤੇ ਔਰਤ ਜਿੱਥੇ ਮਰਜ਼ੀ ਆਵੇ ਜਾਵੇ। ਇਉਂ ਪੁਰਖ ਤੇ ਇਸਤਰੀ ਇੱਕ ਦੂਜੇ ਦੀ ਪਰਵਾਹ ਨਹੀਂ ਕਰਿਆ ਕਰਨਗੇ। ਔਰਤ ਆਪਣੀ ਮਰਜ਼ੀ ਕਰੂਗੀ, ਪਤੀ ਆਪਣੀ ਮਰਜ਼ੀ ਕਰੂਗਾ। ਅਜਿਹੇ ਵਿਵਚਾਰੀ ਹੋ ਜਾਣਗੇ, ਕੋਈ ਇੱਕ ਦੂਜੇ ਨੂੰ ਕਹਿਣ ਵਾਲੇ ਨਹੀਂ ਰਹਿਣਗੇ। ਸ਼ਾਸਤਰ ਬੀਦ ਨਾ ਮਾਨੈ ਕੋਈ। ਤੇ ਸ਼ਾਸਤਰਾਂ ਦੀ ਵੇਦਾਂ ਦੀ ਕੋਈ ਗੱਲ ਨਹੀਂ ਮੰਨੇਗਾ। ਪੰਡਤ ਵਿਦਵਾਨ ਸ਼ਾਸਤਰਾਂ ਤੇ ਵੇਦਾਂ ਨੂੰ ਕੋਈ ਵੀ ਨਹੀਂ ਮੰਨੇਗਾ। ਵੇਦ ਪੜ੍ਹਨ ਵਾਲੇ, ਵੇਦ ਪਾਠੀ, ਪੁਰਾਣ ਪੜ੍ਹਨ ਵਾਲੇ ਇਤਿਹਾਸਕ ਪੰਡਤ ਵਿਦਵਾਨ ਉਹ ਵੀ ਨਹੀਂ ਮੰਨੇਗਾ। ਇਹਨਾਂ ਨੂੰ ਕੋਈ ਵੀ ਨਹੀਂ ਮੰਨੇਗਾ ਵੀ ਇਹ ਠੀਕ ਹਨ। ਵਿਦਵਾਨਾਂ ਨੂੰ ਉਹਨਾਂ ਦੀ ਬਲਕਿ ਨਿਕਦਰੀ ਹੋਏਗੀ। ਪੰਡਤ ਵਿਦਵਾਨਾਂ ਨੂੰ ਤੇ ਸ਼ਾਸਤਰ ਵੇਦਾਂ ਸ਼ਾਸਤਰਾਂ ਨੂੰ ਕੋਈ ਵੀ ਨਹੀਂ ਮੰਨੇਗਾ। ਇਹਨਾਂ ਦੀ ਜੋ ਆਗਿਆ ਹੈ ਆਪੂ ਆਪੈ ਪੂਜਾ ਹੋਏ। ਪਖੰਡੀ ਲੋਕ ਗੁਰੂ ਬਣ ਕੇ ਬੈਠਣਗੇ, ਆਪੋ ਆਪਣੀ ਪੂਜਾ ਕਰਾਉਣਗੇ। ਤੇ ਤਾਤਪਰ ਇਹੀ ਹੋ ਜਾਣਗੇ ਵੀ ਇਹੋ ਜਿਹੇ ਹੋ ਜਾਣਗੇ ਪੂਜਾ ਕਰਾਉਣ ਲਈ ਹਰ ਵੇਲੇ ਤਤਪਰ ਰਹਿਣਗੇ ਵੀ ਮੇਰੀ ਉਹ ਪੂਜਾ ਹੋਵੇ। ਜਿਨ ਕੇ ਮਨ ਮੇ ਹਰ ਧਿਆਨ ਨਹੀਂ ਸੋ ਪੰਥਨ ਤੇ ਮਿਟ ਜਾਵੇਂਗੇ। ਤਜ ਸੰਜਮ ਨੇ ਅਸੰਖਰੇ ਜਗ ਭੀਤਰ ਸਿੱਧ ਕਹਾਵੇਂਗੇ। ਇਸ ਤਰ੍ਹਾਂ ਦਾ ਵਰਤਾਰਾ ਹੋਊਗਾ।
ਇਹ ਵਰਤਾਰਾ ਪੰਡਤ ਗੁਲਾਬ ਸਿੰਘ ਜੀ ਨੇ ਵੀ ਆਪਣੀ ਰਚਨਾ ਵਿੱਚ ਕਿਹਾ। ਤਜ ਪੰਥ ਸਨਾਤਨ ਮਾਹੇ ਕਲੂ ਮਨ ਬਾਂਝ ਪੰਥ ਚਲਾਵੇਂਗੇ ਜਗ ਫੈਲੇ ਗੋਹੇ ਭਾਂਤ ਕਲੂ ਸੁਭ ਸੰਤ ਨਿਰਾਦਰ ਪਾਵੇਂਗੇ। ਇਹ ਹਾਲਤ ਹੋਏਗੀ। ਕਾਜੀ ਹੋਏ ਕਹਿ ਬਹਿ ਨਿਆਇ। ਕਾਜੀ ਲੋਕ ਨਿਆਂਕਾਰ ਹੋਏ ਹੋ ਕਰਕੇ ਜਣੇ ਨਿਆਂ ਕਰਨ ਵਾਸਤੇ ਨਿਆਂ ਕਰਨ ਦੀ ਕੁਰਸੀ ਤੇ ਬਹਿ ਬੈਠਣਗੇ ਤਾਂ ਸਹੀ ਵੀ ਮੈਂ ਨਿਆਂ ਕਰਦਾ, ਲੋਕਾਂ ਨੂੰ ਤਾਂ ਕਹਿਣਗੇ ਨਿਆਂ ਕਰਦੇ ਆ। ਨਿਆਂ ਦੀ ਕੁਰਸੀ ਦੇ ਉੱਤੇ ਉਦੋਂ ਕਾਜੀ ਬੈਠਦੇ ਸੀ ਭਾਈ, ਤੇ ਹੁਣ ਜੱਜ ਬੈਠਦੇ ਆ। ਉਹ ਕਹਿੰਦੇ ਵੀ ਨਿਆਂਕਾਰ ਕੁਰਸੀ ਦੇ ਉੱਤੇ ਬੈਠਣਗੇ ਤਾਂ ਸੀ, ਪਰ ਲੋਕਾਂ ਨੂੰ ਇਨਸਾਫ ਨਹੀਂ ਦੇਣਗੇ, ਰਿਸ਼ਵਤ ਖਾਇਆ ਕਰਨਗੇ। ਫੇਰੇ ਤਸਬੀ ਕਰੇ ਖੁਦਾਏ। ਹੱਥਾਂ ਵਿੱਚ ਕਾਜ਼ੀਆਂ ਦੇ ਮਾਲਾ ਹੋਣਗੀਆਂ, ਤਸਬੀਹ, ਉਹ ਤਸਬੀਹ ਕਹਿੰਦੇ ਨੇ, ਆਪਾਂ ਮਾਲਾ ਕਹਿੰਦੇ ਆ। ਤੇ ਮੁਖ ਤੋਂ ਦਿਖਾਵੇ ਮਾਤਰ ਸੁਭਾਨ ਅੱਲਾ ਇਉਂ ਕਰਨਗੇ, ਪਰ ਦਿਖਾਵੇ ਮਾਤਰ ਕਰਨਗੇ। ਫੇਰੇ ਤਸਬੀ ਕਰੇ ਖੁਦਾਏ। ਹੱਥਾਂ ਦੀ ਤਸਬੀਹ ਮਾਲਾ ਫੇਰਦੇ, ਮੁਖ ਦੇ ਨਾਲ ਦਿਖਾਵੇ ਮਾਤਰ ਸੁਭਾਨ ਅੱਲਾ ਇਉਂ ਕਰਿਆ ਕਰਨਗੇ। ਵੱਡੀ ਲੈ ਕੇ ਹੱਕ ਗਵਾਏ। ਨਿਆਂ ਕਰਨ ਵਾਲੇ ਵੱਡੀ ਰਿਸ਼ਵਤਾਂ ਲੈ ਕੇ ਦੂਸਰੇ ਦਾ ਹੱਕ ਗਵਾ ਦਿਆ ਕਰਨਗੇ, ਕਲਮ ਕਸਾਈ ਬਣ ਜਾਣਗੇ। ਇਹ ਕਲਯੁਗ ਦਾ ਵਰਤਾਰਾ ਦੱਸਿਆ। ਭਾਵ ਜਿਸ ਦਾ ਹੱਕ ਹੋਏਗਾ ਉਹ ਰਿਸ਼ਵਤ ਲੈ ਕੇ ਉਹਦਾ ਉਲਟ ਫੈਸਲਾ ਕਰ ਦੇਣਗੇ, ਹੱਕ ਜਿਹੜਾ ਮਾਰ ਦਿਆ ਕਰਨਗੇ, ਹੱਕ ਸੱਚ ਨੂੰ ਗਵਾ ਦਿਆ ਕਰਨਗੇ। ਪਰ ਜੇ ਕੋਈ ਉਹਨਾਂ ਨੂੰ ਫਿਰ ਪੁੱਛੇਗਾ, ਜੀ ਕੋ ਪੁੱਛੈ ਤਾਂ ਪੜ੍ਹ ਸੁਣਾਏ। ਜੇ ਕੋਈ ਪੁੱਛੇਗਾ ਕਹੂਗਾ ਜੀ ਮੈਂ ਤਾਂ ਕਾਨੂੰਨ ਦੇ ਮੁਤਾਬਕ ਕੀਤਾ, ਕਾਨੂੰਨ ਤੋਂ ਬਾਹਰ ਜਾ ਕੇ ਤਾਂ ਨਹੀਂ ਮੈਂ ਕਰਿਆ, ਪੜ੍ਹ ਕੇ ਸੁਣਾ ਦਿਆ ਕਰਨਗੇ ਵੀ ਆਹ ਹੈ ਜੇ ਕੋਈ ਕਹੇਗਾ। ਤੋ ਇਸ ਕਰਕੇ ਜੇ ਕੋਈ ਪੁੱਛੇ ਤਾਂ ਪੜ੍ਹ ਸੁਣਾਏ, ਉਹਨਾਂ ਕੋਲੋਂ ਹੀ ਬਣਾ ਕੇ ਕਹਿ ਦਿਆ ਕਰਨਗੇ। ਸ਼ਰ੍ਹਾ ਦੇ ਵਿੱਚ ਅਖੇ ਜੀ ਇਉਂ ਲਿਖਿਆ, ਕਾਜੀ ਲੋਕਾਂ ਦੀ ਵੱਲ ਹੈ। ਉਹਦੇ 'ਚ ਇੱਕ ਪ੍ਰਸੰਗ ਆਉਂਦਾ ਹੈ, ਜਿਵੇਂ ਇੱਕ ਨਗਰ ਦੀ ਤੇਲੀ ਰਹਿੰਦਾ ਸੀ। ਉਹਨੇ ਸਾਸੰਗੀ ਤੇਲੀ ਨੇ, ਹੁਣ ਖਲ ਆਮ ਹੁੰਦੀ ਸੀ, ਲੋਕ ਤੇਲ ਕਢਾਉਣ ਆਇਆ ਕਰਦੇ, ਬਲਦ ਨੂੰ ਖਲਾ ਕੇ, ਕਿਉਂਕਿ ਕੋਲੂ ਨੂੰ ਜੋੜਨਾ ਹੁੰਦਾ, ਬਲਦ ਬੜਾ ਤਕੜਾ ਸੀ, ਉਸ ਦਾ ਚੰਗਾ ਨਰੋਆ ਕੀਤਾ ਹੋਇਆ ਸੀ। ਉਧਰ ਇੱਕ ਕਾਜੀ ਸੀ, ਬਲਦ ਉਹਦੇ ਕੋਲ ਵੀ ਸੀ, ਪਰ ਵੱਡੀ ਲੈ ਕੇ ਕੰਮ ਕਰਦਾ ਸੀ। ਉਹਦੇ ਕੋਲ ਜਿਹੜਾ ਬਲਦ ਸੀ ਉਹ ਕਮਜ਼ੋਰ ਜਿਹਾ ਸੀ, ਲਿੱਸਾ ਜਿਹਾ, ਉਹਦੀ ਦੇਖਭਾਲ ਨਹੀਂ ਸੀ ਕਰਦਾ। ਕਈ ਪਸ਼ੂ ਰੱਖ ਲੈਂਦੇ, ਦੇਖਭਾਲ ਨਹੀਂ ਕਰਦੇ। ਇੱਕ ਦਿਨ ਤੇਲੀ ਆਪਣੇ ਬਲਦ ਨੂੰ ਖੂਹ ਤੇ ਪਾਣੀ ਪਿਲਾਉਣ ਲਈ ਚਲਿਆ ਗਿਆ। ਉਧਰ ਕਾਜੀ ਦਾ ਲੜਕਾ ਵੀ ਬਲਦ ਨੂੰ ਪਾਣੀ ਪਿਆਉਣ ਲਈ ਆ ਗਿਆ। ਉਹ ਅਚਾਨਕ ਹੀ ਬਲਦ ਭਿੜ ਪਿਆ ਆਪਸ ਵਿੱਚ। ਤੇਲੀ ਦੇ ਬਲਦ ਨੇ, ਉਹ ਬਲ ਵਾਲਾ ਸੀ, ਉਹਨੇ ਮਾਰਿਆ, ਜਦੋਂ ਉਹਦੇ ਟੱਕਰ ਮਾਰੀ ਜ਼ੋਰ ਦੇ, ਉਹ ਸਿੱਟ ਲਿਆ, ਉਹਦੀ ਲੱਤ ਟੁੱਟ ਗਈ ਦੂਸਰੇ ਬਲਦ ਦੀ, ਜਿਹੜਾ ਕਾਜੀ ਦਾ ਬਲਦ ਸੀ। ਤੇਲੀ ਬਹੁਤ ਘਬਰਾਇਆ। ਉਹਨੇ ਕਿਹਾ ਵੀ ਇਹ ਜੱਜ ਹੈ, ਨਿਆਂ, ਇਹਨੇ ਤਾਂ ਖਬਰ ਹੈ ਫਤਵਾ ਕਿਹਾ ਜਾ ਲਾ ਦੇਵੇ। ਉਹ ਤਾਂ ਛੱਡ ਕੇ ਆਪਣੇ ਬਲਦ ਨੂੰ ਬੰਨ ਕੇ ਉੱਥੇ ਕਾਜੀ ਦੇ ਕੋਲ ਆਪ ਹੀ ਚਲਿਆ ਗਿਆ। ਕਹਿੰਦੇ ਕਾਜੀ ਸਾਹਿਬ ਨੂੰ ਜਾ ਕੇ ਕਹਿਣ ਲੱਗਾ, ਜੀ ਮੈਂ ਤੁਹਾਡੇ ਕੋਲ ਮਸਲਾ ਪੁੱਛਣ ਆਇਆ। ਕਹਿੰਦੇ ਕਿਆ ਬਾਤ ਹੈ? ਕਹਿੰਦੇ ਜੀ ਜੇ ਦੋ ਬਲਦ ਆਪਸ ਵਿੱਚ ਹੀ ਭਿੜ ਪੈਣ, ਇੱਕ ਬਲਦ ਦੀ ਲੱਤ ਟੁੱਟ ਜਾਵੇ, ਤਾਂ ਫਿਰ ਜਿਹਦੇ ਬਲਦ ਨੇ ਲੱਤ ਤੋੜੀ ਹੋਵੇ ਉਹਦੇ ਤੇ ਕੋਈ ਸਜ਼ਾ ਬਣਦੀ ਹੈ? ਕਾਜੀ ਕਹਿੰਦਾ ਵੀ ਇਹ ਪਸ਼ੂ ਨੇ, ਉਹ ਕਿਹੜਾ ਸਿਖਾਏ ਹੋਏ ਨੇ, ਆਪਸ ਵਿੱਚ ਹੀ ਭਿੜ ਕੇ ਇੱਕ ਦੂਜੇ ਦੀ ਜਿਹੜੀ ਲੱਤ ਤੋੜੀ, ਇਹਦੇ 'ਚ ਕੋਈ ਬਾਤ ਨਹੀਂ, ਕੋਈ ਮਸਲਾ ਨਹੀਂ, ਕੋਈ ਸਜ਼ਾ ਨਹੀਂ ਬਣਦੀ। ਇੰਨੇ ਚ ਨੂੰ ਕਾਜੀ ਦਾ ਲੜਕਾ ਆ ਗਿਆ। ਉਹ ਰੋਂਦੇ ਨੇ ਕਿਹਾ, ਕਹਿੰਦਾ ਲੱਤ ਟੁੱਟਣ ਵਾਲਾ ਬਲਦ ਆਪਣਾ ਸੀ ਬਾਪੂ। ਕਹਿੰਦਾ ਹੈ? ਕਹਿੰਦਾ ਹਾਂ ਆਪਣਾ ਬਲਦ ਸੀ ਉਹ। ਕਹਿੰਦਾ ਕਿਹਨੇ ਤੋੜੀ? ਕਹਿੰਦਾ ਜੀ ਤੇਲੀ ਦੇ ਬਲਦ ਨੇ ਆਪਣੇ ਬਲਦ ਦੀ ਲੱਤ ਤੋੜਦੀ। ਕਹਿੰਦਾ ਓਏ ਤੇਲੀ ਇੱਧਰ ਆ ਜਰਾ। ਕਹਿੰਦਾ ਹਾਂ ਜੀ ਦੱਸੋ। ਕਹਿੰਦੇ ਵੀ ਸੁਣ ਲੈ, ਕਹਿੰਦੇ ਵੀ ਮੈਂ ਚੰਗੀ ਤਰ੍ਹਾਂ ਨਹੀਂ ਸੀ ਦੇਖਿਆ। ਕਹਿੰਦੇ ਜੀ ਤੁਸੀਂ ਉਹ ਕਿਹਾ ਸੀ ਵੀ ਪਸ਼ੂ ਕਿਹੜੇ ਸਿਖਾਏ ਹੋਏ? ਉਹ ਕਹਿੰਦਾ ਭਾਈ ਮੈਂ ਜਵਾਨੀ ਕਿਹਾ ਸੀ, ਹੁਣ ਲਾਲ ਕਿਤਾਬ ਪੜ੍ਹ ਕੇ ਦੱਸੂਗਾ ਜਿਹੜੀ ਕਾਨੂੰਨ ਦੀ ਆ ਸਾਡੀ। ਉਹ ਵਿਚਾਰਾ ਬੈਠ ਕੇ ਕਹਿੰਦਾ ਜੀ ਦੱਸੋ। ਉਸੇ ਵੇਲੇ ਆਪਣੇ ਕੋਲੋਂ ਹੀ ਉਹ ਲਾਲ ਕਿਤਾਬ ਫਰੋਲ ਕੇ ਨੇ, ਚਾਰ ਪੱਤਰੇ ਇੱਧਰ ਚਾਦਰ, ਕਹਿੰਦਾ ਲੈ ਵੀ, ਕਹਿੰਦਾ ਲਾਲ ਕਿਤਾਬ ਫਰਮਾਵੇ ਇਉਂ। ਕਈ ਜਗ੍ਹਾ ਬੋਲਣ ਦੇ ਵਿੱਚ ਇਹ ਵੀ ਆਉਂਦਾ ਲਾਲ ਕਿਤਾਬ ਬਖਾਣੇ ਇਉਂ। ਕਹਿੰਦੇ ਤੇਲੀ ਬਲਦ ਪੜਾਇਆ ਕਿਉਂ? ਇਹ ਤਾਂ ਇੱਥੇ ਕਿਤਾਬ 'ਚ ਲਿਖਿਆ ਵੀ ਤੈਂ ਬਲਦ ਪੜਾਇਆ। ਕਹਿੰਦਾ ਜੀ ਮੈਂ ਥੋੜੀ ਪੜਾਇਆ, ਆਪ ਹੀ ਭਿੜ ਪਏ। ਕਹਿੰਦਾ ਨਹੀਂ, ਖਲ ਖਵਾਏ ਕੀਆ ਮੁਸਟੰਡ, ਬੈਲ ਕੇ ਬੈਲ 50 ਰੁਪਏ ਡੰਡ। ਬਲਦ ਦਾ ਬਲਦ ਬਣਦੇ ਤੇ 50 ਰੁਪਏ ਡੰਡ ਤੈਨੂੰ ਲੱਗੂਗਾ। ਇਉਂ ਇਸ ਪ੍ਰਕਾਰ ਕੋਈ ਮਸਲਾ ਹੈ, ਤੂੰ ਆਪਣੀ ਮਰਜ਼ੀ ਨਾਲ ਠੱਗੀ ਮਾਰਨ ਵਾਸਤੇ ਇਉਂ ਮਸਲਾ ਪੜ੍ਹ ਲਿਆ ਕਰਨਗੇ। ਮਹਾਰਾਜ ਕਹਿੰਦੇ ਇਹੋ ਜਿਹੇ ਕਾਜੀ ਹੋਣਗੇ। ਤੇ ਇਸ ਪ੍ਰਕਾਰ ਦਾ ਇਹ ਹਾਲਤ
ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਇਹ ਭਾਈ ਗੁਰਦਾਸ ਸਾਹਿਬ ਨੇ ਲਿਖਿਆ। ਇਹ ਹਾਲਤ ਹੋਵੇਗੀ। ਤੁਰਕ ਮੰਤਰ ਕੰਨ ਹਿਰਦੈ ਸਮਾਹਿ। ਤੁਰਕਾਂ ਦਾ ਮੰਤਰ ਕੰਨ ਸਰਵਣਾ ਦੁਆਰਾ ਸੁਣ ਸੁਣ ਕੇ ਹਿੰਦੂ ਉਹ ਆਗਿਆ ਦੇ ਹਿਰਦੇ ਦੇ ਵਿੱਚ ਸਮਾ ਬਜਾਵੇਗਾ। ਹੌਲੀ ਹੌਲੀ ਹਿੰਦੂਆਂ ਦੇ ਕਰਤ ਮੁਸਲਮਾਨਾਂ ਵਾਲੇ ਬਣ ਜੇ। ਭਾਵ ਹਿੰਦੂ ਜਿਹੜੇ ਆਗੂ ਹੈ ਉਹ ਤੁਰਕਾਂ ਵਰਗਾ ਹੀ ਪਹਿਰਾਵਾ, ਤੁਰਕਾਂ ਵਾਲੀ ਕਰਤੂਤ, ਉਹੀ ਸੁਭਾਅ ਹੋ ਜਾਏਗਾ। ਤੇ ਜਦੋਂ ਕੋਈ ਵੀ ਹਿੰਦੂ ਫਾਰਸੀ ਪੜ੍ਹਨ ਲੱਗਦਾ ਹੈ ਤਾਂ ਤੁਰਕ ਕਲਮਾ ਉਹਦੇ ਕੰਨ ਵਿੱਚ ਪਹਿਲਾਂ ਸੁਣਾਉਂਦਾ ਹੈ, ਕੰਨਾਂ ਦੁਆਰਾ ਸਰਵਣ ਕੀਤਾ ਜਾਂਦਾ ਹੈ। ਉਹੀ ਮੰਤਰ ਹਿਰਦੇ ਦੇ ਵਿੱਚ ਸਮਾਉਂਦਾ ਹੈ। ਮੁਸਲਮਾਨੀ ਹਕੂਮਤ ਦੇ ਸਮੇਂ ਇੱਕ ਲਾਅ ਬਣਾ ਦਿੱਤਾ ਇਹਨਾਂ ਨੇ ਕਿ ਬੱਚੇ ਨੂੰ ਜਨਮ ਦੇਣ ਵਾਸਤੇ ਜਿਹੜੀਆਂ ਦਾਈਆਂ ਰੱਖੀਆਂ ਹੁੰਦੀਆਂ ਸੀ, ਕਾਨੂੰਨ ਬਣ ਗਿਆ ਵੀ ਕੋਈ ਵੀ ਹਿੰਦੂ ਦਾਈ ਨਹੀਂ ਹੋਏਗੀ, ਮੁਸਲਮਾਨ ਦਾਈ ਹੋਏਗੀ। ਦਾਈਆਂ ਨੂੰ ਸਿਖਾ ਦਿੱਤਾ ਗਿਆ ਕਲਮਾ ਵੀ ਜਦੋਂ ਵੀ ਹਿੰਦੂਆਂ ਦੇ ਘਰ ਬੱਚਾ ਜੰਮੇ ਉਹਦੇ ਕੰਨ ਵਿੱਚ ਜਿਹੜਾ ਕਲਮਾ ਪੜ੍ਹ ਕੇ ਸੁਣਾ ਦੇਣਾ। ਉਹ ਫਿਰ ਦਾਈਆਂ ਕਲਮਾ ਪੜ੍ਹ ਕੇ ਸੁਣਾ ਦਿੰਦੀਆਂ। ਬੱਚੇ ਦਾ ਦਿਲ ਜਿਹੜਾ ਹੈ ਉਹ ਜਨਮ ਲੈਣ ਵੇਲੇ ਜਿਹੜੀ ਆਵਾਜ਼ ਸੁਣਦਾ ਹੈ ਉਹ ਸੰਸਕਾਰ ਬਣ ਜਾਂਦਾ ਸਾਰੀ ਉਮਰ ਦਾ। ਇਸ ਕਰਕੇ ਬੱਚਾ ਵੱਡਾ ਹੋ ਕੇ ਆਪ ਹੀ ਤੁਰਕਾਂ ਵਾਲੇ ਪਾਸੇ ਨੂੰ ਉਹਦਾ ਝੁਕਾਅ ਹੋ ਜਾਂਦਾ ਹੈ। ਇਸ ਕਰਕੇ ਪੁਰਾਣੇ ਸਮੇਂ ਦੇ ਵਿੱਚ ਬੱਚੇ ਦੇ ਮੱਥੇ ਜਦੋਂ ਬੱਚੇ ਨੇ ਅੱਖਾਂ ਖੋਲ੍ਹਣੀਆਂ ਉਹਦੇ 'ਚ ਮਾਂ ਸਾਹਮਣੇ ਹੋਵੇ, ਪਿਓ ਸਾਹਮਣੇ ਹੋਵੇ, ਜਿਹੜਾ ਜਿਹਾ ਬੰਦਾ ਸਾਹਮਣੇ ਹੋਏਗਾ ਖਿਆਲ ਉਹਦਾ ਅਕਸ ਵੀ ਪੈਂਦਾ। ਉਹਦਾ ਸ਼ੀਸ਼ਾ ਉਸ ਵੇਲੇ ਜਿਹੇ ਜਿਹੇ ਸਾਹਮਣੇ ਸ਼ੀਸ਼ੇ ਦੀ ਸ਼ਕਲ ਆ ਗਈ ਉਹਦਾ ਪ੍ਰਤੀਬਿੰਬ ਜਾਏਗਾ ਉਹਦੇ ਵਿੱਚ। ਇਸ ਕਰਕੇ ਇਹਨਾਂ ਨੇ ਜਾਣ ਬੁੱਝ ਕੇ ਇਸਲਾਮ 'ਚ ਵਾਧਾ ਕਰਨ ਵਾਸਤੇ ਐਸਾ ਕੀਤਾ ਸੀ। ਤੇ ਅੱਗੇ ਦੱਸਦੇ ਹਨ, ਲੋਕ ਮੁਹਾਵ ਹੈ ਚਾੜੀ ਖਾਹੇ। ਫਿਰ ਤੁਰਕਾਂ ਕੋਲ ਚਾੜੀ ਚੁਗਲੀ ਖਾ ਭਾਵ ਲਗਾ ਕੇ ਲੋਕਾਂ ਦਾ ਧਨ ਮੁਹਾਵ ਹੈ, ਉਹ ਫਿਰ ਠੱਗਿਆ ਕਰਨਗੇ। ਚੌਕਾ ਦੀ ਕੈ ਸੁੱਚਾ ਹੋਏ। ਜੋ ਚੌਂਕਾ ਦੇ ਕਰਕੇ ਸੁੱਚਾ ਪਵਿੱਤਰ ਹੋਏ ਹੋਣ ਵਾਲਾ ਹੈ। ਐਸਾ ਹਿੰਦੂ ਵੇਖੋ ਕੋਈ। ਇਹੋ ਜਿਹਾ ਹਿੰਦੂ ਕੋਈ ਵੇਖੋ, ਦੇਖਣਾ ਕਰੋਗੇ ਭਾਵ ਹਿੰਦੂਆਂ ਦੇ ਆਗੂ ਲੋਕ ਤੁਰਕਾਂ ਵਾਂਗ ਹੀ ਹੋ ਜਾਣਗੇ। ਤੇ ਐਸਾ ਹਿੰਦੂ ਵੇਖੋ ਕੋਈ, ਅਜਿਹਾ ਕੋਈ ਹਿੰਦੂ ਹੋਵੇਗਾ ਜੋ ਚੌਂਕਾ ਦਿੰਦਾ ਹੋਵੇਗਾ, ਫਿਰ ਸੁੱਚਾ ਹੋਵੇਗਾ ਭਾਵ ਚੌਂਕਾ ਦੇਣ ਵਾਲੇ ਹਿੰਦੂ ਖਾਸ ਕਰਕੇ ਪ੍ਰਿਸ਼ਟ ਹੋ ਜਾਣਗੇ। ਯਾਨੀ ਕਿ ਰਸੋਈ ਦੇ ਵਿੱਚ ਝੂਠ ਆ ਜਾਏਗੀ, ਰਸੋਈ ਨੂੰ ਸੁੱਚੀ ਨਹੀਂ ਰੱਖਿਆ ਜਾਏਗਾ, ਜੁੱਤੀਆਂ ਲੈ ਕੇ ਰਸੋਈਆਂ 'ਚ ਕੰਮ ਕਰਿਆ ਕਰਨਗੇ। ਅਜੇ ਵੀ ਰਾਜਸਥਾਨ ਦੇ ਵਿੱਚ ਉੱਥੇ ਦੇਖਿਆ ਗਿਆ ਹੈ, ਉੱਥੇ ਤਾਂ ਬੜੀ ਕਮਾਲ ਦੀ ਪਰੰਪਰਾ ਦੇਖੀ ਗਈ ਹੈ ਵੀ ਘਰ ਦੇ ਵਿੱਚ ਜੇ ਕੋਈ ਆਉਂਦਾ ਹੈ ਤਾਂ ਜੁੱਤੀ ਲੈ ਕੇ ਘਰ 'ਚ ਨਹੀਂ ਆ ਸਕਦਾ, ਜੁੱਤੀ ਬਾਹਰ ਖੋਲ੍ਹਣੀ ਪੈਂਦੀ ਹੈ ਦੇਹੜੀ ਤੋਂ। ਰਸੋਈ ਦੇ ਵਿੱਚ ਤਾਂ ਕੋਈ ਮਤਲਬ ਹੀ ਨਹੀਂ ਜੁੱਤੀ ਲੈ ਕੇ ਆਉਣ ਦਾ। ਤੇ ਇੱਥੇ ਹੁਣ ਗੁਰੂ ਕੇ ਲੰਗਰਾਂ ਜੁੱਤੀਆਂ ਲਈ ਫਿਰਦੇ ਆ ਲੋਕ, ਕੋਈ ਕਹਿਣ ਵਾਲਾ ਥੋੜੀ ਹੈ। ਖੜਾਮ ਜਾ ਸਕਦੀ ਹੈ ਲੇਕਿਨ ਜੁੱਤੀ ਨਹੀਂ ਜਾ ਸਕਦੀ। ਪਰ ਐਸਾ ਮਹਾਰਾਜ ਕਹਿੰਦੇ ਹੋਏਗਾ ਵੀ ਰਸੋਈਆਂ ਦੇ ਵਿੱਚ ਝੂਠ ਵੜ ਜਾਏਗੀ ਆ ਕੇ। ਇਹ ਮਹਾਰਾਜ ਦੇ ਭਵਿੱਖ ਦੇ ਬਚਨ ਹਨ। ਜੋਗੀ ਗ੍ਰਹਿ ਜਟਾ ਵਿਭੂਤ। ਕਲਯੁਗ ਦੇ ਜੋਗੀ ਗ੍ਰਹਿਸਤੀ ਹੋਇਆ ਕਰਨਗੇ, ਸਿਰ ਦੇ ਉੱਤੇ ਜਟਾਂ ਹੋਣਗੀਆਂ, ਜਟਾਂ ਰੱਖੀ ਹੋਈਆਂ ਤੇ ਜੋਗੀ ਬਣੇ ਹੋਏ ਨੇ, ਤੇ ਵਿਭੂਤ ਸੁਆਹ ਵੀ ਬੜੀ ਹੋਏਗੀ। ਆਗੇ ਪਾਛੈ ਰੋਵ ਹੈ ਪੂਤ। ਅੱਗੇ ਪਿੱਛੇ ਪੁੱਤਰ ਉਹਨਾਂ ਦੇ ਰੋਂਦੇ ਫਿਰਨਗੇ ਤੇ ਹੈ ਜਟਾਂ ਧਾਰੀਆਂ ਤੇ ਗ੍ਰਸਤੀ ਹੋ ਕੇ ਬੱਚੇ ਪੈਦਾ ਕਰਨਗੇ, ਨਿਆਣੇ ਅੱਗੇ ਪਿੱਛੇ ਰੋਂਦੇ ਫਿਰਨਗੇ ਬਾਪੂ ਬਾਪੂ ਕਰਦੇ। ਇਹ ਕਲਯੁਗ ਦੇ ਇਹੋ ਜਿਹਾ ਵਰਤਾਰਾ ਹੋਊ। ਉਹ ਜਤ ਸਦ ਕਾਇਮ ਰੱਖ ਕੇ ਭਜਨ ਸਿਮਰਨ ਕਰਨ ਵਾਲੇ ਤੇ ਇਸ ਤਰ੍ਹਾਂ ਦੇ ਨਹੀਂ ਹੋਣਗੇ ਉਹ ਵੀ ਜਿਨ੍ਹਾਂ ਦਾ ਜਤ ਸਦ ਕਾਇਮ ਹੋਵੇ, ਬ੍ਰਹਮਚਰਜ ਕਾਇਮ ਹੋਵੇ, ਕੱਲੇ ਤਪੱਸਿਆ ਕਰਨ ਵਾਲੇ ਹੋਣ। ਇਹ ਹਾਲ ਹੋ ਜਾਏਗਾ। ਜੋਗ ਨਾ ਪਾਇਆ ਜੁਗਤ ਗਵਾਈ। ਪਰਮੇਸ਼ ਵਿੱਚ ਜੁੜਨ ਦੀ ਜੁਗਤੀ ਤਾਂ ਪਾਈ ਨਹੀਂ ਹੈ। ਜੋਗ ਨਾ ਪਾਇਆ, ਜੋਗ ਜੁੜਨਾ ਨਹੀਂ ਪਾਇਆ। ਇਉਂ ਫਿਰ ਜੋਗ ਦੀ ਜੁਗਤ ਉਹ ਵੀ ਗਵਾ ਲਈ ਆ ਉਹਨੇ, ਜੁਗਤ ਗਵਾਈ। ਜੁੜਨਾ ਨਹੀਂ ਪਾਇਆ ਵਾਹਿਗੁਰੂ ਨਾਲ, ਕਿਉਂਕਿ ਜੁੜਨਾ ਤਾਂ ਜੋਗਾਸ ਚਿਤ ਬਿਰਤੀ ਨਿਰੋਧਾ ਸੀ ਤੇ ਇਹ ਆਤਮਨੀ ਪਰਮਾਤਮਨੀ ਜਜੰਤੀ ਸਾ ਜੋਗਾ ਸੀ, ਉਹ ਨਹੀਂ ਹੋਏਗਾ। ਕਿਤ ਕਾਰਨ ਸਿਰ ਛਾਈ ਪਾਈ। ਇਸ ਕਾਰਨ ਵਾਸਤੇ ਜੋਗੀ ਬਣ ਕੇ ਸਿਰੇ ਸਵਾਹ ਪਾਈ ਫਿਰਦੇ ਐ। ਇਹ ਸਵਾਹ ਪਾਉਣ ਦਾ ਕੀ ਅਰਥ ਕੀ ਹੋਏਗਾ? ਇਹਦੇ ਨਾਲ ਤਾਂ ਨਹੀਂ ਜੋਗੀ ਬਣਿਆ ਜਾਂਦਾ। ਨਾਨਕ ਕਲ ਕਾ ਇਹੋ ਪ੍ਰਵਾਨ। ਇਹ ਕਲਯੁਗ ਦਾ ਫਰਮਾਨ ਹੈ। ਉਹ ਸਿਰਾਂ ਵਿੱਚ ਸਵਾਹ ਪਾਈ ਹੋਈ ਹੈ। ਉਹਦਾ ਪਾਈ ਦਾ ਅਰਥ ਦੱਸੋ ਕੀ ਹੈ? ਜਦੋਂ ਜੋਗ ਜਿਹੜਾ ਜੋਗ ਨਿਸਪਲ ਹੀ ਹੈ,
ਇਸ ਤਰ੍ਹਾਂ ਦਾ ਯੋਗ ਜਿਹੜਾ ਹੈ, ਉਹਨਾਂ ਦਾ ਯੋਗ ਕੋਈ ਯੋਗ ਨਹੀਂ ਹੈ। ਨਾਨਕ ਕਲ ਕਾ ਇਹੋ ਪ੍ਰਵਾਨ ਹੈ ਕਿ ਗੁਰੂ ਸਾਹਿਬ ਕਹਿੰਦੇ ਕਲਯੁਗ ਦਾ ਇਹੋ ਹੀ ਕਰਮ ਪ੍ਰਵਾਨ ਹੋ ਰਿਹਾ ਹੈ। ਕਲਯੁਗ ਦੇ ਇਹ ਉਪਰੋਕਤ ਗੱਲਾਂ ਪ੍ਰਮਾਣਿਕ ਹੋ ਜਾਣਗੀਆਂ। ਕਹਿਣਗੇ ਛੱਡੋ ਜੀ ਇਹ ਤਾਂ ਚੱਲਦਾ ਹੀ ਹੈ। ਕਲਯੁਗ ਦਾ ਇਹ ਪ੍ਰਵਾਨਾ ਭਾਵ ਨਿਸ਼ਾਨੀ ਹੈ। ਤੇ ਇਸ ਪ੍ਰਕਾਰ ਅੱਗੇ ਦੱਸਦੇ ਨੇ, ਆਪੇ ਆਖਣ ਆਪੇ ਜਾਣ। ਆਪ ਹੀ ਦੂਸਰੇ ਦੀ ਸ਼ੋਭਾ ਘਟਾਉਣ ਵਾਸਤੇ ਉਹ ਸਵਾਲ ਆਖਣ ਆਖਿਆ ਕਰਨਗੇ ਜਿਹੜਾ ਉਹਨੂੰ ਆਉਂਦਾ ਹੈ। ਜਾਣੀ ਸਵਾਲ ਪੁੱਛਣ ਵਾਸਤੇ ਨਹੀਂ, ਗਿਆਨ ਚ ਵਾਧਾ ਕਰਨ ਵਾਸਤੇ ਨਹੀਂ, ਦੂਜੇ ਦਾ ਅਪਮਾਨ ਕਰਨ ਵਾਸਤੇ ਸਵਾਲ ਕਰਨਗੇ ਵੀ ਦੇਖਾਂ ਇਹਨੂੰ ਆਉਂਦੀ ਹੈ ਇਹ ਗੱਲ। ਅਪਮਾਨ ਕਰਨ ਵਾਸਤੇ ਕਰਨਗੇ। ਇਸ ਕਰਕੇ ਆਪੇ ਆਖਣ ਆਪੇ ਜਾਣ। ਆਪੇ ਜਾਣ ਜਿਹੜਾ ਆਪਣੇ ਆਪ ਜਾਣਦਾ ਉਹੀ ਸਵਾਲ ਕਰਨਾ, ਇਹਦਾ ਤਾਂ ਅਰਥ ਹੀ ਨਹੀਂ ਕੋਈ ਰਹਿ ਜਾਂਦਾ। ਇਸ ਕਰਕੇ ਤੇ ਉਹ ਆਪ ਹੀ ਜਿਹੜਾ ਉੱਤਰ ਜਾਣਦਾ ਹੈ ਉਹ ਆਪ ਹੀ ਕਹਿ ਦਿਆ ਕਰਨਗੇ ਕਿ ਮੈਂ ਤਾਂ ਜਾਣਦਾ ਹੀ ਸੀ, ਮੈਂ ਤਾਂ ਤੈਨੂੰ ਦੇਖਦਾ ਸੀ। ਅਖੇ ਆਪ ਹੀ ਪ੍ਰਸ਼ਨ ਦੇ ਉੱਤਰ ਨੂੰ ਜਾਣਦੇ ਹੋਇਆ ਕਰਨਗੇ, ਪਰ ਬਤੰਡਾਬਾਜ਼ ਜ਼ਰੂਰ ਕਰਨਗੇ। ਉਹ ਪ੍ਰਸ਼ਨ ਨੂੰ ਆਖਿਆ ਕਰਨਗੇ। ਮਹੱਲਾ ਪਹਿਲਾ। ਅੱਗੇ ਮਹਾਰਾਜ ਸਾਹਿਬ ਜੀ ਮਹੱਲਾ ਉਚਾਰਨ ਕਰਦੇ ਗੁਰੂ ਨਾਨਕ ਸਾਹਿਬ। ਹਿੰਦੂ ਕੈ ਘਰ ਹਿੰਦੂ ਆਵੈ। ਆਪਣੇ ਆਪ ਨੂੰ ਧਰਮੀ ਕਹਾਉਣ ਵਾਲੇ, ਹਿੰਦੂ ਕਹਾਉਣ ਵਾਲੇ ਖੱਤਰੀ ਆਦਿ ਹਿੰਦੂਆਂ ਦੇ ਘਰ ਵਿੱਚ ਹਿੰਦੂ ਬ੍ਰਾਹਮਣ ਜਦੋਂ ਆਇਆ ਕਰਨਗੇ, ਸੂਤ ਜਨੇਊ ਪੜ ਗਲ ਪਾਵੈ। ਉਹ ਜਦੋਂ ਆਉਂਦਾ ਹੈ ਕਹਿੰਦੇ ਸੂਤ ਧਾਗੇ ਦਾ ਜਨੇਊ ਗਾਇਤਰੀ ਮੰਤਰ ਪੜ ਕੇ ਖੱਤਰੀ ਦੇ ਗਲ 'ਚ ਪਾਵੇ, ਪਾ ਦਿੰਦਾ ਵੀ ਤੂੰ ਹੁਣ ਹਿੰਦੂ ਬਣ ਗਿਆ। ਇਸ ਪ੍ਰਕਾਰ ਕਰਦੇ ਐ। ਸੂਤ ਪਾਈ ਕਰੇ ਬੁਰਿਆਈ। ਮਾਰੇ ਕਹਿੰਦੇ ਚਲੋ ਠੀਕ ਹੈ ਵੀ ਜਿਹੜਾ ਜਨੇਊ ਪਹਿਨਣਾ ਧਰਮ ਦਾ ਚਿੰਨ੍ਹ ਹੈ, ਇਹਦੇ ਤੇ ਕੋਈ ਕਿੰਤੂ ਨਹੀਂ, ਪਰ ਕਿੰਤੂ ਇਸ ਗੱਲ ਦਾ ਵੀ ਖੱਤਰੀ ਆਪਣੇ ਗਲ ਵਿੱਚ ਸੂਤ ਧਾਗੇ ਦਾ ਜਨੇਊ ਪਾ ਕੇ ਬੁਰਾਈ ਬੁਰੇ ਕਰਮ ਕਰਿਆ ਕਰਨਗੇ। ਗਲ 'ਚ ਜਨੇਊ ਹੋਊਗਾ ਕਰਨਗੇ ਬੁਰੇ ਕਰਮ। ਤੇ ਇਹ ਸਾਡੇ ਤੇ ਵੀ ਹੈ। ਉਹਨਾਂ ਦੇ ਜਨੇਊ ਹੈ, ਸਾਡੇ ਕਿਰਪਾਨ ਹੈ। ਗਲ 'ਚ ਹੋ ਗਏ ਕਿਰਪਾਨ ਪਾਈ ਵੀ ਗਲਤ ਕੰਮ ਕਰੀਏ, ਇਹ ਵੀ ਤਾਂ ਉਹੀ ਗੱਲ ਹੈ। ਸੂਤ ਪਾਏ ਕਰੇ ਬੁਰਾਈ। ਅੱਗੇ ਦੱਸਦੇ ਨੇ, ਨਾਤਾ ਧੋਤਾ ਥਾਈ ਨਾ ਪਾਈ। ਇਹਨੂੰ ਪਾਠ ਨੂੰ ਨਾਤਾ ਨਹੀਂ ਕਰਨਾ। ਨਾਤਾ ਹੁੰਦਾ ਰਿਸ਼ਤਾ ਨਾਤਾ। ਨਾਤਾ ਐਂ ਭਾਰਾ ਬੋਲਣਾ। ਨਾਤਾ ਧੋਤਾ ਥਾਏ ਨਾ ਪਾਈ। ਉਹਨਾਂ ਦਾ ਸਾਥ ਜੀ ਤੀਰਥਾਂ ਦੇ ਨਾਤਾ ਨਹਾਉਣਾ, ਵਸਤਰਾਂ ਦਾ ਧੋਣਾ। ਨਾਤਾ ਧੋਤਾ ਨੇਤੀ ਧੋਤੀ ਕੀਤੀ ਹੋਈ, ਆਂਦਰਾਂ ਧੋਣਾ ਕਰਨੀ, ਇਹ ਕਿਸੇ ਲੇਖੇ ਵਿੱਚ ਨਹੀਂ ਪਾਇਆ ਜਾਏਗਾ। ਇਸ ਕਰਕੇ ਪਖੰਡ ਰੂਪ ਹੋਏਗਾ। ਮੁਸਲਮਾਨ ਕਰੇ ਵਡਿਆਈ। ਤੇ ਮੁਸਲਮਾਨ ਕਰੇ ਵਡਿਆਈ। ਮੁਸਲਮਾਨ ਹਰ ਵਕਤ ਆਪਣੇ ਮਜ਼ਹਬ ਦੀ ਵਡਿਆਈ ਸ਼ੋਭਾ ਕਰਿਆ ਕਰਨਗੇ। ਕਿਹਾ ਕਰਨਗੇ ਮੁਸਲਮਾਨ ਧਰਮ ਸਾਰਿਆਂ ਤੋਂ ਸ੍ਰੇਸ਼ਟ ਹੈ, ਜਾਂ ਅਸੀਂ ਮੁਸਲਮਾਨ ਸਰਾ ਦੇ ਚ ਪੱਕੇ ਹਾਂ। ਵਿਣ ਗੁਰ ਪੀਰੈ ਕੋ ਥਾਈ ਨਾ ਪਾਈ। ਗੁਰੂ ਪੀਰਾਂ ਤੋਂ ਬਿਨਾਂ, ਪਰ ਗੁਰੂ ਪੀਰੈ ਪੀਰ, ਪੀਰੈ ਪੂਜਨੀਕ ਗੁਰੂ ਤੋਂ ਬਿਨ ਬਗੈਰ ਕੋਈ ਵੀ ਦਰਗਾਹ ਵਿੱਚ ਥਾਂ ਨਹੀਂ ਪਾਉਣਗੇ। ਥਾਂ ਨਹੀਂ ਪਾਇਆ ਕਰਨਗੇ। ਭਾਵ ਮੁਸਲਮਾਨ ਵੀ ਅਜਿਹੇ ਬੇਧਰਮੀ ਹੀ ਹੋ ਜਾਣਗੇ। ਇਸ ਕਰਕੇ ਇਹ ਹਾਲਤ ਹੋ ਜਾਏਗੀ। ਭਾਵ ਕੀ ਹੈ ਵੀ ਕੋਈ ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਆਪਣੇ ਆਪ ਗੁਰੂ ਪੀਰ ਤੋਂ ਬਗੈਰ ਕੋਈ ਵੀ ਤੁਰਿਆ ਪਦ ਰੂਪੀ ਥਾਂ ਨੂੰ ਨਹੀਂ ਪਾਵੇਗਾ। ਰਾਹ ਦਸਾਈ ਉਥੈ ਕੋ ਜਾਏ। ਜਿੱਥੇ ਪਰਮੇਸ਼ਰ ਦੀ ਪ੍ਰਾਪਤੀ ਦਾ, ਬਿਹਸਤ ਦਾ ਰਾਹੋ ਰਸਤਾ ਦਸਾਏ ਪੁੱਛੀ ਜਾਏ, ਉਹ ਕੀ ਹੈ? ਉਹ ਹੈ ਸਤਸੰਗ। ਸਤਸੰਗ ਦੇ ਵਿੱਚ ਮਹਾਰਾਜ ਕਹਿੰਦੇ ਉੱਥੇ ਕੋ ਨਾ ਜਾਏ, ਉੱਥੇ ਕੋਈ ਜਾਇਆ ਨਹੀਂ ਕਰਨਗੇ। ਜਾਂ ਉੱਥੇ ਕੋ ਜਾਏ, ਉੱਥੇ ਕੋਈ ਜਾਏਗਾ। ਬਹੁਤੇ ਨਹੀਂ ਜਾਣਗੇ। ਕਹਿਣਗੇ ਤਾਂ ਵਾਧੂ ਦਾ ਕੰਮ ਹੈ, ਵਿਹਲੇ ਲੋਕ ਨੇ ਜਿਹੜੇ ਕਥਾ ਕਰਨ ਵਾਲੇ ਹੈ, ਇਹ ਤਾਂ ਐਵੇਂ ਸਮਾਂ ਸਾਡੇ ਕੰਨ ਖਾਂਦੇ ਆ ਜੀ, ਕੀ ਕਰੀਏ। ਰਹਿਣਾ ਤਾਂ ਗਮਾਂਡ ਦੇ ਵਿੱਚ ਹੀ ਹੈ, ਪਰ ਹੁਣ ਕੀ ਕਰੀਏ, ਕਰ ਨਹੀਂ ਸਕਦੇ, ਐ ਮਜਬੂਰੀ। ਉਹ ਕਲਯੁਗ ਦਾ ਲੱਛਣ ਹੋਏਗਾ। ਲਾਭ ਨਹੀਂ ਉਠਾਉਣਗੇ, ਉੱਥੇ ਨਹੀਂ ਜਾਣਗੇ। ਜਿੱਥੇ ਮੁਸਲਮਾਨ ਕੋਈ ਦਰਗਾਹ ਦੀ ਗੱਲ ਸੁਣਾਏਗਾ, ਖੁਦਾ ਦੀ ਸੁਣਾਏ, ਉੱਥੇ ਮੁਸਲਮਾਨ ਜਾਣ ਤੇ ਹਟ ਜਾਣਗੇ। ਤੇ ਇਧਰ ਸਾਧ ਸੰਗਤ ਜੀ ਭਾਵੇਂ ਸਿੱਖ ਹੈ ਭਾਵੇਂ ਹਿੰਦੂ ਹੈ, ਸਤਸੰਗਤ ਵੀ ਜਾਣ ਤੋਂ ਹਟ ਜਾਣਗੇ। ਇਹ ਕਲਯੁਗ ਦਾ ਪ੍ਰਭਾਵ ਹੈ, ਹੋਰ ਕਿਸੇ ਦੇ ਬਸ ਦੀ ਬਾਤ ਨਹੀਂ। ਉੱਥੇ ਜਿਹੜਾ ਸਾਧ ਸੰਗਤ ਜੀ ਤੇ ਕੋਈ ਵੀ ਉਸ ਥਾਂ ਤੇ ਨਹੀਂ ਜਾਏਗਾ। ਉੱਥੇ ਕੋ ਜਾਏ, ਕੋਈ ਆਏਗਾ, ਐਸਾ ਵੀ ਜਾਣਨਾ। ਅੱਗੇ ਦੱਸਦੇ ਹਨ ਜੇ ਕਰਨੀ ਬਾਝਹੁ ਭਿਸਤ ਨਾ ਪਾਏ। ਤੇ ਪ੍ਰੇਮਾ ਭਗਤੀ ਦੇ ਰਸਤੇ ਨੂੰ ਪੁੱਛ ਕੇ ਸੱਚਖੰਡ ਵਿੱਚ ਕੋਈ ਵਿਰਲਾ ਹੀ ਜਾਇਆ ਕਰਨਗੇ। ਤੇ ਜਾਂ ਕੋਈ ਸ਼ੁਭ ਕਰਨੀ, ਸ੍ਰੇਸ਼ਟ ਭਗਤੀ ਰੂਪੀ ਕਰਨੀ ਤੋਂ ਬਾਝੋਂ ਬਗੈਰ
ਬਿਹਸਤ ਵੈਕੁੰਠ ਸਵਰਗ ਦੀ ਪ੍ਰਾਪਤੀ ਨਹੀਂ ਪਾ ਸਕੇਗਾ ਕੋਈ ਹਿੰਦੂ ਹੈ ਭਾਵੇਂ ਮੁਸਲਮਾਨ ਹੈ। ਜੋਗੀ ਕੈ ਘਰ ਜੁਗਤ ਦਸਾਈ। ਤੇ ਜਦੋਂ ਪਤਾ ਲੱਗੇਗਾ ਕਿ ਜੋਗੀ ਦੇ ਘਰ ਵਿੱਚ ਰੱਬ ਦੇ ਮਿਲਣ ਦੀ ਜੁਗਤ ਜੁਗਤੀ ਦਸਾਈ ਦਸੀ ਦੀ ਹੈ, ਭਾਵ ਕਿ ਜੋਗ ਦੀ ਜੁਗਤੀ ਦੀ ਪ੍ਰਾਪਤੀ ਹੁੰਦੀ ਹੈ। ਤਿਤ ਕਾਰਨ ਕਨ ਮੁਦਰਾ ਪਾਈ। ਤੇ ਤਿਤ ਉਸ ਜੁਗਤੀ ਦੇ ਲੈਣ ਕਾਰਨ ਵਾਸਤੇ ਜੋਗੀ ਪੁਰਖ ਕੰਨਾਂ ਵਿੱਚ ਮੁਦਰਾ ਪਾਈ ਪਾਉਣਾ ਕਰਨਗੇ, ਪਰ ਮੁੰਦਰਾ ਹੀ ਹੋਣਗੀਆਂ ਇਕੱਲੇ, ਹੋਰ ਕੁਛ ਨਹੀਂ। ਮੁਦਰਾ ਪਾਈ ਫਿਰੈ ਸੰਸਾਰ। ਕੰਨਾਂ 'ਚ ਮੁਦਰਾ ਪਾ ਕੇ ਦੁਨੀਆ ਦੇ ਟੁਕੜੇ ਮੰਗਦੇ ਫਿਰਿਆ ਕਰਨਗੇ। ਇਹ ਹਾਲਤ ਹੋਏਗੀ ਉਹਨਾਂ ਦੀ। ਜਿੱਥੈ ਕਿਥੈ ਸਿਰਜਣਹਾਰ। ਜਿੱਥੇ ਕਿਤੇ ਜਹਾਂ ਕਹਾਂ ਮੁਕਤ ਹੋਣ ਵਾਲੀਆਂ ਗੱਲਾਂ ਦੇ ਰਚਨ ਵਾਲਾ ਤੇ ਇਉਂ ਰਚਨ ਵਾਲਾ ਬਣ ਬੈਠਦਾ ਹੈ ਵੀ ਮੈਂ ਤੁਹਾਨੂੰ ਮਿਲਾਉਂ ਜੀ ਰੱਬ ਦੇ ਨਾਲ ਸਿੱਧਾ ਹੀ। ਜਿੱਥੇ ਕਿਤੇ ਵੀ ਕਹਿੰਦਾ ਹੈ ਅਲੱਖ ਹੋ, ਪਰ ਆਪ ਸਿਰਜਣਹਾਰ ਰਚਨਹਾਰ ਪਰਮੇਸ਼ਰ ਤੋਂ ਬੇਮੁਖ ਹੈ। ਜੇਤੇ ਜੀਅ ਤੇਤੇ ਵਾਟਾਊ। ਜਿੰਨੇ ਵੀ ਸੰਸਾਰ ਦੇ ਵਿੱਚ ਜੀਵਨ ਤੇਤੇ ਉਨੇ ਹੀ ਵਾਟਾਊ ਨਾਮ ਰਾਹੀ ਦਾ ਹੈ। ਇਹ ਬੀਕਾਨੇਰ ਦੀ ਬੋਲੀ ਹੈ, ਬਟਾਊ ਕਹਿੰਦੇ ਨੇ। ਉਹ ਕਹਿੰਦੇ ਉਨੇ ਹੀ ਵਾਟਾਊ ਰਾਹੀ ਬਣ ਕੇ ਆਏ ਨੇ। ਤੇ ਇਸ ਕਰਕੇ ਚੀਰੀ ਆਈ ਢਿੱਲ ਨਾ ਕਾਊ। ਜਿਸ ਵੇਲੇ ਕਾਰ ਰੂਪੀ ਚੀਰੀ ਚਿੱਠੀ ਆਈ ਤਾਂ ਜਾਣ ਲੱਗਿਆਂ ਨੂੰ ਕਿਸੇ ਨੂੰ ਢਿੱਲ ਦੇਰੀ ਨਹੀਂ ਹੋਈ। ਜਦ ਸੱਦੇ ਤਾਂ ਢਿੱਲ ਨਾ ਪਾਏ, ਕੋਈ ਢਿੱਲ ਨਹੀਂ ਹੋਏਗੀ। ਉੱਠ ਬੰਝ ਬਟਾਊ ਉੜਿਆ ਤਾਂ ਕਿਆ ਚਿਰ ਲਾਇਆ, ਮੋਹਤ ਪੁੰਨੜੀਆ ਕਿਤ ਕੂੜ ਲਵਾਇਆ। ਝੂਠ ਦੇ ਵਿੱਚ ਲੱਗਿਆ ਹੋਇਆ ਹੈ। ਇਥੈ ਜਾਣੈ ਸੋ ਜਾਈ ਸੁਣਾਣੈ। ਜਿਹੜਾ ਇੱਥੇ ਸਾਧ ਸੰਗਤ ਦੁਆਰਾ ਗੁਰਾਂ ਦੇ ਉਪਦੇਸ਼ ਨੂੰ ਜਾਣੇ ਜਾਣਦਾ ਹੈ, ਸੋ ਉਹ ਦਰਗਾਹ ਵਿੱਚ ਜਾ ਕੇ ਸਿਆਣਿਆ ਜਾਏਗਾ ਕਿ ਸਤਸੰਗ ਕਰਦਾ ਰਿਹਾ। ਜਿਹੜਾ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਸਰੂਪ ਨੂੰ ਜਾਣੇ ਜਾਣਦਾ ਹੈ, ਉਹ ਵੈਕੁੰਠ ਵਿੱਚ ਜਾ ਕੇ ਸਿਆਣਿਆ ਜਾਏਗਾ। ਹੋਰ ਫੱਕੜ ਹਿੰਦੂ ਮੁਸਲਮਾਨ। ਇਸ ਕਰਕੇ ਹੋਰ ਤੇ ਜਿਹੜੀ ਇਸ ਕਰਕੇ ਕਹਿੰਦੇ ਜਿਹੜਾ ਇਸ ਕਰਨੀ ਤੋਂ ਬਗੈਰ ਹੋਰ, ਚਾਹੇ ਕੋਈ ਹਿੰਦੂ ਹੈ ਚਾਹੇ ਮੁਸਲਮਾਨ ਹੈ, ਉਹ ਫੱਕੜ ਦਾ ਸੰਪਰਦਾ ਦੇ ਵਿੱਚ ਫੱਕੜ ਦਾ ਅਰਥ ਇਸ ਤਰ੍ਹਾਂ ਦਾ ਕੀਤਾ ਜਾਂਦਾ ਹੈ, ਖਰਾਬੜ ਕੀਤਾ ਜਾਂਦਾ ਹੈ। ਤੇ ਜਿਹੜਾ ਅਰਥਸਾਰ ਜੀ ਪੰਡਿਤ ਨਰਾਇਣ ਸਿੰਘ ਜੀ ਮੁਜੰਗਾ ਵਾਲੇ ਨੇ ਕੀਤਾ ਹੈ, ਉਹਨਾਂ ਨੇ ਬੜੀ ਬਾਤ ਦਲੀਲ ਨਾਲ ਕੀਤਾ ਹੈ। ਉਹ ਕਹਿੰਦਾ ਵੀ ਠੀਕ ਹੈ ਖਰਾਬੜ ਵੀ, ਪਰ ਫੱਕੜ ਦਾ ਅਰਥ ਫਜ਼ੂਲ ਹੈ, ਉਹ ਫਜ਼ੂਲ ਹੈ। ਤੇ ਉਹਨਾਂ ਨੇ ਉਹ ਭਾਸ਼ਾ ਦੇ ਬੜੇ ਬੇਤੇ ਸੀ। ਇਸ ਕਰਕੇ ਇਹ ਨਰਾਇਣ ਸਿੰਘ ਜੀ ਦਾ, ਉਹ ਵੀ ਮੁਜੰਗਾ ਵਾਲਾ ਜਿਹੜਾ ਪੰਡਿਤ ਨਰਾਇਣ ਸਿੰਘ ਸੀ ਤੇ ਵਿਦਿਆ ਮਾਰਤੰਡ ਸੀ, ਐਸੀ ਬਾਤ ਨਹੀਂ। ਉਹਦੇ ਜਿਹੜਾ ਉਹ ਵੀ ਸੰਪਰਦਾਈ ਵਿਦਵਾਨ ਹੈ, ਕੋਈ ਸੰਪਰਦਾ ਤੋਂ ਬਾਹਰ ਨਹੀਂ। ਤੇ ਇਸ ਕਰਕੇ ਉਹਦੇ ਅਨੁਸਾਰ ਅਰਥ ਹੈ ਫੱਕੜ ਫਜ਼ੂਲ ਹੀ ਗੱਲਾਂ ਹੁੰਦੀਆਂ। ਉਹ ਦਰਗਾਹ 'ਚ ਫੱਕੜ ਪਕੜੇ ਜਾਣਗੇ। ਮਹਾਂਪੁਰਖਾਂ ਨੇ ਇਹਦੀ ਅਰਥ ਕੀਤਾ ਪਕੜੇ ਜਾਣਗੇ, ਕੈਦੀ ਕੀਤੇ ਜਾਣਗੇ। ਅੱਗੇ ਦੱਸਦੇ ਨੇ ਸਭਨਾ ਕਾ ਦਰ ਲੇਖਾ ਹੋਏ। ਸਾਰਿਆਂ ਦਾ ਵਾਹਿਗੁਰੂ ਦੀ ਦਰਗਾਹ ਵਿੱਚ ਹਿਸਾਬ ਕਿਤਾਬ ਹੋਵੇਗਾ। ਕਰਨੀ ਬਾਝਹੁ ਤਰੈ ਨਾ ਕੋਏ। ਭਗਤੀ ਰੂਪ ਕਰਨੀ ਤੋਂ ਬਗੈਰ ਕੋਈ ਵੀ ਸੰਸਾਰ ਸਮੁੰਦਰ ਤੋਂ ਤਰ ਨਹੀਂ ਸਕੇਗਾ। ਸੱਚੋ ਸੱਚ ਵਖਾਣੈ ਕੋਏ। ਜਿਹੜਾ ਸੱਚੋ ਸੱਚੇ ਗੁਰਾਂ ਦੇ ਉਪਦੇਸ਼ ਦਾ ਸਰਵਣ ਕਰਕੇ ਸੱਚੇ ਦਾ ਮੰਨਣ ਕਰੇਗਾ ਅਤੇ ਫਿਰ ਸੱਚੇ ਦਾ ਕੋਈ ਬਖਾਣੇ ਬਖਿਆਨ ਕਰੇਗਾ। ਨਾਨਕ ਅੱਗੇ ਪੁੱਛ ਨਾ ਹੋਏ। ਤੇ ਫਿਰ ਉਹ ਨਿਧਿਆਸਨ ਕਰਕੇ ਪ੍ਰਪੱਕ ਅਵਸਥਾ ਪ੍ਰਾਪਤ ਕਰੂਗਾ। ਜਿਹੜਾ ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਨੂੰ ਅੱਗੇ ਦਰਗਾਹ 'ਚ ਲੇਖੇ ਵਾਸਤੇ ਪੁੱਛਗਿੱਛ ਨਹੀਂ ਹੋਵੇਗੀ। ਉਸ ਨੂੰ ਧਰਮ ਰਾਜ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਉਹਦੇ ਕਾਜ ਫੜ ਦਿੱਤੇ ਜਾਣਗੇ। ਪੌੜੀ ਕਥਨ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ। ਹਰ ਕਾ ਮੰਦਰ ਆਖੀਐ। ਇਹ ਬੋਲ ਦੋ ਸਾਰੇ। ਕਾਇਆ ਕੋਟ ਗੜ। ਜੋ ਕਾਇਆ ਦੇ ਰੂਪੀ ਕੋਟ ਕਿਲਾ ਗੜ ਘੜਿਆ ਹੋਇਆ ਹੈ, ਸੰਸਾਰ ਰੂਪੀ ਗੜ ਕਿਲੇ ਦੇ, ਇਹਦੇ ਅੰਦਰ 84 ਲੱਖ ਜੂਨਾਂ ਕੋਟ ਦੀ ਨਿਆਈ ਹਨ। ਤੇ ਮਨੁੱਖ ਕਾਇਆ ਜਿਹੜੀ ਹੈ ਦੇਹੀ, ਇਹ ਹਰ ਪਰਮੇਸ਼ਰ ਦੀ ਪ੍ਰਾਪਤੀ ਦਾ ਹਰ ਮੰਦਰ ਆਖੀ ਹੈ, ਆਖੀ ਦਾ ਕਹੀਦਾ ਹੈ। ਇਹ ਰੱਬ ਦਾ ਮੰਦਰ ਹੈ, ਮਨੁੱਖ ਸਰੀਰ ਹੈ ਜਿਹੜਾ। ਹਰ ਕਾ ਮੰਦਰ ਆਖੀ ਹੈ ਕਾਇਆ ਕੋਟ ਗੜ। ਕਾਇਆ ਦੇ ਰੂਪੀ ਕੋਟ ਕਿਲੇ ਦੇ ਅੰਦਰ ਜੋ ਰੇਦੇ ਰੂਪੀ ਗੜ ਕਿਲਾ ਹੈ, ਇਹ ਪਰਮੇਸ਼ਰ ਦੀ ਪ੍ਰਾਪਤੀ ਦਾ ਮੰਦਰ ਕਹੀਦਾ ਹੈ। ਜਾਂ ਫਿਰ ਹਰ ਕਾ ਮੰਦਰ ਆਖਿਆ ਕਾਇਆ ਕੋਟ ਗੜ। ਮਨੁੱਖਾ ਦੇਹੀ ਇੱਕ ਕਿਲਾ ਬਣਿਆ ਹੋਇਆ ਹੈ। ਇਹ ਕਿਲੇ ਦੇ ਆਕੀ ਸਥਾਨ ਜਿਹੜਾ ਕੀ ਹੈ, ਮਨ, ਉਹ ਬਣਿਆ ਹੋਇਆ।
ਗੜਾਂ ਵਿੱਚੋਂ ਮਨੁੱਖਾ ਦੇਹ ਰੂਪੀ ਕਿਲਾ ਹੈ, ਉਹ ਪਰਮੇਸ਼ਰ ਦੀ ਪ੍ਰਾਪਤੀ ਦਾ ਮੰਦਰ ਆਖੀਦਾ ਹੈ। ਅੰਦਰ ਲਾਲ ਜਵੇਹਰੀ, ਜੋ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਲਾਲ ਪ੍ਰੇਮ ਪ੍ਰਮਾਤਮਾ ਦਾ, ਜਵੇਹਰੀ ਗਿਆਨ, ਗਿਆਨ ਰੂਪੀ ਜਵੇਹਰ ਆਦਿ ਸ਼ੁਭ ਗੁਣ ਜਿਹੜੇ ਹਨ, ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ ਦੱਸਿਆ ਹੈ। ਗੁਰਮੁਖ ਹਰ ਨਾਮ ਪੜ, ਇਹ ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਦੀ ਪੜ੍ਹਾਈ ਨੂੰ ਪੜ੍ਹ ਕੇ ਪ੍ਰਾਪਤ ਕੀਤੇ ਹਨ ਇਹ ਗੁਣ। ਇਹਨੂੰ ਪਾਈ ਪਾੜ ਪੋਲਾ ਨਹੀਂ ਬੋਲਣਾ, ਘੁੰਡੀ ਹੈ, ਪੜ੍ਹ ਕਹਿਣਾ ਇਸ ਨੂੰ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਦੱਸਦੇ ਆ ਅੱਗੇ, ਹਰ ਕਾ ਮੰਦਰ ਸਰੀਰ ਅਤ ਸੋਹਣਾ, ਉਹਨਾਂ ਦਾ ਹਰੀ ਦੀ ਪ੍ਰਾਪਤੀ ਦਾ ਇਹ ਮਨੁੱਖਾ ਸਰੀਰ ਰੂਪੀ ਮੰਦਰ ਅਤਿਅੰਤ ਸੋਹਣਾ ਸੋਭਨੀਕ ਹੈ। ਹਰ ਹਰ ਨਾਮ ਦਿੜ, ਜੰਗਿਆ ਸੁਸਤ ਨਾ ਹੋਵੇ, ਸਾਵਧਾਨ ਹੋ ਕੇ ਬੈਠ, ਦੁਆਰੇ ਬੋਲੋ ਜੀ। ਹਰ ਹਰ ਨਾਮ ਦਿੜ, ਜਿਨ੍ਹਾਂ ਦੇ ਸਾਰਿਆਂ ਨੂੰ ਹਰ ਹਰੇ ਭਰੇ ਕਰਨ ਵਾਲੇ, ਹਰ ਪਰਮੇਸ਼ਰ ਦੇ ਨਾਮ ਨੂੰ ਮਨ ਦੇ ਅੰਦਰ ਦ੍ਰਿੜ ਪ੍ਰਪੱਕ ਕੀਤਾ ਹੋਇਆ, ਵਸਾਇਆ ਹੋਇਆ ਹੈ। ਮਨਮੁਖ ਆਪ ਖੁਆਇਨ, ਮਨਮੁਖ ਮਨਮਤ ਨੂੰ ਧਾਰਨ ਕਰਨ ਵਾਲੇ ਪੁਰਖਾਂ ਨੇ ਆਪਣੇ ਆਪ ਨੂੰ ਵਾਹਿਗੁਰੂ ਦੇ ਸਰੂਪ ਵੱਲੋਂ ਖੁਆਇਆ ਨੂੰ ਭੁਲਾ ਲਿਆ ਹੈ। ਮਾਇਆ ਮੋਹ ਨਿਤ ਕੜ, ਕਿਉਂਕਿ ਉਹ ਨਿਤ ਨਿਤਾ ਪ੍ਰਤੀ ਮਾਇਆ ਦੇ ਮੋਹ ਵਿੱਚ ਕੜ ਝੂਰਦੇ ਰਹਿੰਦੇ ਹਨ। ਜੇ ਸਭਨਾ ਸਾਹਿਬ ਏਕ ਹੈ, ਸਾਰਿਆਂ ਦਾ ਸਾਹਿਬ ਮਾਲਕ ਇੱਕ ਅਕਾਲ ਪੁਰਖ ਹੀ ਹੈ, ਪਰ ਇਸ ਗੱਲ ਨੂੰ ਪੂਰਾ ਭਾਗ ਪਾਇਆ ਜਾਈ, ਪਰ ਪੂਰਿਆਂ ਭਾਗਾਂ ਕਰਕੇ, ਨਿਸ਼ਕਾਮ ਕਰਮਾਂ ਕਰਕੇ ਉਸ ਦੇ ਸਰੂਪ ਨੂੰ ਪਾਇਆ ਜਾਈ, ਪ੍ਰਾਪਤ ਕੀਤਾ ਜਾਂਦਾ ਹੈ। ਆਹੋ ਆਹੋ ਸੱਚੇ ਪਾਤਸ਼ਾਹ, ਹੇ ਸੱਚੇ ਪਾਤਸ਼ਾਹ ਤੂੰ ਵਾਹੋ ਚਰਜ ਹੈ, ਤੂੰ ਵਾਹੋ ਵਿਸਮਾਦ ਰੂਪ ਹੈ। ਇਸ ਕਰਕੇ ਹੇ ਵਾਹਿਗੁਰੂ ਤੂੰ ਸੱਚੀ ਨਾਈ, ਸੱਚੀ ਤੇਰੀ ਨਾਈ ਮਹਿਮਾ, ਤੇਰੀ ਆਵਾਜ਼ ਸੱਚੀ ਵਡਿਆਈ ਵਾਲਾ ਹੈ, ਸੱਚੀ ਨਾਈ ਮਹਿਮਾ ਵਾਲਾ, ਤੇ ਇਸ ਮਹਿਮਾ ਦੀ ਆਵਾਜ਼ ਵਾਲਾ ਹੈ ਮਹਾਰਾਜ। ਸ਼ਲੋਕ ਮਹੱਲਾ ਪਹਿਲਾ, ਤੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਹੈ ਜੀ ਇਹ। ਸਤਿਗੁਰੂ ਜਦੋਂ ਸਮੇਰ ਪਰਤੇ ਚਰਚਾ ਕਰਦੇ ਆ ਤੇ ਇਉਂ ਸਾਧ ਸੰਜੀ ਫਿਰ ਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਜਦੋਂ, ਕਿਉਂਕਿ ਸਿੱਧਾਂ ਦੇ ਨਾਲ ਜਦੋਂ ਸਮੇਰ ਪਰਤੇ ਚਰਚਾ ਹੋਈ ਤੇ ਉਸ ਭਾਵ ਨੂੰ ਲੈ ਕੇ ਮਹਾਰਾਜ ਸਾਹਿਬ ਨੂੰ ਕਿ ਸੱਚੇ ਪਾਤਸ਼ਾਹ ਕਿ ਸਤ ਸਰੂਪ ਪਰਮੇਸ਼ਰ ਦੀ ਪ੍ਰਾਪਤੀ, ਇਹ ਸਿੱਧਾਂ ਦਾ ਸਵਾਲ ਸੀ ਅਸਲ ਦੇ ਵਿੱਚ। ਦੁਖੀ ਰਹਿਣ ਦੇ ਨਾਲ, ਜੇ ਤਪੱਸਿਆ ਕਰਨ ਵੇਲੇ ਦੁਖੀ ਹੋ ਰਹਿਣਾ ਪੈਂਦਾ ਹੈ, ਜਲ ਧਾਰੇ ਕਰਨੇ, ਧੂਣੀਆਂ ਤਾਪਣੀਆਂ, ਕਿ ਇਹਦੇ ਨਾਲ ਪ੍ਰਾਪਤੀ ਹੁੰਦੀ ਹੈ ਜਾਂ ਸੁਖਿਆਰੇ ਰਹਿਣ ਦੇ ਨਾਲ ਹੁੰਦੀ ਹੈ, ਜਾਂ ਪਾਣੀ ਜਲ ਧਾਰੇ ਕਰਨ ਦੇ ਨਾਲ ਹੁੰਦੀ ਹੈ, ਜਾਂ ਧੂਣੀਆਂ ਤਾਪਣ ਨਾਲ ਹੁੰਦੀ ਹੈ। ਤੇ ਮਹਾਰਾਜ ਸਾਹਿਬ ਨੇ ਇਹ ਸ਼ਲੋਕ ਦੇ ਵਿੱਚ ਉਹ ਭਾਵ ਨੂੰ ਲੈ ਕੇ ਉੱਤਰ ਦਿੱਤਾ ਸੀ ਜਿਹੜਾ ਸਿੱਧਾਂ ਨੂੰ ਸਿੱਖਾਂ ਨੂੰ ਦੱਸ ਰਹੇ ਨੇ। ਨਾ ਸਤ ਦੁਖੀਆ ਨਾ ਸਤ ਸੁਖੀਆ, ਦੁਖੀ ਰਹਿਣ ਕਰਕੇ ਵੀ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ, ਸੁਖੀਆ ਸੁਖਿਆਰੇ ਰਹਿਣ ਨਾਲ ਵੀ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਤੇ ਫਿਰ ਨਾਲ ਅੱਗੇ ਦੱਸਦੇ ਨੇ, ਨਾ ਸਤ ਪਾਣੀ ਜੰਤ ਫਿਰਹਿ, ਤੇ ਪਾਣੀ ਜਲ ਦੇ ਜੰਤ ਜੀਵਾਂ ਸਮਾਨ ਪਾਣੀ 'ਚ ਫਿਰਨ ਕਰਕੇ ਜਾਂ ਜਲ ਧਾਰੇ ਪਾਣੀ 'ਚ ਖੜਨ ਕਰਕੇ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। 10,000 ਬਰਾ ਪਾਣੀ 'ਚ ਖੜ ਕੇ ਤਪ ਕਰਦਾ ਰਿਹਾ ਸੀ ਵਿਸ਼ਵਾਮਿੱਤਰ, ਤੇ ਉਹ ਛਿਣ ਦੇ ਵਿੱਚ ਸਾਰੀ ਤਪੱਸਿਆ ਛੀਨ ਕਰ ਦਿੱਤੀ ਸੀ ਉਰਵਸ਼ੀ ਨੇ। ਇਉਂ ਮੱਛੀਆਂ ਆਦਿ ਵੀ ਤਾਂ ਜੰਤ ਪਾਣੀ ਦੇ ਵਿੱਚ ਹੀ ਰਹਿੰਦੇ ਆ, ਜੇ ਉਹਦੇ ਨਾਲੇ ਮਿਲ ਜਵੇ ਉਹਨਾਂ ਨੂੰ ਨਾ ਮਿਲ ਜਵੇ। ਜਲ ਕੇ ਮੱਜਨ ਜੇਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਹੋਏ ਨਰ, ਫਿਰ ਜੂਨੀ ਆਵੇ। ਉਹਨਾਂ ਨੂੰ ਵੀ ਸੱਚ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਜਲ ਧਾਰੇ ਆਦਿ ਕਰਨ ਕਰਕੇ ਵੀ ਪ੍ਰਵੇਸ਼ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਪ੍ਰਸ਼ਨ ਕੀਤਾ ਫਿਰ, ਹੇ ਤਪਾ ਜੀ, ਵੀ ਸਾਡੇ ਵਿੱਚ ਕੁਝ ਉਹ ਨੇ ਜਿਹੜੇ ਸੰਨਿਆਸੀ ਸਿਰ ਮੂੰਹ ਮਨਾ ਕੇ ਜੋਗੀ ਐਨ ਚਟਮ ਚਟ ਕਰ ਦਿੰਦੇ ਆ ਵੀ ਪੂਰਾ ਸਿਰ ਦੇ ਉੱਤੇ ਕੋਈ ਬਾਲ ਨਹੀਂ ਰਹਿਣ ਦਿੰਦੇ। ਸਿਰ ਮੂੰਹ ਮਨਾਉਣ ਦੇ ਨਾਲ, ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਦੇ ਨਾਲ, ਦੇਸ਼ ਦਸਾਂਤਰਾਂ 'ਚ ਫਿਰਨ ਕਰਕੇ ਕੀ ਉਹਦੀ ਪ੍ਰਾਪਤੀ ਹੋ ਸਕਦੀ ਹੈ? ਸਵਾਲ ਤਾਂ ਬੱਚਿਆਂ ਵਾਲਾ ਹੈ, ਕੋਈ ਬਹੁਤੇ ਸਿਆਣਪ ਵਾਲਾ ਤਾਂ ਹੈ ਨਹੀਂ ਹੈ। ਉਸ ਵੇਲੇ ਅੱਗੇ ਉੱਤਰ ਦਿੰਦੇ ਨੇ, ਨਾ ਸਤ ਮੂੰਡ ਮੁਡਾਈ ਕੇਸੀ, ਤੇ ਮੂੰਡ ਸਿਰ ਦੇ, ਦਾੜੀ ਕੇਸ ਹੋ ਗਏ ਨਾ ਕੇਸੀ, ਤੇ ਮੂੰਹ ਦੇ ਜਿਹੜੇ ਬਾਲ ਨੇ ਉਹ ਦਾੜੀ ਹੋ ਗਈ, ਸਿਰ ਦੇ ਕੇਸ ਹੋ ਗਏ। ਇਹਨਾਂ ਨੂੰ ਮਨਾਉਣ ਦੇ ਨਾਲ ਵੀ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਤੇ ਭਾਵੇਂ ਜਿਹੜੇ ਉਹ ਛੇ ਸ਼ਾਸਤਰ ਆਦਿ ਵੀ ਜਿਹੜੇ ਪੜ੍ਹਨ ਵਾਲੇ ਐ, ਅੱਗੇ ਉਹਨਾਂ ਦੀ ਗੱਲ ਕਰਦੇ ਨੇ, ਨਾ ਸਤ ਪੜਿਆ ਦੀਸ ਫਿਰਹਿ, ਨਾ ਹੀ ਚਾਰੇ ਵੇਦ ਪੜ੍ਹਨ ਵਾਲੇ
ਸ਼ਾਮ ਵੇਦ ਰਿਗਵੇਦ ਜੁਜਰ ਵੇਦ ਅਥਰਵਣ ਵੇਦ। 6 ਸ਼ਾਸਤਰ ਹੈ ਸਾਂਖ ਨਿਆਏ ਵਿਸੇਖ ਪੂਰਮਾਸਾ ਪਤੰਜਲ ਵਿਦਾਂਤ। 27 ਸਿਮਰਤੀਆਂ ਆਦਿ ਗ੍ਰੰਥਾਂ ਨੂੰ ਪੜ੍ਹਨ ਕਰਕੇ, ਇਹਨੂੰ ਪੜਿਆ ਨਹੀਂ ਕਰਨਾ ਭਾਈ, ਪੜਿਆ ਕਰਨਾ ਹੈ। ਪੜ੍ਹਨ ਕਰਕੇ ਦੇਸ਼ ਦਸਾਂਤਰਾਂ ਦੇ ਵਿੱਚ ਫਿਰਨ ਕਰਕੇ ਵੀ, ਦੇਸ਼ ਦਸਾਂਤਰਾਂ ਦੇ ਵਿੱਚ ਪੜ੍ਹਦੇ ਫਿਰਨੇ ਕਰਕੇ ਵੀ ਸਤ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਨਾ ਕਿ ਨਹੀਂ ਹੁੰਦੀ ਹੈ। ਨਾ ਸਤ ਰੁੱਖੀ ਬਿਰਖੀ ਪੱਥਰ, ਨਾ ਹੀ ਸਤ ਸੱਚ ਸਰੂਪ ਦੀ ਜਿਹੜੀ ਉਹ ਸਾਸ ਜੀ ਬਰਕਤ ਬਣ ਕੇ ਜੰਗਲਾਂ ਵੀ ਬੀਜੇ ਤੋਂ ਬਗੈਰ ਜਿਹੜੇ ਉੱਗੇ ਹੋਏ ਰੁੱਖਾਂ ਦੇ ਬਾਗਾਂ ਵਿੱਚ ਫਲਦਾਰ ਲਾਏ ਹੋਏ ਜਿਹੜੇ, ਤੇ ਜੇ ਰੁੱਖ ਹੋ ਗਏ, ਇੱਕ ਰੁੱਖਾਂ ਦੇ ਨਾਲ ਬਿਰਖ ਹੋ ਗਏ। ਬਿਰਸ਼ ਉਹ ਹੁੰਦੇ ਜਿਹੜੇ ਫਲਦਾਰ ਜਾਂ ਬਾਗਾਂ 'ਚ ਲੱਗੇ ਹੁੰਦੇ ਨੇ। ਬਿਰਖੀ ਬਿਰਸ਼ਾਂ ਦੇ ਥੱਲੇ ਰਹਿਣ ਕਰਕੇ ਵੀ ਰੁੱਖਾਂ ਬਿਰਖਾਂ ਦੇ ਫਲ ਖਾਣ ਨਾਲ, ਪੱਥਰਾਂ ਵੱਤ ਗਰਮੀ ਸਰਦੀ ਸਹਾਰਨ ਜਾਂ ਪਰਬਤਾਂ ਦੇ ਉੱਤੇ ਰਹਿਣ ਦੇ ਨਾਲ, ਤੇ ਉਹ ਜਿਹੜਾ ਨਾ ਜਾਂ ਫਿਰ ਆਪਣੇ ਆਪ ਨੂੰ ਆਪ ਤਸ਼ਾਵਹਿ ਹੈ ਦੁੱਖ ਸਹਿ, ਆਪਣੇ ਆਪ ਨੂੰ ਤਸ਼ਾਵਹਿ ਛਲਾਉਣ ਦੇ ਭਾਵ ਜਿਵੇਂ ਕੰਸੀ ਕਲਵੱਤਰ ਲੈਣਾ ਇਤਿਆਦਿਕ ਦੁੱਖਾਂ ਨੂੰ ਸਹਾਰਦੇ ਹੈ। ਸੱਚ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਕਿ ਜਿਵੇਂ ਪੱਥਰ ਜਿਹੜਾ ਹੈ ਉਹਨੂੰ ਤਰਾਸ਼ ਕੇ ਜਿਹੜਾ ਨਾ ਛਿੱਲ ਕੇ ਉਹਦੀ ਮੂਰਤੀ ਬਣਾਉਂਦੇ ਆ, ਜਿਹੜੀ ਇਉਂ ਦੁੱਖ ਸਹਾਰ ਕੇ ਵੀ ਕੋਈ, ਜਾਂ ਕੰਸੀ ਦੇ ਵਿੱਚ ਆਰੇ ਦਾ ਉਹ ਲੈ ਲੈਣੀ ਵੀ ਸ਼ਿਵ ਜੀ ਮੁਕਤ ਦਿੰਦਾ ਹੈ ਜੀ, ਜਿਹੜਾ ਤਾਰਕਾ ਮੰਤਰ ਕੰਨ ਚ ਸੁਣਾਉਂਦਾ ਜੇ ਕੋਈ ਆਰੇ ਹੇਠ ਆ ਕੇ, ਮੇਰੇ ਬ੍ਰਾਹਮਣਾਂ ਦਾ ਪਖੰਡ ਬਣਾਇਆ ਹੋਇਆ ਸੀ। ਨਾ ਸਤ ਰੁੱਖੀ ਬਿਰਖੀ ਪੱਥਰ, ਆਪ ਤਸ਼ਾਵੈ ਦੁੱਖ ਸਹਿ ਹੈ। ਜੜ ਪੁਰਖਾ ਮੰਗ, ਜੜ ਮਾਇਆ ਦੇ ਫਲਦਾਰ ਬਿਰਸ਼ਾ ਮੰਗ, ਚੇਤਨ ਮਾਇਆ ਦੇ ਨਾਲ। ਜੜ ਰੁੱਖਾਂ ਮੰਗ ਤਾਂ ਜੜ ਮਾਇਆ ਹੋ ਗਈ, ਫਲਦਾਰ ਬਿਰਸ਼ਾਂ ਦੀ ਨਾਲ ਚੇਤਨ ਮਾਇਆ ਹੋ ਗਈ। ਇਹਦੇ ਨਾਲ ਮਿਲਣੇ ਕਰਕੇ ਵੀ ਬਿਰਤੀ ਨੂੰ ਰੁੱਖੀ ਰੱਖਣ ਕਰਕੇ ਰੁੱਖਾ ਹੀ ਬੋਲਣਾ ਜਿਹਨੂੰ ਮਿਲਣਾ। ਬਿਰਸ਼ਾ ਵਾਂਗੂ ਲੋਕਾਂ ਤਾਈਂ ਬਰ ਦੇਣੇ, ਸ਼ਰਾਪ ਦੇਣੇ। ਪੱਥਰ ਦੇ ਸਿਲਾ ਉੱਤੇ ਬੈਠਣ ਦੀ ਨਿਆਈ ਸੱਚ ਸਰੂਪ ਦੀ ਪ੍ਰਾਪਤੀ ਇਸ ਤਰ੍ਹਾਂ ਨਹੀਂ ਹੁੰਦੀ ਹੈ। ਪੱਥਰ ਦੀ ਸਿਲਾ ਉੱਤੇ ਬਹੁਤ ਸਾਰੇ ਸਮੇਂ ਤੱਕ ਵੀ ਪੱਥਰ ਦੀ ਸਿਲਾ ਤੇ ਬੈਠਣਾ, ਇਹਦੇ ਨਾਲ ਵੀ ਉਹਦੀ ਪ੍ਰਾਪਤੀ ਨਹੀਂ ਹੁੰਦੀ। ਜਿਵੇਂ ਪੱਥਰ ਨੂੰ ਤਰਾਸ਼ ਕੇ ਮੂਰਤਾਂ ਘੜੀ ਦੀਆਂ ਸਰੀਰ ਦੇ ਅੰਗਾਂ ਨੂੰ ਪੱਥਰਾਂ ਵਾਂਗੂ ਤਰਾਸ਼ ਕੇ ਦੁੱਖਾਂ ਨੂੰ ਸਹਾਰ ਕੇ ਵੀ ਸੱਚ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਨਾ ਸਤ ਹਸਤੀ ਬੱਧੇ ਸੰਗਲ, ਹਾਥੀ ਵਾਂਗੂ ਸੰਗਲ ਜੀ ਰੀਨਾ ਨਾਲ ਸਰੀਰ ਬੰਨੇ ਹੋਏ ਕਰਕੇ ਵੀ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਲੱਕਾਂ ਨੂੰ ਸੰਗਲ ਬੰਨੇ ਹੋਏ ਨੇ, ਕਹਿੰਦੇ ਜੇ ਸੰਗਲ ਬੰਨਣ ਦੇ ਨਾਲ ਹੀ ਪ੍ਰਮਾਤਮਾ ਮਿਲ ਜਾੜੇ। ਇਹਦਾ ਲੱਕ ਨੂੰ ਬੰਨੇ ਹੋਇਆ ਤਾਂ ਵੀ ਹਾਥੀ ਤੇ ਸੰਗਲਾਂ ਨਾਲ ਹੀ ਬੰਨੇ ਹੁੰਦੇ ਆ, ਉਹਨਾਂ ਨੂੰ ਤਾਂ ਰੱਬ ਕਦੇ ਮਿਲਿਆ ਨਹੀਂ। ਤੇ ਰਿਖੀ ਬਣ ਕੇ ਵੀ, ਜਾਂ ਫਿਰ ਨਾ ਸਤ ਹਸਤੀ ਬੱਧੇ ਸੰਗਲ, ਤੇ ਜਾਂ ਫਿਰ ਇਹ ਹੈ ਵੀ ਰਾਜਿਆਂ ਮਹਾਰਾਜਾ ਵਾਂਗੂ ਬਹੁਤ ਸਾਰਿਆਂ ਦਾ ਖਿਆਲ ਹੁੰਦਾ ਵਿਭੂਤੀ ਬਣਾ ਕੇ ਹਾਥੀ ਘੋੜੇ ਰੱਖਣੇ, ਲੋਕਾਂ 'ਚ ਪ੍ਰਭਾਵ ਜਾਵੇ, ਦਰਾਂ ਦੇ ਉੱਤੇ ਹਾਥੀ ਬੰਨ ਲਏ, ਤਾਂ ਵੀ ਰੱਬ ਨਹੀਂ ਇਸ ਤਰ੍ਹਾਂ ਮਿਲਦਾ। ਰੱਬ ਦੇ ਮਿਲਣ ਦਾ ਰਸਤਾ ਨਹੀਂ ਹੈ। ਨਾ ਸਤ ਗਾਈ ਘਾਹੋ ਚਰਹਿ, ਤੇ ਨਾ ਹੀ ਰਿਖੀ ਬਣ ਕੇ ਗਾਈ ਗਾਵਾਂ ਨੂੰ ਘਾਹ ਚਰਾਵੇ ਚਰਾਉਣ ਦੇ ਕਈ ਰਿਖੀਆਂ ਦਾ ਖਿਆਲ ਹੁੰਦਾ, ਡੰਡਾ ਚੱਕ ਕੇ ਨਹੀਂ ਗਾਂ ਨੂੰ ਡਰਾਉਣਾ, ਤੇ ਉਹ ਫਿਰ ਕੱਪੜੇ ਦੇ ਨਾਲੇ ਗਾਵਾਂ ਨੂੰ ਮੋੜਦੇ ਰਹਿੰਦੇ। ਇਸ ਤਰ੍ਹਾਂ ਦੇ ਵੀ ਕਹਿੰਦੇ ਇਹਦੇ ਨਾਲ ਵੀ ਸੱਚ ਸਰੂਪ ਦੀ ਪ੍ਰਾਪਤੀ ਥੋੜੀ ਹੁੰਦੀ ਹੈ। ਨਾ ਸਤ ਗਾਈ ਘਾਹੋ ਚਰਹਿ, ਗਾਵਾਂ ਵਾਂਗ ਘਾਹ ਫੂਸ ਚਰਨੇ ਕਰਕੇ, ਭਾਵ ਘਾਹ ਫੂਸ ਫਲ ਫੁੱਲ ਖਾਣੇ ਕਰਕੇ ਵੀ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜਿਸ ਹੱਥ ਸਿੱਧੋ ਦੀਵੈ ਜੇ ਸੋਈ, ਜਿਸ ਪਰਮੇਸ਼ਰ ਜਾਂ ਗੁਰਾਂ ਦੇ ਹੱਥ ਵਿੱਚ ਰਿੱਧ ਸਿੱਧੀ ਸਿੱਧ ਮੁਕਤੀ ਹੈ, ਜੇਕਰ ਸੋਈ ਉਹ ਪਰਮੇਸ਼ਰ ਕਿਰਪਾ ਕਰੇ, ਗੁਰੂ ਕਿਰਪਾ ਕਰੇ, ਉਹ ਗੁਰਾਂ ਦੁਆਰਾ ਬਖਸ਼ ਦੇਵੇ, ਦੇਣਾ ਕਰੇ। ਜਿਸ ਹੱਥ ਸਿੱਧ ਦੇਵੈ ਜੇ ਸੋਈ, ਜੇ ਉਹ ਦੇਣਾ ਕਰੇ ਤਾਂ ਫਿਰ ਜਿਸ ਨੂੰ ਦੇ ਤਿਸ ਆਏ ਮਿਲੈ। ਜੇ ਉਹ ਦੇਣਾ ਕਰਨ ਗੁਰੂ ਸਾਹਿਬ, ਗੁਰੂ ਕਿਰਪਾ ਕਰੇ, ਪਰਮੇਸ਼ਰ ਕਿਰਪਾ ਕਰੇ, ਜਿਸ ਨੂੰ ਸਤਿਗੁਰੂ ਦੁਆਰਾ ਬਖਸ਼ ਕਰ ਦੇਣ, ਉਹਨੂੰ ਰਿੱਧੀ ਸਿੱਧੀ ਮੁਕਤੀ ਆ ਕੇ ਮਿਲ ਜਾਂਦੀ ਹੈ। ਨਾਨਕ ਤਾ ਕੋ ਮਿਲੈ ਵਡਾਈ, ਸਤਿਗੁਰੂ ਜੀ ਕਥਨ ਕਰਦੇ ਉਸ ਪੁਰਖ ਨੂੰ ਪਰਮੇਸ਼ਰ ਦੀ ਪ੍ਰਾਪਤੀ ਰੂਪ ਵਡਿਆਈ ਜਸ ਮਿਲਦਾ ਹੈ। ਜਿਸ ਘਟ ਭੀਤਰ ਸ਼ਬਦ ਰਵੈ, ਜਿਹਦੇ ਘਟ ਹਿਰਦੇ ਦੇ ਭੀਤਰ ਵਿੱਚ ਹਰ ਵਕਤ ਗੁਰ ਸ਼ਬਦ ਉਪਦੇਸ਼ ਦੁਆਰਾ ਸੱਚੇ ਨਾਮ ਦਾ ਰਵੈ ਉਚਾਰਨ ਹੁੰਦਾ ਹੈ। ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦੀ ਧੁਨ ਉੱਠਦੀ ਰਹਿੰਦੀ ਹੈ।
ਸ਼ਬਦ ਬ੍ਰਹਮ ਦਾ ਉਚਾਰਨ ਹੁੰਦਾ ਹੈ। ਸਭ ਘਟ ਮੇਰੇ ਹਉ ਸਭਨਾ ਅੰਦਰ। ਇਹ ਪਰਮੇਸ਼ਵਰੋਂ ਅਕਾਲ ਕੋ ਬਾਣੀ ਜਿਹੜੀ ਹੈ ਨਾ, ਚਾਰੇ ਖਾਣੀਆਂ ਦੇ ਜੀਵ ਜਿਹੜੇ ਨੇ, ਸਭ ਘਟ ਮੇਰੇ ਹਉ ਸਭਨਾ ਅੰਦਰ। ਸਭ ਸਾਰੇ ਘਟ ਜਿਹੜੇ ਸਰੀਰ ਹੈ, ਚਾਰੇ ਖਾਣੀਆਂ, ਉਹ ਮੇਰੇ ਹੀ ਰਚੇ ਹੋਏ ਹੈ, ਤੇ ਹਉ ਮੈਂ ਹੀ ਸਭਨਾ ਸਾਰਿਆਂ ਦੇ ਅੰਦਰ ਹਿਰਦੇ ਵਿੱਚ ਵਿਆਪਕ ਹਾਂ। ਜਿਸ ਹੈ ਖੁਆਈ ਤਿਸ ਕੌਣ ਕਹੈ। ਤੇ ਜਿਸ ਦੀ ਬਿਰਤੀ ਤ੍ਰਿਸ਼ਨਾ ਹਉਮੈ ਕਰਕੇ ਆਪਣੇ ਵੱਲੋਂ ਖੁਆਈ ਭੁਲਾਈ ਹੋਈ ਹੈ, ਉਸ ਨੂੰ ਕੌਣ ਚੰਗੀ ਸਿੱਖਿਆ ਕਹਿ ਕਥਨ ਕਰਕੇ ਸਮਝਾ ਸਕਦਾ ਹੈ। ਭਾਵ ਕੋਈ ਨਹੀਂ, ਪੱਥਰ ਹੈ, ਉਹ ਤਾਂ ਪੱਥਰ ਦੇ ਪਾਣੀ ਡੋਲੋ, ਉੱਪਰ ਤੇ ਗਿੱਲਾ ਦਿਸੂਗਾ ਪਰ ਵਿੱਚ ਨਹੀਂ ਰਚਦਾ। ਇਸ ਤਰ੍ਹਾਂ ਦੇ ਮੂਰਖ ਬੰਦਿਆਂ ਨੂੰ ਜਿੰਨਾ ਮਰਜ਼ੀ ਸਿੱਖਿਆ ਨਹੀਂ, ਉਹਦੇ ਤੇ ਅਸਰ ਨਹੀਂ ਹੁੰਦਾ। ਤੇ ਜਿਹਦੇ ਤੇ ਅਸਰ ਨਹੀਂ ਹੁੰਦਾ ਉਹ ਪੱਥਰ ਬਿਰਤੀ ਹੈ, ਉਹਦਾ ਬਣਦਾ ਵੀ ਕੁਝ ਨਹੀਂ। ਪੱਥਰ ਦਾ ਕੀ ਬਣਨਾ? ਤੇ ਇਹ ਪੱਥਰ ਦੁੱਖ ਤਾਂ ਦੇ ਸਕਦਾ ਕਿਸੇ ਨੂੰ, ਸੁੱਖ ਨਹੀਂ ਦਿੰਦਾ ਕਿਸੇ ਨੂੰ, ਨਾ ਉਹਦੇ ਤੇ ਕੋਈ ਚੀਜ਼ ਜੰਮਦੀ ਹੈ। ਉਹ ਪੱਥਰਵਤ ਬਿਰਤੀ ਹੋ ਜਾਂਦੀ ਹੈ। ਜਿਹੜੇ ਵਿਦਿਆਰਥੀ ਜਾਂ ਫਿਰ ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦਾ ਆਖਾ ਨਾ ਮੰਨਣ, ਵਿਦਿਆਰਥੀ ਆਪਣੇ ਉਸਤਾਦਾਂ ਦਾ ਨਾ ਮੰਨਣ, ਉਹ ਪੱਥਰਵਤ ਹੋ ਜਾਂਦੇ। ਤੇ ਇਸ ਪ੍ਰਕਾਰ ਫਿਰ ਆਪਣੇ ਆਪ ਨੂੰ ਇਹ ਮੰਨਣਾ ਤੇ ਪਰਮੇਸ਼ਰ ਵੱਲੋਂ ਜਿਹੜੀ ਅਕਾਲ ਕੋ ਬਾਣੀ ਹੈ ਕਿ ਚਾਰੇ ਖਾਣੀਆਂ ਦੇ ਜੀਵ ਸਭ ਸਾਰ ਘਟ ਸਰੀਰਾਂ ਦੇ ਅੰਦਰ, ਤੇ ਉਹ ਸਾਰੇ ਜਿਹੜੇ ਨੇ ਉਹ ਮੇਰੀ ਰਚੇ ਹੋਏ ਨੇ। ਅਕਾਲ ਕੋ ਬਾਣੀ ਚਾਹੇ ਪਰਮੇਸ਼ਰ ਦੇ ਰਚੇ ਹੋਏ ਨੇ, ਪਰ ਜੀਵ ਕਹਿੰਦਾ ਵੀ ਮੇਰੇ ਤੋਂ ਬਿਨਾਂ ਹੋ ਕੁਝ ਨਹੀਂ ਸਕਦਾ, ਮੈਂ ਹੀ ਕਰਨ ਵਾਲਾ। ਇਸ ਪ੍ਰਕਾਰ ਉਹ ਪੱਥਰਵਤ ਬਿਰਤੀ ਵਾਲੇ ਜਿਹੜੇ ਨੇ ਪ੍ਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦੇ। ਜਿਸ ਹੈ ਦਿਖਾਲਾ ਆਟੜੀ। ਤੇ ਜਿਨ੍ਹਾਂ ਨੂੰ ਹਿਰਦੇ ਦੇ ਅੰਦਰ ਨਿਮਰਤਾ ਵੇਖ ਕੇ ਭਗਤੀ ਰੂਪ ਸ੍ਰੇਸ਼ਟ ਬਾਟੜੀ ਰਸਤਾ ਵਿਖਾ ਦਿੰਦਾ ਹੈ ਪ੍ਰਮਾਤਮਾ। ਤਿਸ ਹੈ ਭੁਲਾਵੈ ਕੌਣ। ਉਹਨੂੰ ਦੁਨੀਆ ਦੇ ਕੌਣ ਹੈ ਜਿਹੜਾ ਉਸ ਮਾਰਗ ਤੋਂ, ਪ੍ਰੇਮਾ ਭਗਤੀ ਤੋਂ, ਗਿਆਨ ਸਹਿਤ ਭਗਤੀ ਮਾਰਗ ਤੋਂ ਭੁਲਾ ਦੇਵੇ? ਕੋਈ ਨਹੀਂ ਭੁਲਾ ਸਕਦਾ। ਜਿਸ ਹੈ ਭੁਲਾਈ ਪੰਧ ਸਿਰ। ਜਿਸ ਨੂੰ ਬੈਕੁੰਠ ਜਾਂ ਮੁਕਤੀ ਰੂਪ ਪੰਧ ਮਾਰਗ ਤੇ ਸਿਰੇ ਪਹੁੰਚਦੇ ਹੋਏ ਨੂੰ ਹੰਕਾਰੀ ਜਾਣ ਕੇ ਬੈਕੁੰਠ ਮੁਕਤ ਰੂਪੀ ਮਾਰਗ ਭੁਲਾ ਦੇਣਾ ਕਰਾਂ, ਤੇ ਉਸ ਨੂੰ ਫਿਰ ਜਿਸ ਹੈ ਦਿਖਾਵੇ ਕੌਣ। ਉਹਨੂੰ ਫਿਰ ਕੌਣ ਹੈ ਜਿਹੜਾ ਤੇ ਉਹ ਦੁਆਰਾ ਐਸਾ ਮਾਰਗ ਦਿਖਾ ਸਕਦਾ ਹੈ? ਕੌਣ ਹੈ ਜਿਹੜਾ ਉਹਨਾਂ ਨੂੰ ਐਸਾ ਮਾਰਗ ਦਿਖਾ ਸਕਦਾ? ਦਿਖਾਈ ਦਾ ਭਾਵ ਕੋਈ ਵੀ ਨਹੀਂ ਦਿਖਾ ਸਕਦਾ। ਜਿਸ ਭੁਲਾਏ ਪੰਧ ਸਿਰ, ਜਿਹਨੂੰ ਬੈਕੁੰਠ ਵਾਲੇ ਰਸਤੇ ਤੋਂ, ਮੁਕਤੀ ਰੂਪੀ ਪੰਧ ਮਾਰਗ ਤੋਂ ਸਿਰੇ ਪਹੁੰਚਦੇ ਨੂੰ ਹੰਕਾਰੀ ਜਾਣ ਕੇ ਬੈਕੁੰਠ ਮੁਕਤੀ ਰੂਪੀ ਮਾਰਗ ਤੋਂ ਭੁਲਾ ਹੀ ਦਿੱਤਾ, ਜਿਹਨੂੰ ਪਰਮਾਤਮਾ ਨੇ ਵੀ ਹੰਕਾਰੀ ਹੈ, ਇਹ ਨਹੀਂ ਮੇਰੇ ਤੱਕ ਆਉਣਾ ਚਾਹੀਦਾ। ਕੌਣ ਭੁਲਾ? ਉਹਨੂੰ ਫਿਰ ਉਹਨੂੰ ਦਿਖਾ ਬਾਟੜੀ ਕੌਣ ਰਸਤਾ ਦਿਖਾ ਸਕਦਾ ਹੈ ਭਗਤੀ ਗਿਆਨ ਦਾ? ਪ੍ਰਸ਼ਨ ਕੀਤਾ ਫਿਰ ਸਤਿਗੁਰੂ ਦੇ ਪਾਸੋਂ। ਤੇ ਈਸ਼ਰ ਨਾਮੇ ਜਿਹੜਾ ਸਿੱਧ ਸੀ ਨਾ, ਈਸ਼ਰ ਦਾਸ, ਇਹ ਫਿਰ ਗ੍ਰਸਤੀ ਦੇ ਲੱਛਣ ਪੁੱਛੇ ਸੀ ਉਸਨੇ। ਅਸਲੀ ਗ੍ਰਸਤੀ ਕੌਣ ਹੈ ਜੀ? ਇਹ ਸਿੱਧਾਂ ਦਾ ਪ੍ਰਸ਼ਨ ਹੈ। ਜਦੋਂ ਮਹਾਰਾਜ ਸਵੇਰ ਪਰਬਤ ਤੇ ਜਾਂ ਅਚਲ ਬਟਾਲੇ ਸਾਹਿਬ ਗਏ ਸੀ, ਉਸ ਵੇਲੇ ਉਹਨੂੰ ਮਹਾਰਾਜ ਸਾਹਿਬ ਦੀ ਸੁਣਾ ਰਹੇ ਆ। ਕਹਿੰਦੇ ਪ੍ਰਸ਼ਨ ਕੀਤਾ ਈਸ਼ਰ ਦਾਸ ਨੇ, ਮਹਾਰਾਜ ਨੇ ਉੱਤਰ ਦਿੱਤਾ। ਮਹੱਲਾ ਪਹਿਲਾ। ਮਹੱਲੇ ਪਹਿਲੇ ਦੇ ਵਿੱਚ, ਮਹੱਲਾ ਪਹਿਲੇ ਤੋਂ ਭਾਵ ਹੈ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਗ੍ਰਸਤੀ ਦੇ ਲੱਛਣ ਦੱਸਦੇ ਨੇ। ਸੋ ਗਿਰਹੀ ਜੋ ਨਿਗ੍ਰਹ ਕਰੈ। ਇਹ ਭਾਈ ਉਹ ਅਸਲੀ ਗ੍ਰਸਤੀ ਹੈ ਜਿਹੜਾ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਜਾਣ ਤੋਂ ਨਿਗ੍ਰਹ ਰੋਕਣਾ ਕਰੇ ਕਰਦਾ ਹੈ। ਇੰਦਰੀਆਂ ਦਾ ਦਮਨ ਕਰਦਾ ਹੈ, ਭਾਵ ਪਰਾਏ ਘਰਾਂ ਵੱਲ ਤੱਕਣਾ ਨਹੀਂ ਕਰਦਾ ਹੈ। ਜਪ ਤਪ ਸੰਜਮ ਭੀਖਿਆ ਕਰੈ। ਗ੍ਰਸਤੀ ਇੱਕ ਜੋਗੀ ਦੀ ਨਿਆਈ ਹੈ। ਜਿਵੇਂ ਜੋਗੀ ਭਿਖਿਆ ਕਰਦੇ, ਕਹਿੰਦੇ ਜਿਹੜਾ ਗੁਰਾਂ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਕਰਦਾ ਹੈ ਤੇ ਗੁਰਾਂ ਦੀ ਸੇਵਾ ਰੂਪੀ ਤਪ ਕਰਦਾ ਹੈ। ਸੰਜਮ ਇੰਦਰੀਆਂ ਨੂੰ ਬੁਰੇ ਪਾਸੇ ਤੋਂ ਰੋਕ ਕੇ ਰੱਖਦਾ ਹੈ। ਗੁਰਾਂ ਪਾਸੋਂ ਪਰਮੇਸ਼ਰ ਦੇ ਨਾਮ ਦੀ ਭੀਖਿਆ ਖੈਰ ਮੰਗਣਾ ਕਰਦਾ ਹੈ ਕਿ ਸਤਿਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ, ਤੇ ਇਉਂ ਜਾਚਨਾ ਕਰਦਾ ਰਹਿੰਦਾ ਹੈ। ਪੁੰਨ ਦਾਨ ਕਾ ਕਰੇ ਸਰੀਰ। ਪੁੰਨ ਦਾਨ ਦਾ ਜਿਹੜਾ ਸਰੀਰ ਕਰੇ, ਭਾਵ ਜਦੋਂ ਲੋੜ ਪਵੇ ਤਾਂ ਆਪਣੇ ਸਰੀਰ ਤੱਕ ਵੀ ਪੁੰਨ ਦਾਨ ਕਰ ਦੇਵੇ। ਜਿਵੇਂ ਹਰੀਚੰਦ ਰਾਜੇ ਨੇ ਆਪਣਾ ਸਰੀਰ ਉਹ ਵਿਸ਼ਵਾਮਿੱਤਰ ਦੇ ਤਾਂ ਹੀ ਦਾਨ ਕਰ ਦਿੱਤਾ ਸੀ। ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਸਰੀਰ ਦਾ, ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ ਹੈ। ਪੁੰਨ ਦਾਨ ਕਾ ਕਰੇ ਸਰੀਰ। ਤੇ ਇਸ ਪ੍ਰਕਾਰ ਤੇ ਪੁੰਨ ਤੇ ਦਾਨ ਦਾ ਥੋੜਾ ਜਿਹਾ ਅੰਤਰ ਹੈ। ਪੁੰਨ ਹੁੰਦਾ ਜਿਹੜਾ ਸਾਧ ਸੰਗਤ ਜੀ ਪੁਰਬਾਂ ਦੇ ਸਮੇਂ ਹੋਵੇ, ਦਾਨ ਜਿਹੜਾ ਹਮੇਸ਼ਾ ਕੀਤਾ ਜਾਏ।
ਤੇ ਉਹ ਜਿਹੜਾ ਗ੍ਰਸਤੀ ਹੈ ਸੋ ਗਿਰਹੀ ਗੰਗਾ ਕਾ ਨੀਰ। ਉਹ ਗ੍ਰਸਤੀ ਨੂੰ ਗੰਗਾ ਦਾ ਨੀਰ ਪਾਣੀ ਭਾਵ ਚੰਗਾ ਇਹ ਸਮਝ ਲਓ, ਭਾਵ ਕਿ ਗੰਗਾ ਦੇ ਪਾਣੀ ਵਾਂਗ ਪਵਿੱਤਰ ਸਮਝਣਾ ਕਰੋ। ਗੰਗਾ ਜਾਣ ਦੀ ਲੋੜ ਨਹੀਂ, ਤਾਂ ਖੁਦ ਹੀ ਗੰਗਾ ਬਣ ਗਿਆ। ਉਹ ਗੰਗਾਵਤ ਨਿਰਮਲ ਹੋ ਗਿਆ ਹੈ। ਉਹ ਗ੍ਰਸਤੀ ਜਿਹੜਾ ਹੈ ਨਾ, ਗੰਗਾਵਤ ਉਹਦਾ ਸਰੀਰ ਭਾਵ ਸੋ ਗਿਰਹੀ ਗੰਗਾ ਕਾ ਨੀਰ, ਗੰਗਾ ਦੇ ਨੀਰ ਪਾਣੀ ਦੀ ਤਰ੍ਹਾਂ ਉਹ ਸੁੱਧ ਹੋ ਗਿਆ, ਨਿਰਮਲ ਹੋ ਗਿਆ। ਉਹ ਗ੍ਰਸਤੀ ਭਗਤੀ ਰੂਪੀ ਗੰਗਾ ਦਾ ਨਾਮ ਰੂਪੀ ਜਲ ਪ੍ਰਾਪਤ ਕਰਨ ਵਾਲਾ ਹੈ। ਬੋਲੇ ਈਸ਼ਰ ਸਤ ਸਰੂਪ। ਸਤਿਗੁਰੂ ਜੀ ਬੋਲਦੇ ਆ ਕਿ ਕਥਨ ਕਰਦੇ ਆ ਕਿ ਈਸ਼ਰਨਾਥ ਹੈ ਜੋਗੀ, ਜੋ ਪਰਮੇਸ਼ਰ ਸਤ ਕੀ ਸੱਚ ਸਰੂਪ ਹੈ। ਪਰਮ ਤੰਤ ਮਹਿ ਰੇਖ ਨਾ ਰੂਪ। ਉਹ ਪਰਮ ਤੰਤ ਸਰੂਪ ਦੇ ਵਿੱਚ ਕੋਈ ਮੱਛ ਕਛ ਆਦ ਰੇਖ ਲਕੀਰ ਮੈਕੀ ਚਿੰਨ ਕੋਈ ਰੂਪ ਆਕਾਰ ਨਹੀਂ ਹੈ। ਕਿਉਂਕਿ ਰੂਪ ਨਾ ਰੇਖ ਨਾ ਰੰਗ ਕਛ ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸੇ ਵਿਜਾਏ ਨਾਨਕ ਜਿਸ ਹੋਵੇ ਸੋ ਪ੍ਰਸੰਨ। ਉਹ ਹਰੀ ਪਰਮੇਸ਼ਰ ਉਹ ਗ੍ਰਸਤੀ ਨੂੰ ਪ੍ਰਾਪਤ ਹੁੰਦਾ ਹੈ ਤੇ ਇਸ ਕਰਕੇ ਉਹ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਹੈ। ਫਿਰ ਗੋਰਖਨਾਥ ਬੋਲਿਆ, ਜਦੋਂ ਸਿੱਧਾ ਨਾਲ ਗੋਸ਼ਟ ਹੋਈ ਸੀ, ਉਹਨੇ ਕਿਹਾ ਅਦੂਤ ਦੇ ਲੱਛਣ ਦੱਸੋ ਮੈਨੂੰ, ਅਵਧੂਤ ਕੈਸਾ ਹੋਵੇ। ਤਾਂ ਗੁਰੂ ਸਾਹਿਬ ਜੀ ਬੋਲੇ, ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਦਾ ਮਹੱਲਾ ਹੈ। ਸੋ ਅਦੂਤੀ ਜੋ ਧੂਪੈ ਆਪ। हे ਗੋਰਖਨਾਥ, ਉਹੀ ਅਦੂਤੀ ਅਵਧੂਤ ਬ੍ਰਖਤ ਸਾਧੂ ਹੋ ਸਕਦਾ ਹੈ ਜਿਹੜਾ ਆਪ ਆਪਾ ਭਾਵ ਨੂੰ ਚੰਗੀ ਤਰ੍ਹਾਂ ਬ੍ਰਹਮ ਅਭਿਆਸ ਰੂਪ ਅਗਨੀ ਦੇ ਨਾਲ ਧੂਪੈ ਧੁਖਾ ਦੇਵੇ, ਜਿਵੇਂ ਧੂਪ ਸਿਖਾਈ ਦੀ ਹੈ, ਨਾਸ ਕਰ ਦੇਵੇ, ਜਾਂ ਬ੍ਰਹਮ ਅਭਿਆਸ ਕਰਕੇ ਆਪਣੇ ਦੇਹ ਅਧਿਆਸ ਨੂੰ ਮਿਟਾਉਣ ਰੂਪ ਧੂਪ ਨੂੰ ਪਾ ਕੇ ਧੁਖਾ ਦੇਵੇ, ਉਹ ਹੈ ਅਵਧੂਤ। ਅਤੇ ਜੋ ਫਿਰ ਭਿਖਿਆ ਭੋਜਨ ਕਰੈ ਸੰਤਾਪ। ਜੋ ਭਿਖਿਆ ਖੈਰ ਮੰਗ ਕੇ ਭੋਜਨ ਸਕਦਾ ਹੈ, ਭਾਵ ਇੱਕ ਘਰ ਦਾ ਭੋਜਨ ਨਹੀਂ ਸਕਦਾ, ਤੇ ਉਹ ਸਾਸ ਜੀ ਇਹ ਫਕੀਰਾਂ ਦੇ ਕਬੀਰ ਭਲੀ ਮਧੂਕਰੀ ਨਾਨਾ ਵਿਦ ਕੋ ਨਾਜ, ਦਾਵਾ ਕਾਹੂ ਕੋ ਨਹੀਂ ਬੜਾ ਦੇਸ਼ ਬੜ ਰਾਜ। ਤੇ ਸੰਤ ਈਸ਼ਰ ਸਿੰਘ ਜੀ ਦੌਧਰ ਵਾਲੇ ਹੋਇਆ, ਬੜੇ ਬਰਕਤ ਤੇ ਬਹੁਤ ਭਾਰੀ ਵਿਦਵਾਨ ਸਾਧੂ ਸੀ। ਉਹਨਾਂ ਦਾ ਨਿਯਮ ਸੀ 8 ਪਹਿਰਾਂ ਬਾਅਦ ਉਹ ਗਜਾ ਕਰਨ ਜਾਇਆ ਕਰਦੇ, 2 ਰੋਟੀਆਂ 8 ਪਹਿਰਾਂ ਬਾਅਦ ਖਾਣੀਆਂ। ਬੜੇ ਬੜੇ ਅਮੀਰ ਲੋਕ ਘਰਾਂ ਦੇ ਬੂਹਰੇ ਦੇ ਮੂਹਰੇ ਖੜੇ ਹੁੰਦੇ ਸੀ ਵੀ ਮੇਰੀ ਖੈਰ ਸਵੀਕਾਰ ਕਰ ਲੈਣ ਸਨ। ਉਹ ਅਮੀਰਾਂ ਵਾਲੇ ਮਹੱਲੇ ਨਹੀਂ ਸੀ ਜਾਂਦੇ, ਗਰੀਬਾਂ ਵਾਲੇ ਮਹੱਲੇ ਚਲੇ ਜਾਂਦੇ ਵੀ ਜਿਹੜਾ ਗਰੀਬ ਰੁੱਖਾ ਮਿੱਸਾ ਦੇਊਗਾ ਵੀ ਉਹੀ ਖਾ ਕੇ ਭਜਨ ਸਿਮਰਨ ਕਰਨਾ, ਉਹਨਾਂ ਦਾ ਭਲਾ ਹੋਊਗਾ। ਇਸ ਕਰਕੇ ਭਿਖਿਆ ਭੋਜਨ ਕਰੈ ਸੰਤਾਪ। ਤੇ ਇਸ ਪ੍ਰਕਾਰ ਫਿਰ ਉਹ ਕਹਿੰਦੇ ਜਾਂ ਫਿਰ ਗੁਰਾਂ ਦੇ ਪਾਸੋਂ ਕਹਿੰਦੇ ਨਾਮ ਅੰਮ੍ਰਿਤ ਦੀ ਭਿਖਿਆ ਨੂੰ ਮੰਗ ਕੇ, ਭੋਜਨ ਮੰਗ ਕੇ, ਚਿੱਤ ਦੀ ਇਕਾਗਰ ਦਾ ਰੂਪ ਸੰਗ ਤਾਪ, ਸੰਗ ਭਲੀ ਪ੍ਰਕਾਰ ਤਾਪ ਤਪ ਕਰੇ ਕਰਦਾ ਰਹੇ। ਤੇ ਉਹ ਹੈ ਅਸਲੀ ਅਦੂਤ ਜਿਹੜਾ ਹੈ। ਓ ਹਠ ਪਟਣ ਮਹਿ ਭੀਖਿਆ ਕਰੈ। ਜਿਹੜਾ ਆਓ ਪੁਨਾ, ਆਓ ਦਾ ਅਰਥ ਪੁਨਾ, ਹਠ ਹਿਰਦੇ ਰੂਪੀ ਪਟਨ ਸ਼ਹਿਰ ਦੇ ਮਹਿ ਵਿੱਚ ਗੁਰਾਂ ਦੁਆਰਾ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨੀ, ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨ ਦੀ ਭੀਖਿਆ ਖੈਰ ਮੰਗਣਾ ਕਰੇ ਕਰਦਾ ਹੈ। ਸੋ ਅਦੂਤੀ ਸਿਵਪੁਰ ਚੜੈ। ਸੋ ਉਹ ਅਦੂਤੀ ਸੁੱਧ ਸਰੂਪ ਬ੍ਰਖਤ ਸਾਧੂ ਸ਼ਿਵ ਜੀ ਦੀ ਪੁਰਪੂਰੀ ਕੈਲਾਸ਼ ਪਰਬਤ ਤੇ ਚੜ ਜਾਂਦਾ ਹੈ। ਇਹਨੂੰ ਵੀ ਚੜਾ ਕਰਨਾ, ਚੜਾ ਨਹੀਂ ਕਰਨਾ, ਪਾਠ ਚੜ ਜਾਂਦਾ ਹੈ। ਇੰਨੀ ਸ਼ਕਤੀ ਦਾ ਮਾਲਕ ਹੋ ਜਾਂਦਾ ਹੈ। ਇਹ ਭਾਵ ਹੈ ਵੀ ਜਿਵੇਂ ਸ਼ਿਵ ਜੀ ਦੀ ਪੂਰੀ ਕੈਲਾਸ਼ ਪਰਬਤ ਚਾਂਦੀ ਵਾਂਗ ਚਮਕਦੀ ਹੈ। ਚਾਂਦੀ ਦਾ ਮੰਨਿਆ ਗ੍ਰੰਥਾਂ ਦੇ ਅੰਦਰ, ਹਿੰਦੂ ਮਤ ਦੇ ਗ੍ਰੰਥਾਂ, ਇਉਂ ਸ਼ਿਵ ਜੀ ਦੀ ਪੂਰੀ ਦੀ ਨਿਆਂਈ ਕੀ ਹੈ, 10 ਦੁਆਰ ਰੂਪੀ ਪੂਰੀ ਹੈ। ਚਾਂਦੀ ਦੀ ਨਿਆਂਈ ਚਿੱਟੀਆਂ ਮਿੱਝ ਦੀਆਂ ਬੋਟੀਆਂ ਚਮਕਦੀਆਂ ਨੇ, ਉਹ ਪੁਰਖ ਦੀ ਸੁਰਤ ਉੱਥੇ ਚੜ ਜਾਂਦੀ ਹੈ। ਤੇ ਇਸ ਪ੍ਰਕਾਰ ਫਿਰ ਦੱਸਦੇ ਨੇ ਤੂੰ ਅਦੂਤੀ ਸਿਵਪੁਰ ਚੜੈ। ਉਹ ਅਦੂਤ ਬਿਰਤੀ ਦਾ ਸ਼ਿਵ ਕਲਿਆਣ ਸੂ ਪਰਮੇਸ਼ਰ ਤੁਰਿਆ ਪਦ ਰੂਪੀ ਪੁਰ ਦੇ ਵਿੱਚ ਚੜ੍ਹੇ, ਉਹਦਾ ਚੜ੍ਹਾਅ ਹੋ ਜਾਂਦਾ ਹੈ। ਬੋਲੇ ਗੋਰਖ ਸਤ ਸਰੂਪ। ਸਤਿਗੁਰੂ ਜੀ ਬੋਲਦੇ ਕਥਨ ਕਰਦੇ ਕਿ हे ਗੋਰਖਨਾਥ, ਜੋ ਪਰਮੇਸ਼ਰ ਸਤ ਸੱਚ ਸਰੂਪ ਹੈ। ਬੋਲੇ ਗੋਰਖ ਸਤ ਸਰੂਪ, ਪਰਮੇਸ਼ਰ ਸਤ ਸਰੂਪ ਹੈ। ਤ੍ਰੈ ਕਾਲ ਅਵਧ ਤਿੰਗ ਸਤਤਿਉ। ਤੇ ਉਹ ਜਿਹੜਾ ਹੈ ਵਾਹਿਗੁਰੂ ਪਰਮੇਸ਼ਰ ਪਰਮ ਤੰਤ ਮਹਿ ਰੀਖ ਨਾ ਰੂਪ। ਉਹ ਪਰਮ ਤੰਤ ਵੱਡੇ ਪੂਰਨ ਸਿਧਾਂਤ ਰੂਪ ਪੰਜਾਂ ਤੱਤਾਂ ਦੇ ਪ੍ਰਾਰੂਪ ਬ੍ਰਹਮ ਵਿੱਚ ਕੋਈ ਮੱਛ ਕੱਛ ਆਦ ਇਹ ਰੇਖ ਲਕੀਰ ਮੈਕੀ ਚਿੰਨ ਨਹੀਂ ਹੈ, ਨਾ ਕੋਈ ਇਸਤਰੀ ਪੁਰਸ਼ ਆਦ ਦਾ ਰੂਪ ਆਕਾਰ ਹੈ।
ਨਾਰ ਨਾ ਪੁਰਖ ਨਾ ਪੰਖ ਨੂੰ ਸਾਚੋ ਚਤੁਰ ਸਰੂਪ, ਨਾ ਇਸਤਰੀ ਦੇ ਚਿੰਨ ਵਰਗਾ, ਨਾ ਪੁਰਸ਼ ਦੇ ਚਿੰਨ ਵਰਗਾ, ਤੇ ਨਾ ਹੀ ਖੁਸਰੇ ਦੇ ਚਿੰਨ ਵਰਗਾ। ਉਹ ਤਾਂ ਅਸਰਜੀ ਸਰੂਪ ਹੈ। ਫਿਰ ਗੋਪੀ ਚੰਦ ਬੋਲਿਆ, ਉਹ ਸਿੱਧ ਨੇ ਉਹ ਪੁੱਛਿਆ, ਮਹਾਰਾਜ ਉਦਾਸੀ ਜਿਹੜੀ ਹੈ ਵੀ ਇਹਦੇ ਬਾਰੇ ਦੱਸੋ। ਇਹ ਭਰਥਰੀ ਦਾ ਭਾਣਜਾ ਸੀ ਸਕਾ, ਉਦਾਸ ਹੋ ਕੇ ਘਰ-ਬਾਰ ਛੱਡਿਆ, ਜਿਹੀ ਜੀ ਅਵਸਥਾ ਉਹੇ ਜਿਹੇ ਪ੍ਰਸ਼ਨ। ਇਉਂ ਉਸਨੇ ਫਿਰ ਪੁੱਛਿਆ, ਮਹਾਰਾਜ ਉਦਾਸੀ ਦੇ ਲੱਛਣ ਦੱਸੋ। ਤਾਂ ਗੁਰੂ ਸਾਹਿਬ ਜੀ ਬੋਲੇ, ਮਹੱਲਾ ਪਹਿਲਾ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਪਹਿਲੇ ਪਾਤਸ਼ਾਹ ਫਰਮਾਨ ਕਰਦੇ ਨੇ, ਸੋ ਉਦਾਸੀ ਜੀ ਪਾਲੇ ਉਦਾਸ। ਉਦਾਸੀ ਨਾਮ ਰਖਾ ਕੇ ਆਪਣੇ ਆਪ ਨੂੰ ਕੋਈ ਉਦਾਸੀ ਨਹੀਂ ਹੋ ਜਾਂਦਾ। ਕਹਿੰਦੇ ਸੋ ਉਦਾਸੀ ਉਹੀ ਪੁਰਖ ਅਸਲੀ ਉਦਾਸੀ ਹੈ, ਜਿਹੜਾ ਸੰਸਾਰੀ ਵਾਸ਼ਨਾ ਨੂੰ ਲੈ ਕਰਕੇ ਉਦਾਸੀਨਤਾ ਜਾਂ ਉਪਰਾਮਤਾ ਨੂੰ ਪਾਲਣ ਕਰਦਾ ਹੈ। ਹਿਰਦੇ ਰੂਪੀ ਪਾਲੇ ਪੱਲੇ ਦੀ ਉਪਰਾਮਤਾ ਨੂੰ ਪਾ ਲੈਂਦਾ ਹੈ। ਇਸ ਪ੍ਰਕਾਰ ਉਹ ਉਦਾਸੀ ਹੈ। ਅਰਧ ਉਰਧ ਕਰੇ ਨਿਰੰਜਨ ਵਾਸ। ਜੋ ਅਰਧ ਨੀਚੇ ਹੇਠਾਂ ਜੀਵ ਦੇ, ਉਰਧ ਉੱਪਰ ਈਸ਼ਵਰ ਭਾਵ ਜੀਵ ਦੀ ਅਲਪਗਤਾ ਤੇ ਈਸ਼ਵਰ ਦੀ ਸਰਵਗਤਾ ਨੂੰ ਮੇਟ ਕਰਕੇ ਨਿਰੰਜਨ ਸੁੱਧ ਸਰੂਪ ਵਿੱਚ ਨਿਵਾਸ ਕਰੇ ਕਰਦਾ ਹੈ। ਤੇ ਜਾਂ ਫਿਰ ਇਹ ਦੁਬਾਰੇ ਫਿਰ ਬੋਲ ਜੀ, ਅਰਧ ਉਰਧ ਕਰੇ ਨਿਰੰਜਨ ਵਾਸ। ਜੋ ਅਰਧ ਤੋਂ ਬਾਅਦ ਜੋ ਸਵਾਸ ਹੇਠਾਂ ਹਿਰਦੇ ਦੇ ਅੰਦਰ ਜਾਂਦਾ ਹੈ, ਤੇ ਉਰਧ ਉੱਪਰ 10ਵੇਂ ਦੁਆਰ ਵਿੱਚ ਸਵਾਸ ਉੱਪਰ ਨੂੰ ਆਉਂਦਾ ਹੈ। ਭਾਵ ਇਉਂ ਆਉਂਦੇ ਜਾਂਦੇ ਸਵਾਸਾਂ ਵਿੱਚ ਅਪਾਨ ਪ੍ਰਾਣ ਵਾਯੂ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਵਾਸਾ ਕਰਦਾ ਹੈ। ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬੌੜ ਜਨਮ ਨਾ ਆਵਾ। ਆਉਂਦੇ ਜਾਂਦੇ ਸਵਾਸਾਂ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਤੁਰਿਆ ਪਦ ਰੂਪੀ ਸਥਾਨ ਵਿੱਚ ਨਿਵਾਸ ਪਾਉਂਦਾ, ਉਹੀ ਅਸਲੀ ਉਦਾਸੀ ਹੈ। ਚੰਦ ਸੂਰਜ ਕੀ ਪਾਏ ਗੰਢ। ਤੇ ਜੋ ਚੰਦ ਚੰਦਰਮਾ ਦੀ ਈੜਾ ਸੁਰ, ਇਹ ਖੱਬੇ ਪਾਸੇ ਵਾਲਾ ਛੇਕ ਹੈ ਜਿਹੜਾ ਨਾਸਕਾ ਦਾ, ਉਹਦੀ ਗੱਲ ਹੈ। ਸੂਰਜ ਦੀ ਪਿੰਗਲਾ ਜਿਹੜੀ ਸੁਰ ਹੈ, ਇਹ ਸੱਜੇ ਪਾਸੇ ਵਾਲੀ ਸੁਰਾਖ ਹੈ ਜਿਹੜਾ ਨਾਸਕਾ ਦਾ, ਉਹਦੀ ਗੱਲ ਹੈ। ਇਹਦੇ ਦੁਆਰਾ ਪ੍ਰਾਣਾਂ ਦੀ ਗੰਢ 10ਵੇਂ ਦੁਆਰ ਵਿੱਚ ਪਾਉਂਦਾ ਹੈ, ਜਿਹੜਾ ਜੋ ਈੜਾ ਤੇ ਪਿੰਗਲਾ ਦੀ ਸੁਖਮਨਾ ਵਿੱਚ ਮੇਲ ਰੂਪ ਗੰਢ ਪਾਉਂਦਾ ਹੈ। ਈੜਾ ਪਿੰਗਲਾ ਔਰ ਸੁਖਮਨਾ 3 ਬਸਾਂ ਇਕਠਾਈ, ਬੇਣੀ ਸੰਗਮ ਤਾਹਾਂ ਪਿਰਾਗ ਮਨ ਮੱਜਨ ਕਰੈ ਤਿਥਾਈ, ਉਹਦਾ ਇਸ਼ਾਰਾ ਦਿੱਤਾ ਹੈ। ਜਿਹੜਾ ਐਸਾ ਕਰਦਾ ਹੈ, ਚੰਦ ਸੂਰਜ ਕੀ ਪਾਏ ਗੰਢ, ਤੇ ਜਿਹੜਾ ਚੰਦਰਮਾ ਦੀ ਨਿਆਈ ਬੈਰਾਗ, ਸੂਰਜ ਦੀ ਨਿਆਈ ਵਿਵੇਕ, ਇਹਨਾਂ ਦੇ ਸੰਯੁਕਤ ਹੋ ਕੇ ਪਰਮੇਸ਼ਰ ਦੀ ਭਗਤੀ ਕਰਨ ਨੂੰ ਗੰਢ ਨੂੰ ਪਾਉਂਦਾ ਹੈ। ਤੇ ਜਾਂ ਫਿਰ ਚੰਦ ਸੂਰਜ ਕੀ ਪਾਏ ਗੰਢ, ਜੋ ਚੰਦਰਮਾ ਭਾਵ ਸਤੋਗੁਣ ਵਿਸ਼ਿਸ਼ਟ ਹਿਰਦਾ ਕਰਕੇ ਅਪਰੋਕਸ਼ ਗਿਆਨ ਦੀ ਪ੍ਰਾਪਤੀ ਗੰਢ ਮੇਲ ਨੂੰ ਪਾਉਂਦਾ ਹੈ। ਚੰਦਰਮਾ ਦੇ ਆਈ ਸਤਿਗੁਰਾਂ ਦੇ ਉਪਦੇਸ਼ ਦੁਆਰਾ ਬ੍ਰਹਮ ਰੂਪ ਸੂਰਜ ਦੀ ਪ੍ਰਾਪਤੀ ਕਰਾਉਣ ਵਾਲੇ ਗਿਆਨ ਨਾਲ ਮੇਲ ਪਾਉਂਦਾ ਹੈ। ਤਿਸ ਉਦਾਸੀ ਕਾ ਪੜੈ ਨਾ ਕੰਧ। ਉਸ ਉਦਾਸੀ ਵਿਰਕਤ ਸਾਧੂ ਦਾ ਜੀਵ ਆਤਮਾ ਕੰਧ ਦੇਹਾਂ ਵਿੱਚ ਨਾ ਨਹੀਂ ਪੈਂਦਾ ਪੜੈ। ਇਹਨੂੰ ਪਾਈ ਪੜ੍ਹਾ ਨਹੀਂ ਕਰਨਾ, ਇਹਨੂੰ ਪੜਾ ਕਰਨਾ। ਦੇਖੋ ਅੱਖਰ ਉਹੀ ਨਾ, ਇੱਥੇ ਪੜਨ ਤੋਂ ਪੈਣ ਤੋਂ ਭਾਵ ਇੱਥੇ ਪੜਾ ਕਰਨਾ, ਇੱਥੇ ਪੜਾ ਨਹੀਂ ਕਰਨਾ। ਤੇ ਉਹਦਾ ਤਿਸ ਉਦਾਸੀ ਕਾ ਪੜੈ ਨਾ ਕੰਧ, ਉਸ ਉਦਾਸੀ ਵਿਰਕਤ ਪੁਰਖ ਦਾ ਜੀਵ ਆਤਮਾ ਤੇ ਕੰਧ ਦੇਹਾਂ ਵਿੱਚ ਨਾ ਨਹੀਂ ਪੜੈ ਪੈਂਦਾ, ਭਾਵ ਉਸ ਉਦਾਸੀ ਨੂੰ ਅਖੰਡ ਚੇਤਨ ਦੀ ਦੇਹ ਮਿਲ ਜਾਂਦੀ ਹੈ, ਉਹਦੇ ਚ ਸਮਾ ਜਾਂਦਾ ਹੈ। ਬੋਲੇ ਗੋਪੀ ਚੰਦ ਸਤ ਸਰੂਪ। ਸਤਿਗੁਰੂ ਜੀ ਬੋਲਦੇ ਐ, ਕਥਨ ਕਰਦੇ ਐ, ਗੋਪੀ ਚੰਦ ਜੋ ਪਰਮੇਸ਼ਰ ਸਤ ਸਰੂਪ ਹੈ ਨਾ, ਉਹ ਪਰਮੇਸ਼ਰ ਵਾਹਿਗੁਰੂ ਸਦਾ ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਅੱਗੇ ਦੱਸਦੇ ਨੇ, ਪਰਮ ਤੰਤ ਮਹਿ ਰੀਖ ਨਾ ਰੂਪ। ਉਸ ਪਰਮ ਤੰਤ ਭਾਵ ਸਿਧਾਂਤ ਰੂਪ ਬ੍ਰਹਮ ਦੇ ਵਿੱਚ ਕੋਈ ਮੱਛਕਛ ਆਦ ਰੇਖ ਲਕੀਰ ਨਹੀਂ ਹੈ, ਤੇ ਨਾ ਕੋਈ ਰੂਪ ਆਕਾਰ ਹੈ। ਮੈਕੀ ਆਕਾਰ ਕੋਈ ਨਹੀਂ, ਕੇਵਲ ਜੋਤੀ ਸਰੂਪ ਹੀ ਹੈ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਦੱਸਦੇ ਹੈ, ਪਰਮ ਤੰਤ ਮੈਂ ਫਿਰ ਬੋਲੋ ਜੀ। ਪਰਮ ਤੰਤ ਮਹਿ ਰੇਖ ਨਾ ਰੂਪ। ਉਹ ਪਰਮ ਤੰਤ ਭਾਵ ਸਿਧਾਂਤ ਰੂਪ ਬ੍ਰਹਮ ਹੈ, ਉਹਦੇ ਵਿੱਚ ਕੋਈ ਮੱਛਕਛ ਆਦ ਰੇਖਾ ਲਕੀਰ ਨਹੀਂ, ਕੋਈ ਮੈਕੀ ਆਕਾਰ ਨਹੀਂ ਹੈ, ਕੇਵਲ ਜੋਤੀ ਸਰੂਪ ਹੈ। ਫਿਰ ਸਾਧ ਸਿੰਘ ਜੀ ਚਰਪਟਨਾਥ ਹੋਇਆ ਹੈ, ਉਹ ਸਿੱਧਾਂ ਵਿੱਚ ਇੱਕ ਪਖੰਡੀ ਭੇਖ ਸੀ, ਤੇ ਉਹ ਅੱਜ ਕੱਲ੍ਹ ਜਿਹੜਾ ਬਹੁਤਾ ਪਖੰਡ ਕਰੇ ਉਹਨੂੰ ਪਖੰਡੀ ਕਹਿੰਦੇ ਆ, ਪਰ ਇਹ ਭੇਖ ਸੀ ਇੱਕ। ਅਸਲ ਦੇ ਵਿੱਚ ਇਹਦੀ ਸ਼ੁਰੂਆਤ ਜਿਹੜੀ ਸੀ ਇਸ ਪੰਥ ਦੀ, ਤੇ ਉਹ ਸ਼ੁਰੂ ਦੇ ਵਿੱਚ ਪਖੰਡੀ ਜਿਹੜਾ ਨਾਂ ਨਹੀਂ ਸੀ ਇਸ ਦਾ ਮਤਲਬ, ਉਹ ਸੀ ਪਾਪਖੰਡੀ।
ਇਹ ਨਾਂ ਤਾਂ ਰੱਖਿਆ ਸੀ ਪਾਪਖੰਡੀ। ਉਹ ਛੋਟਾ ਨਾਂ ਪਾਪਖੰਡੀ ਦੇ ਤਾਂ ਪਖੰਡੀ ਇਹ ਕਹਿਣ ਲੱਗੇ। ਉਹ ਐਸਾ ਪ੍ਰਚਲਿਤ ਹੋਇਆ, ਮਹਾਰਾਜ ਨੇ ਵੀ ਪ੍ਰਚਲਿਤ ਨਾਮ ਹੀ ਵਰਤਿਆ। ਫਿਰ ਪਾਪਖੰਡੀ ਇਹ ਮਤ ਸੀ, ਉਹਦੇ ਵਿੱਚ ਫਿਰ ਪਖੰਡੀ ਮਤ, ਉਹ ਵੀ ਆਪਣੇ ਆਪ ਨੂੰ ਹਾਂ ਜੀ ਸਾਡਾ ਮਤ ਪਖੰਡੀ ਹੈ, ਤੇ ਪਰ ਪਾਪਖੰਡੀ ਸੀ ਅਸਲ ਜਿਹੜਾ ਸ਼ਬਦ ਹੈ। ਹੌਲੀ ਹੌਲੀ ਉਹ ਪਾਪ ਸ਼ਬਦ ਦਾ ਲੋਪ ਹੋ ਗਿਆ, ਪਖੰਡੀਏ ਰਹਿ ਗਿਆ। ਉਹਦੇ ਲੱਖਣ ਪੁੱਛੇ ਸੀ ਉਸ ਨੇ, ਤੇ ਜਿਹੜਾ ਚਰਪਟਨਾਥ ਸੀ ਕਹਿੰਦਾ ਜੀ ਉਹ ਦੱਸੋ ਤੁਸੀਂ ਮੈਨੂੰ, ਮੈਂ ਜਾਣਨਾ ਚਾਹੁੰਦਾ, ਜਿਵੇਂ ਗੋਪੀ ਚੰਦ ਨੂੰ ਦੱਸਿਆ, ਗੋਰਖਨਾਥ ਨੂੰ ਦੱਸਿਆ, ਤੇ ਭਰਤਰੀ ਦਾ ਮੈਨੂੰ ਵੀ ਦੱਸੋ ਮਹਾਰਾਜ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਉੱਤਰ ਦਿੱਤਾ, ਮਹੱਲਾ ਪਹਿਲਾ। ਤੇ ਮਹਾਰਾਜ ਸਾਹਿਬ ਜੀ ਮਹੱਲਾ ਉਚਾਰਨ ਕਰਦੇ ਹਨ ਜੀ, ਸੋ ਪਾਖੰਡੀ ਜੇ ਕਾਇਆ ਪਖਾਲੇ। ਇਹ ਚਰਪਟਨਾਥ ਉਹੀ ਪਖੰਡੀ, ਪਾਪਾਂ ਨੂੰ ਖੰਡਣ ਵਾਲਾ ਪਾਪਖੰਡੀ ਪੁਰਖ ਹੈ, ਪਖੰਡੀ ਮਤ ਵਾਲਾ, ਪਾਪਖੰਡੀ ਮਤ ਵਾਲਾ ਹੈ, ਜਿਹੜਾ ਕੀ ਦੱਸਦੇ ਨੇ, ਕਾਇਆ ਜੇ ਕਾਇਆ ਪਖਾਲੇ, ਜਿਹੜਾ ਕਾਇਆ ਬੁੱਧੀ ਰੂਪ ਬ੍ਰਹਮ ਗਿਆਨ ਰੂਪੀ ਜਲ ਦੇ ਨਾਲ ਇਸ਼ਨਾਨ ਕਰਕੇ ਪਖਾਲੇ ਧੋਣਾ ਕਰੇ। ਕਾਇਆ ਦੇਹ ਨੂੰ ਨਾਮ ਰੂਪੀ ਜਲ ਦੇ ਨਾਲ ਇਸ਼ਨਾਨ ਕਰਕੇ ਸੁਧ ਕਰਦਾ ਹੈ। ਜੋ ਕਾਇਆ ਦੇਹ ਦੀ ਹੰਗਤਾ ਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਦੇ ਨਾਲ ਪਰ ਵਿਸ਼ੇਸ਼ ਕਰਕੇ ਜਾਲੇ ਸਾੜ ਦਿੰਦਾ ਹੈ। ਜੋ ਕਾਇਆ ਬੁੱਧੀ ਦੇ ਅੰਦਰੋਂ ਕਾਮ ਕ੍ਰੋਧ ਰੂਪੀ ਲੱਕੜਾਂ ਦੇ ਤਾਈਂ ਬ੍ਰਹਮ ਅਭਿਆਸ ਰੂਪੀ ਅਗਨੀ ਦੁਆਰਾ ਸਾੜਦਾ ਹੈ। ਕਾਇਆ ਕੀ ਅਗਨ ਬ੍ਰਹਮ ਪਰ ਜਾਲੇ, ਤੇ ਪਰ ਵਿਸ਼ੇਸ਼ ਕਰਕੇ, ਤੇ ਇਹ ਕਥਨ ਕੀਤਾ ਹੈ ਕਿ ਪਰ ਵਿਸ਼ੇਸ਼ ਕਰਕੇ ਕਾਇਆ ਦੀ ਜਿਹੜੀ ਹੰਗਤਾ ਰੂਪ ਤੇ ਬ੍ਰਹਮ ਅਭਿਆਸ ਰੂਪੀ ਅਗਨ ਅਗਨੀ ਦੇ ਨਾਲ, ਇਹ ਤਾਂ ਲੱਕੜੇ ਨੇ ਜਿਹੜੇ ਕਾਇਆ ਦੀ ਹੰਗਤਾ ਹੈ, ਇਹਨੂੰ ਬ੍ਰਹਮ ਅਭਿਆਸ ਅਗਨੀ ਦੇ ਨਾਲ ਪਰ ਵਿਸ਼ੇਸ਼ ਕਰਕੇ ਜਾਲੇ ਸਾੜਨਾ ਕਰਦਾ ਹੈ। ਜੋ ਕਾਇਆ ਬੁੱਧੀ ਦੇ ਅੰਦਰੋਂ ਕਾਮ ਕਰੋ ਲੱਕੜਾਂ ਦੇ ਤਾਈਂ ਬ੍ਰਹਮ ਅਭਿਆਸ ਰੂਪੀ ਅਗਨੀ ਦੁਆਰਾ ਸਾੜਦਾ ਹੈ। ਸੁਪਨ ਬਿੰਦ ਨਾ ਦੇ ਝਰਣਾ, ਜਿਹੜਾ ਸੁਪਨੇ ਦੇ ਵਿੱਚ ਵੀ ਬਿੰਦ ਜਿਹੜਾ ਬੀਜ ਰੂਪ ਤੇ ਜੋ ਬ੍ਰਹਮਚਰਜ ਹੈ, ਜੋ ਪਿਤਾ ਦੀ ਉਹ ਧਾਤੂ ਹੈ ਜਿਸ ਤੋਂ ਸੰਸਾਰ ਦੀ ਉਤਪਤੀ ਹੁੰਦੀ ਹੈ, ਉਸ ਨੂੰ ਝਰਨਾ ਨਾ ਦੇ, ਗਿਰਨਾ ਦੇ ਭਾਵ ਸੁਪਨੇ 'ਚ ਅਪਵਿੱਤਰ ਨਾ ਹੋਵੇ, ਸੁਪਨੇ ਦੇ ਵਿੱਚ ਦੋਸ਼ੀ ਨਾ ਹੋਵੇ, ਇੰਨਾ ਜਤ ਸਤ ਕਾਇਮ ਹੋਵੇ ਬ੍ਰਹਮਚਰਜ, ਤੇ ਉਹ ਫਿਰ ਸੁਪਨੇ ਬਿੰਦ ਨਾ ਦੇਈ ਝਰਨਾ ਜਿਹੜਾ ਐਸਾ ਹੈ। ਜਾਂ ਸੰਸਾਰ ਰੂਪੀ ਸੁਪਨੇ ਦੇ ਵਿੱਚ ਬਿੰਦ ਨਾਮ ਫੁਰਨੇ ਨੂੰ ਬਿਰਤੀ ਰੂਪ ਝੜਨ ਨਾ ਦੇਵੇ, ਥੋੜੇ ਮਾਤਰ ਵੀ ਪਦਾਰਥਾਂ ਦੀ ਬਿਰਤੀ ਚਿੱਤ ਦੀ ਲੱਗਣ ਨਹੀਂ ਦਿੰਦਾ ਜਿਹੜਾ, ਤਿਸ ਪਾਖੰਡੀ ਜਰਾ ਨਾ ਮਰਨਾ। ਉਸ ਪਖੰਡੀ ਪਾਪਖੰਡੀ ਮਤ ਵਾਲੇ ਨੂੰ, ਪਾਪਾਂ ਦੇ ਖੰਡਣ ਵਾਲੇ ਮਤ ਵਿੱਚ ਵਿਚਾਰਨ ਵਾਲੇ, ਤੇ ਜਾਂ ਫਿਰ ਐਸੇ ਜਿਹੜੇ ਪੁਰਖ ਨੂੰ ਜਰਾ ਬੁਢੇਪਾ ਜਿਹੜਾ ਮਰਨਾ ਨਹੀਂ ਹੁੰਦਾ, ਜਰਾ ਭਾਵ ਜੜਤਾ ਅਵਸਥਾ ਨਹੀਂ ਹੁੰਦੀ, ਜਰਾ ਰੰਚਕ ਮਾਤਰ ਵੀ ਮਰਨਾ ਨਹੀਂ ਹੁੰਦਾ ਹੈ, ਉਹ ਅਮਰ ਹੋ ਜਾਂਦਾ ਹੈ। ਬੋਲੇ ਚਰਪਟ ਸਤ ਸਰੂਪ, ਮਹਾਰਾਜ ਜੀ ਬੋਲਦੇ ਹਨ ਕਿ ਹੇ ਚਰਪਟਨਾਥ, ਜੋ ਸਤ ਸੱਚ ਸਰੂਪ ਪਰਮੇਸ਼ਰ ਹੈ, ਪਰਮ ਤੰਤ ਮਹਿ ਰੀਖ ਨਾ ਰੂਪ। ਉਹ ਪਰਮ ਤੰਤ ਵੱਡੇ ਸਿਧਾਂਤ ਰੂਪ ਪਰਮੇਸ਼ਰ ਦੇ ਵਿੱਚ ਕੋਈ ਰੇਖ ਲਕੀਰ ਜਾਂ ਮੈਕੀ ਚਿੰਨ ਆਦਿ ਨਹੀਂ, ਰੂਪ ਕੋਈ ਉਹਦਾ ਰੂਪ ਆਕਾਰ ਨਹੀਂ ਹੈ। ਮਹੱਲਾ ਪਹਿਲਾ। ਤੇ ਅੱਗੇ ਭਰਤਰੀਨਾਥ ਉਹ ਪੁੱਛਣ ਲੱਗਿਆ, ਮਹਾਰਾਜ ਮੈਨੂੰ ਤਾਂ ਵਿਰਾਗੀ ਦੇ ਲੱਛਣ ਦੱਸੋ। ਮਹਾਰਾਜ ਕਹਿੰਦੇ, ਭਰਤਰੀ ਤੂੰ ਤਾਂ ਵਿਰਾਗ ਸਤਕ ਗ੍ਰੰਥ ਬਣਾਇਆ, ਤੂੰ ਤਾਂ ਖੁਦ ਹੀ ਤੈਨੂੰ ਪਤਾ ਹੈ। ਕਹਿੰਦਾ ਨਹੀਂ ਮਹਾਰਾਜ ਤੁਹਾਡੀ ਰਸਨਾ ਤੋਂ ਸੁਣਨਾ ਚਾਹੁੰਦਾ। ਮਹਾਰਾਜ ਕਹਿੰਦੇ ਲੈ ਫੇ ਭਰਤਰੀ ਸੁਣ, ਤੂੰ ਗੁਰਮੁਖ ਬੰਦਾ ਹੈ ਤੇ ਅਧਿਕਾਰੀ ਹੈ, ਮਹਾਰਾਜ ਦਾ ਸ਼ਿਸ਼ ਬਣ ਗਿਆ, ਸਿੱਖ ਬਣਿਆ ਸੀ। ਇਉਂ ਮਹਾਰਾਜ ਸਾਹਿਬ ਜੀ ਨੇ ਫਿਰ ਅੱਗੇ ਉਚਾਰਨ ਕੀਤਾ, ਸੋ ਬੈਰਾਗੀ ਜੇ ਉਲਟੇ ਬ੍ਰਹਮ। ਇਹ ਭਾਈ ਉਹ ਅਸਲ ਬੈਰਾਗੀ ਵੈਰਾਗਮਾਨ ਹੈ ਜਿਹੜਾ ਆਪਣੇ ਮਨ ਨੂੰ ਜਾਣੇ ਜੀਵ ਭਾਵ ਵੱਲੋਂ ਉਲਟੇ ਉਲਟਾ ਕੇ ਤੇ ਫੇਰ ਕੇ ਪਰਮ ਪਰਮੇਸ਼ਰ ਵੱਲ ਲਾਉਂਦਾ ਹੈ, ਜਿਹੜਾ ਪ੍ਰਾਣਾਂ ਨੂੰ ਉਲਟਾ ਕੇ ਬ੍ਰਹਮ ਸਰੂਪ ਵਿੱਚ ਮਿਲਾ ਦਿੰਦਾ ਹੈ, ਜਾਂ ਤਤਪਦ ਦੇ ਲੱਖ ਅਰਥ ਰੂਪ ਬ੍ਰਹਮ ਰੂਪ ਚ ਮਿਲ ਜਾਂਦਾ ਹੈ। ਗਗਨ ਮੰਡਲ ਮਹਿ ਰੂਪੈ ਥੰਮ। ਗਗਨ ਮੰਡਲ ਹੈ 10ਵੇਂ ਦੁਆਰੇ ਸਵਾਸਾਂ ਨੂੰ ਥੰਮ ਰੋਕ ਕੇ ਰੂਪੈ ਸਥਿਤ ਕਰਦਾ ਹੈ, ਜਾਂ ਪ੍ਰਾਣਾਂ ਨੂੰ ਚੜਾਉਣਾ ਕਰਦਾ ਹੈ, 10ਵੇਂ ਦੁਆਰੇ ਚ ਬਿਰਤੀ ਨੂੰ ਟਿਕਾਉਂਦਾ ਹੈ, ਜਾਂ ਅੰਤਸਕਰਨ ਚ ਮਨ ਦੇ ਮੰਡਲ ਸਮੂਹ ਸੁਭਾਵਾਂ ਨੂੰ ਰੋਕ ਕੇ ਬ੍ਰਹਮ ਵਿੱਚ ਸਥਿਤ ਕਰਦਾ ਹੈ, ਜਾਂ ਫਿਰ ਮੰਡਲ ਸਮੂਹ ਸਾਰਿਆਂ ਦੇ ਅੰਦਰ ਚਿਦਾਕਾਸ਼ ਰੂਪੀ ਬ੍ਰਹਮ ਹੈ, ਉਸ ਵਿੱਚ ਆਪਣੇ ਮਨ ਦੇ ਸੰਕਲਪ ਵਿਕਲਪ ਨੂੰ ਰੋਕ ਕੇ ਚਿੱਤੀ ਬਿਰਤੀ ਨੂੰ ਰੋਪਣਾ ਲਗਾਉਣਾ ਕਰਦਾ ਹੈ, ਭਾਵ ਟਿਕਾਉਣਾ ਕਰਦਾ ਹੈ, ਜਾਂ ਫਿਰ ਚੇਤਨ ਬ੍ਰਹਮ ਸਾਰਿਆਂ ਦੇ ਅੰਦਰ ਹੈ, ਉਸ ਵਿੱਚ ਜੀਵ ਭਾਵ ਨੂੰ ਰੋਕ ਕੇ ਮਿਲਣਾ ਕਰਦਾ ਹੈ। ਅਹਨਿਸ ਅੰਤਰ ਰਹਿ ਧਿਆਨ। ਜਿਹਦੇ ਰਾਤ ਦਿਨੇ ਚਿੱਤ ਅੰਦਰ ਦੇ ਚਿੱਤ ਦੇ ਅੰਤਰ ਕਹੀਏ ਵਿੱਚ ਪ੍ਰਭੂ ਦਾ ਧਿਆਨ ਰਹਿ ਰਹਿੰਦਾ ਹੈ,
ਭਾਵ ਕੀ ਹੈ ਵੀ ਹਿਰਦੇ ਦੇ ਅੰਦਰ ਪ੍ਰਭੂ ਦਾ ਨਾਮ ਹੈ, ਉਹਦੇ ਵਿੱਚ ਜੁੜਿਆ ਰਹਿੰਦਾ ਹੈ ਜਾਂ ਹਰ ਵਕਤ ਧਿਆਨ ਵਿੱਚ ਜੁੜਿਆ ਰਹਿੰਦਾ ਹੈ। ਤੀ ਬੈਰਾਗੀ ਸਤ ਸਮਾਨ, ਤੇ ਫਿਰ ਉਹ ਵਿਰਾਗੀ ਬੈਰਾਗਮਨ ਸਤ ਸਰੂਪ ਪਰਮੇਸ਼ਰ ਦੇ ਸਮਾਨ ਹੀ ਬਰਾਬਰੀ ਹੋ ਜਾਂਦਾ ਹੈ। ਜਿਹੜਾ ਹਿਰਦੇ 'ਚ ਅਗਿਆਨ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਚੜ੍ਹ ਆਉਂਦਾ ਫਿਰ ਉਹਦੇ। ਇਸ ਕਰਕੇ ਭਾਵ ਦੋਨੇ ਇੱਕੋ ਰੂਪ ਪਰਮੇਸ਼ਰ ਤੇ ਹਰ ਜਨ ਦੁਈ ਏਕ ਹੈ, ਬੇਵਿਚਾਰ ਕੁਛ ਨਾ ਹੈ। ਜਿਨ ਜਾਤਾ ਸੋ ਤਿਸੀ ਹੀ ਜਿਹਾ, ਉਹਦੇ ਵਰਗਾ ਹੋ ਜਾਂਦਾ ਹੈ। ਉਹ ਸੱਚ ਸਰੂਪ ਵਿੱਚ ਸਮਾਨ ਸਮਾ ਜਾਂਦਾ, ਅਭੇਦ ਹੋ ਜਾਂਦਾ ਹੈ। ਬੋਲੇ ਭਰਥਰ ਸਤ ਸਰੂਪ, ਸਤਿਗੁਰੂ ਜੀ ਬੋਲਦੇ ਆ ਕਿ ਭਰਥਰੀਨਾਥ ਜੀ ਜੋ ਸੱਚ ਸਰੂਪ ਪਰਮੇਸ਼ਰ ਹੈ, ਜਾਂ ਹੇ ਭਾਈ ਸਾਡੇ ਬੋਲੇ ਕਥਨ ਕੀਤੇ ਹੋਏ ਉਪਦੇਸ਼ ਨਾਲ ਰਿਦੇ ਰੂਪੀ ਭਰ ਥਰ ਦਾ ਉਹਨਾਂ ਅਰਥ ਹੈ ਥਾਂ, ਭਰ ਦਾ ਅਰਥ ਹੈ ਭਰ ਲੈਣਾ। ਇਹ ਉਪਦੇਸ਼ ਨੂੰ ਭਰ ਲੈਣਾ ਕਰ, ਤੂੰ ਗੁਰਮੁਖ ਹੈ, ਨਿਸ਼ਚੈ ਕਰ ਲੈ ਪਰਮੇਸ਼ਰ ਜੀ ਸੱਚ ਸਰੂਪ ਹੈ। ਪਰਮ ਤੰਤ ਮਹਿ ਰੀਖ ਨਾ ਰੂਪ, ਉਹ ਤੰਤ ਤੱਤਾਂ ਤੋਂ ਪਰਮ ਵੱਡੇ ਸਿਧਾਂਤ ਰੂਪ ਪਰਮੇਸ਼ਰ ਦੇ ਮਹਿ ਵਿੱਚ ਕੋਈ ਮੱਛ ਕੱਛ ਆਦ ਰੇਖ ਲਕੀਰ ਤੇ ਮੈਕੀ ਰੂਪ ਆਕਾਰ ਨਹੀਂ ਹੈ। ਫਿਰ ਸਾਧ ਜੀ ਬਾਕੀ ਦੇ ਜਿਹੜੇ ਸਿੱਧ ਸੀ ਤੇ ਉਹ ਸਿੱਧ ਗੁਰੂ ਜੀ ਨੂੰ ਕਹਿਣ ਲੱਗੇ ਕਿ ਕੁਝ ਸਾਡੇ ਪ੍ਰਸ਼ਨਾਂ ਦੇ ਉੱਤਰ ਵੀ ਦੇਣਾ ਕਰੋ ਜੀ। ਤਾਂ ਮਹਾਰਾਜ ਕਹਿੰਦੇ ਕੋਈ ਬਾਤ ਨਹੀਂ, ਪਹਿਲਾਂ ਆਪਣੀ ਰਸਨਾ ਦੁਆਰਾ ਜਿਹੜਾ ਉਹਨਾਂ ਨੇ ਪ੍ਰਸ਼ਨ ਕੀਤਾ ਤੇ ਮਹਾਰਾਜ ਸਾਹਿਬ ਜੀ ਉਚਾਰ ਕੇ ਉੱਤਰ ਦੇਣਗੇ। ਫਿਰ ਪਹਿਲਾਂ ਆਪਣੀ ਰਸਨਾ ਦੁਆਰਾ ਤੇ ਉਹਨਾਂ ਨੂੰ ਉਚਾਰਦੇ ਆ ਵੀ ਉਹਨਾਂ ਨੇ ਪ੍ਰਸ਼ਨ ਕੀਤੇ ਤੇ ਉਹਦਾ ਫਿਰ ਉੱਤਰ ਆਪ ਹੀ ਦੇਣਗੇ। ਉੱਤਰ ਪ੍ਰਸ਼ਨ ਰੂਪ ਬਾਣੀ ਬਣਾ ਦਿੱਤੀ ਹੈ। ਜੋ ਉਹਨਾਂ ਨੇ ਪ੍ਰਸ਼ਨ ਕੀਤੇ ਸੀ ਉਹ ਵੀ ਬਾਣੀ ਆਪਣੇ ਵੱਲੋਂ ਉਚਾਰ ਕਰ ਦਿੱਤੀ। ਉਹਦੇ ਚ ਮਹਾਰਾਜ ਸਾਹਿਬ ਨੇ ਜਿਹੜਾ ਉਹਨਾਂ ਦਾ ਪਹਿਲਾ ਪ੍ਰਸ਼ਨ ਸੀ, ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਕਥਨ ਕਰਦੇ ਹਨ ਜੀ, ਕਿਉ ਮਰੈ ਮੰਦਾ। ਇਹ ਪ੍ਰਸ਼ਨ ਹੈ ਕਿ ਮੰਦਾ ਭੈੜਾ ਸੁਭਾਅ ਕਿਉਂ, ਕਿਵੇਂ ਮਰੇ, ਮਰਦਾ ਕਿਵੇਂ ਹੈ। ਦੂਜਾ ਪ੍ਰਸ਼ਨ, ਕਿਉ ਜੀਵੈ ਜੁਗਤ। ਦੂਜਾ ਪ੍ਰਸ਼ਨ, ਅਸਲ ਜੀਵ ਜਿਹੜੇ ਨੇ ਜੀਵ ਹੈ, ਜੀਵਨ ਦੀ ਜੁਗਤੀ ਜੀਵ ਨੂੰ ਕਿਉਂ ਕਿਵੇਂ ਪ੍ਰਾਪਤ ਹੁੰਦੀ ਹੈ, ਭਾਵ ਕਿਸ ਜੁਗਤੀ ਨਾਲ ਪੁਰਖ ਨੂੰ ਸੰਸਾਰ ਵਿੱਚ ਜਿਉਣਾ ਚਾਹੀਦਾ। ਇਹ ਦੂਜਾ ਪ੍ਰਸ਼ਨ ਹੈ। ਅੱਗੇ ਹੁਣ ਸਾਧ ਸਿੰਘ ਜੀ ਤੀਜਾ ਪ੍ਰਸ਼ਨ ਕਰਨਗੇ, ਕੰਨ ਪੜਾਈ ਕਿਆ ਖਾਜੈ ਭੁਗਤ। ਤੀਸਰਾ ਪ੍ਰਸ਼ਨ, ਕੰਨ ਪੜਵਾ ਕੇ ਜੋਗੀ ਬਣੇ ਪੁਰਖ ਨੂੰ ਕਿਆ ਕਿਸ ਪ੍ਰਕਾਰ ਕਿਹੋ ਜੀ ਭੁਗਤ ਭੋਜਨ ਖਾਜਾ ਖਾਣਾ ਚਾਹੀਦਾ। ਗੁਰੂ ਸਾਹਿਬ ਜੀ ਪਹਿਲੇ ਪ੍ਰਸ਼ਨ ਦਾ ਉੱਤਰ ਦਿੰਦੇ ਹਨ, ਆਸਤ ਨਾਸਤ ਏਕੋ ਨਾਉ। ਏਕੋ ਇੱਕ ਅਕਾਲ ਪੁਰਖ ਦੇ ਨਾਮ ਦੇ ਨਾਲ ਆਸਤਕ ਭਾਵ ਸ਼ਰਧਾਲੂ ਹੋ ਕੇ ਨਾਮ ਦੇ ਰੂਪ ਵਾਲੇ ਸੰਸਾਰ ਨੂੰ ਨਾਸ ਸਮਝੇ। ਇਉਂ ਮੰਦਾ ਸੁਭਾਅ ਮਰ ਜਾਂਦਾ ਹੈ। ਇਹ ਜਿਹੜਾ ਪ੍ਰਸ਼ਨ ਸੀ ਉਹਦਾ ਉੱਤਰ ਮਹਾਰਾਜ ਨੇ ਦਿੱਤਾ ਵੀ ਉਹਨੇ ਕਿਹਾ ਸੀ ਮੰਦਾ ਸੁਭਾਅ ਕਿਵੇਂ, ਤੇ ਉਹਦਾ ਮਹਾਰਾਜ ਕਹਿੰਦੇ ਇਉਂ ਮੰਦਾ ਸੁਭਾਅ ਭਾਈ ਨਿਵਰਤ ਹੁੰਦਾ ਹੈ। ਇਹਦਾ ਸਾਸ ਜੀ ਕੁਝ ਗੁਰੂ ਘਰ ਦੇ ਗਿਆਨਵਾਨ ਸੰਪਰਦਾਇ ਵਿਦਵਾਨ ਇਹਦਾ ਪੰਕਤੀ ਦਾ ਤੇ ਇਸ ਤਰ੍ਹਾਂ ਵੀ ਅਰਥ ਲਾਉਂਦੇ ਆ ਵੀ ਪਹਿਲੇ ਤੇ ਦੂਸਰੇ ਪ੍ਰਸ਼ਨ ਦਾ ਉੱਤਰ ਇਉਂ ਵੀ ਲਾਉਂਦੇ ਆ ਕਿ ਇੱਕ ਆਤਮਾ ਤੇ ਭਾਵ ਕੀ ਹੈ, ਆ ਸਰਬ ਔਰ ਤੇ ਸਤ ਹੈ। ਆ ਸਰਬ ਔਰ ਤੇ ਸਤ ਰੂਪ ਹੈ ਤੇ ਨਾਸ ਹੋਣ ਵਾਲੇ ਕੀਨ ਨਾਮ ਤੇ ਰੂਪ। ਇਹ ਦੋ ਅੰਸ਼ਾਂ ਮਾਇਆ ਦੀਆਂ, ਇਹ ਨਾਸ ਰੂਪ ਹਨ। ਆ ਸਤ, ਆ ਸਰਬ ਔਰ ਤੇ ਸੱਚ ਸਰੂਪ ਪਰਮੇਸ਼ਰ ਹੈ। ਉਸ ਏਕੋ ਇੱਕ ਦੇ ਸੱਚੇ ਨਾਮ ਉੱਤੇ ਭਾਵਨਾ ਕਰਨੀ ਚਾਹੀਦੀ ਹੈ। ਇਹੋ ਅਸਲ ਜੀਵਨ ਦੀ ਯੁਕਤੀ ਹੈ। ਜੋ ਨਾਮ ਰੂਪ ਪ੍ਰਪੰਚ ਨੂੰ ਨਾਸ ਰੂਪ ਨਿਸ਼ਚੈ ਕਰਨਾ, ਇਹੋ ਮੰਦਾ ਸੁਭਾਅ ਮਰਨਾ ਹੈ। ਤੇ ਸਤਿਗੁਰੂ ਜੀ ਦੋ ਪ੍ਰਸ਼ਨਾਂ ਉੱਤਰ ਦੇ ਕੇ ਅੱਗੇ ਜਾ ਕੇ ਤੀਸਰੇ ਪ੍ਰਸ਼ਨ ਦਾ ਉੱਤਰ ਦੇਣਗੇ। ਤਾਂ ਇਉਂ ਫਿਰ ਇੱਕ ਸਿੱਧ ਹੋਰ ਬੋਲ ਪਿਆ, ਉਹ ਦੇਣਗੇ ਅੱਗੇ ਚੱਲ ਕੇ। ਪਰ ਇੱਕ ਸਿੱਧ ਨੇ ਪ੍ਰਸ਼ਨ ਕੀਤਾ, ਕੌਣ ਸੋ ਅੱਖਰ ਜਿਤ ਰਹਿ ਹਿਆਉ। ਉਹ ਅੱਖਰ ਕੌਣ, ਅੱਖਰ ਕਿਹੜਾ ਉਪਦੇਸ਼ ਹੈ ਜਿਸ ਕਰਕੇ ਹਿਆਉ ਹਿਰਦਾ ਪਰਮੇਸ਼ਰ ਸਥਿਤ ਹੋਇਆ ਰਹਿੰਦਾ ਹੈ। ਉਹ ਕਿਹੜਾ ਮੰਤਰ ਉਪਦੇਸ਼ ਹੈ ਜਿਸ ਕਰਕੇ ਜੀਵ ਹਿਆਉ ਲੱਜਿਆ ਦੇ ਸਹਿਤ ਰਹਿਣਾ ਕਰੇ, ਭਾਵ ਆਪਣੇ ਗੁਰੂ ਪੀਰ ਤੇ ਸ਼ਰਮ ਕਰੇ, ਔਗਣ ਨਾ ਕਰੇ। ਇਹ ਪ੍ਰਸ਼ਨ ਦਾ ਸਤਿਗੁਰੂ ਮਹਾਰਾਜ ਸਾਹਿਬ ਜੀ ਅਗਲੀ ਤੁਕ ਦੇ ਵਿੱਚ ਨਾਲ ਸਾਥ ਸਿੰਘ ਉੱਤਰ ਦਿੰਦੇ ਹੈ। ਤੇ ਇਹ ਪ੍ਰਸ਼ਨ ਦਾ ਨਾਲ ਲੱਗਦੀ ਤੁਕ ਹੈ ਜਿਹੜੀ ਇਹਦੇ ਨਾਲ ਹੀ ਉੱਤਰ ਦੇ ਦਿੱਤਾ, ਧੂਪ ਛਾਵ ਜੀ ਸਮ ਕਰ ਸਹਿ। ਤੇ ਉਹਦੇ ਸਾਥ ਸਿੰਘ ਜੀ ਪਹਿਲਾ ਅਰਥ ਇਸ ਦਾ ਇਹੀ ਹੈ
ਜਿਹੜੇ ਲੋਕ ਧੂਪ ਦੀ ਨਿਆਈ ਦੁੱਖ ਦੇਣ ਵਾਲੇ ਕੌੜੇ ਬਚਨਾਂ ਤੇ, ਸ਼ਾਮ ਛਾਂ ਦੀ ਨਿਆਈ ਸੁਖ ਦੇਣ ਵਾਲੇ ਸੀਤਲ ਵਚਨ। ਧੂਪ ਛਾਵ ਭਾਵ ਦੁੱਖ ਸੁਖ, ਧੂਪ ਤੇ ਛਾਵ। ਮਿੱਤਰ ਸ਼ਤਰੂਪਣਾ, ਉਸਤਤ ਨਿੰਦਿਆ ਆਦ, ਇਹਨਾਂ ਨੂੰ ਜੇਕਰ ਸਮ ਬਰਾਬਰ ਕਰਕੇ ਸਮ ਕਰ ਸਹੇ ਸਹਾਰ ਨਾ ਕਰੇ। ਤਾਂ ਨਾਨਕ ਆਖੈ ਗੁਰ ਕੋ ਕਹੈ। ਸਤਿਗੁਰੂ ਕਥਨ ਕਰਦੇ ਤਾਂ ਤਦ ਹੀ ਗੁਰਾਂ ਦੇ ਆਕੇ ਕਹੇ ਹੋਏ ਬਚਨ ਉਪਦੇਸ਼ ਹੈ, ਜਿਹੜੇ ਗੁਰਾਂ ਦੇ ਉਸ ਉਪਦੇਸ਼ ਨੂੰ ਕੋਈ ਪੁਰਖ ਕਹਿ ਕਥਨ ਕਰਦਾ ਹੈ ਤੇ ਉਹਦਾ ਹਿਰਦਾ ਪਰਮੇਸ਼ਰ ਇਸਤਤ ਹੋਣ ਰੂਪ ਲੱਜਿਆ ਦੇ ਸਹਿਤ ਹੋ ਸਕਦਾ ਹੈ। ਇਹ ਉੱਤਰ ਦੇ ਦਿੱਤਾ। ਦੂਸਰਾ ਅਰਥ ਇਹਦਾ ਇਹ ਵੀ ਹੈ ਤੇ ਦੋਹਾਂ ਪੰਕਤੀਆਂ ਦਾ ਅਨਵੇਂ ਲਗਾ ਕੇ ਇਉਂ ਵੀ ਅਰਥ ਕਰਦੇ ਹੈ ਕਿ ਸਤਿਗੁਰੂ ਜੀ ਆਖੇ ਕਥਨ ਕਰਦੇ ਨੇ ਕਿ ਗੁਰਾਂ ਦੇ ਕਹੇ ਕਥਨ ਕੀਤੇ ਹੋਏ ਉਪਦੇਸ਼ ਨੂੰ ਉਚਾਰਨ ਕਰਕੇ ਗੁਰਾਂ ਦੇ ਜਸ ਨੂੰ ਜੇ ਕੋਈ ਕਥਨ ਕਰੇ ਤਾਂ ਧੂਪ ਛਾਂ ਭਾਵ ਦੁੱਖ ਸੁਖ ਨੂੰ ਜੇਕਰ ਬਰਾਬਰ ਕਰਕੇ ਸਹਾਰ ਨਾ ਕਰੇ ਤਾਂ ਤਦ ਹਿਰਦੇ ਵਿੱਚ ਪਰਮੇਸ਼ਰ ਇਸਤਤ ਰਹਿੰਦਾ ਹੈ, ਲੱਜਿਆ ਦੇ ਸਹਿਤ ਰਹਿ ਸਕਦਾ ਹੈ। ਅਗਲੀ ਤੁਕ ਦੂਸਰੇ ਪ੍ਰਸ਼ਨ ਦਾ ਕਿਉਂ ਜੀਵ ਹੈ ਜੁਗਤ ਦਾ ਉੱਤਰ ਦਿੰਦੇ ਨੇ। ਛੇ ਵਰਤਾਰੀ ਵਰਤ ਹੈ ਪੂਤ। ਛੇ ਦਰਸ਼ਨ, ਛੇ ਭੇਖਾਂ ਦੇ ਵਰਤਾਰੇ ਤੇ ਉਹਦੇ ਵਿੱਚ ਜਿਹੜੇ ਛੇ ਭੇਖ ਨੇ ਉਹਨਾਂ ਦੇ ਵਰਤਾਰੇ ਜਿਹੜੇ ਵਰਤ ਰਹੇ ਨੇ। ਛੇ ਸ਼ਾਸਤਰਾਂ ਦਾ ਵਰਤਾਰਾ ਜਿਹੜਾ ਵਰਤ ਰਿਹਾ ਹੈ, ਸਾਂਖ ਨਿਆਏ ਵਿਸ਼ੇਕ ਪੂਰਮਾਸ਼ਾ ਪਤੰਜਲ ਵਿਦਾਂਤ, ਇਹ ਛੇ ਸ਼ਾਸਤਰ ਹੋ ਗਏ। ਤੇ ਇਧਰ ਜੋਗੀ ਜੰਗਮ ਸਰੇਵੜੇ ਸੰਨਿਆਸੀ ਔਰ ਦਰਵੇਸ਼ ਛੇਵਾਂ ਜਾਮਾ ਵਿਪਕਾ ਜਾਮੇ ਈ ਨ ਮੇਖ। ਇਸ ਪ੍ਰਕਾਰ ਇਹ ਛੇ ਵਰਤਾਰੇ ਵਰਤ ਰਹੇ ਹੈ। ਇਹਨਾਂ ਦੇ ਵਿੱਚ ਜਿਹੜਾ ਨਾ ਵਰਤ ਹੈ ਪੂਤ, ਤੇ ਇਹਨਾਂ ਦੇ ਪੂਤ ਪਵਿੱਤਰ ਹੋ ਕੇ ਵਰਤ ਨਾ ਕਰੇ। ਤੇ ਫਿਰ ਨਾ ਸੰਸਾਰੀ ਨਾ ਅਦੂਤ, ਨਾ ਸੰਸਾਰੀ ਦੁਨਿਆਵੀ ਭਾਵ ਗ੍ਰਸਤੀ ਪਣੇ ਦਾ, ਨਾ ਅਦੂਤ ਸਾਧੂ ਪਣੇ ਦਾ, ਬਰਗਤ ਪਣੇ ਦਾ ਹੰਕਾਰ ਨਾ ਕਰੇ। ਗ੍ਰਸਤ ਪਣੇ ਦਾ ਹੰਕਾਰ ਨਾ ਕਰੇ, ਜੋਗੀ ਜੋਗ ਪਣੇ ਦਾ ਹੰਕਾਰ ਨਾ ਕਰੇ, ਭਾਵ ਸਮਦ੍ਰਿਸ਼ਟੀ ਰਹਿਣਾ ਕਰੇ। ਇਉਂ ਜਿਹੜਾ ਪਵਿੱਤਰ ਹੋ ਕੇ ਵਰਤਣਾ ਕਰੇ, ਇਹੀ ਅਸਲੀ ਜੀਵਨ ਦੀ ਜੁਗਤੀ ਹੈ। ਤੇ ਜੇ ਕਿਸੇ ਦੇ ਜਿਉਣੀ ਹੋਵੇ ਤਾਂ ਉਹਦੇ ਬਸ। ਅਗਲੀ ਤੁਕ ਵਿੱਚੋਂ ਤੀਸਰੇ ਪ੍ਰਸ਼ਨ ਕੰਨ ਪੜਾਏ ਕਿ ਖਾਜੈ ਭੁਗਤ, ਇਹ ਰਹਿੰਦਾ ਸੀ ਨਾ ਤੀਸਰਾ। ਇਹ ਪ੍ਰਸ਼ਨ ਦਾ ਉੱਤਰ ਦਿੰਦੇ ਹਨ ਜੇ ਨਿਰੰਕਾਰ ਜੋ ਰਹਿ ਸਮਾਏ। ਨਿਰੰਕਾਰ ਪਰਮੇਸ਼ਰ ਦੇ ਵਿੱਚ ਜਿਹੜਾ ਵੀ ਹਰ ਵਕਤ ਲੀਨ ਹੋ ਕੇ ਸਮਾਇਆ ਰਹਿੰਦਾ, ਮਿਲਿਆ ਰਹਿੰਦਾ ਹੈ। ਕਾਹੀ ਭੀਖਿਆ ਮੰਗਣ ਜਾਏ। ਉਹ ਕਾਹੇ ਕਿਸ ਬਾਤ ਤੇ ਠੂਠਾ ਫੜ ਕੇ ਖੈਰ ਮੰਗਣ ਜਾਊਗਾ। ਰੱਬ ਤੇ ਭਰੋਸਾ ਉਹਨੂੰ, ਭਾਵ ਉਹ ਕੰਨ ਪੜਾ ਕੇ ਭਿੱਖਿਆ ਮੰਗਣ ਦੀ ਲੋੜ ਨਹੀਂ ਹੈ ਉਹਨੂੰ। ਫਿਰ ਇਹ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ। ਤੇ ਪ੍ਰਸ਼ਨ ਹੈ ਵੀ ਪ੍ਰਮਾਤਮਾ ਦਾ ਮੰਦਿਰ ਕਿਹੜਾ ਜੀ ਅਸਲੀ? ਇਹ ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛਿਆ ਸੀ। ਇਹ ਦੇਖ ਲਓ ਵੀ ਜਿੱਥੇ ਸਿੱਧਾਂ ਦੇ ਨਾਲ ਕੋਈ ਵੀ ਚਰਚਾ ਚਾਹੇ ਸ਼ਬਦਾਂ ਚ ਆ ਜਾਏ, ਚਾਹੇ ਸਿੱਧ ਗੋਸ਼ਟੀ, ਉੱਥੇ ਹੀ ਉੱਤਰ ਪ੍ਰਸ਼ਨ ਗਹਿਰੇ ਹੋ ਜਾਂਦੇ ਨੇ। ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛਿਆ ਸੀ ਹਰੀ ਦਾ ਮੰਦਿਰ ਕਿਹੜਾ? ਉੱਤਰ ਦਿੰਦੇ ਨੇ ਪੌੜੀ। ਹਾਂਜੀ, ਪੌੜੀ ਕਥਨ ਕਰਦੇ ਆ ਜੀ ਹਰ ਮੰਦਰ ਸੋਈ ਆਖੀਐ। ਭਾਈ ਸਰੀਰ ਦਾ ਹਰੀ ਦਾ ਮੰਦਰ ਭਾਵ ਰਹਿਣ ਦੀ ਜਗ੍ਹਾ ਸਥਾਨ ਹੈ। ਅਸਲ ਵਿੱਚ ਸੋਈ ਉਹੀ ਹਰ ਪਰਮੇਸ਼ਰ ਦਾ ਮੰਦਰ ਆਖੀਐ ਕਹੀਦਾ ਹੈ। ਜਿੱਥੋਂ ਹਰ ਜਾਤਾ, ਜਿੱਥੇ ਹਰ ਪਰਮੇਸ਼ਰ ਨੂੰ ਜਾਤਾ ਜਾਣਿਆ ਜਾਂਦਾ ਹੈ, ਉਹ ਕੇਵਲ ਮਨੁੱਖਾ ਸਰੀਰ ਹੈ। ਪਸ਼ੂ ਪੰਛੀ ਦੀ ਜੋਨ ਦੇ ਵਿੱਚ ਤਾਂ ਪ੍ਰਮਾਤਮਾ ਪ੍ਰਾਪਤ ਹੀ ਨਹੀਂ ਹੋ ਸਕਦਾ, ਜਾਣਿਆ ਨਹੀਂ ਜਾਂਦਾ, ਬੁੱਧ ਨਹੀਂ ਹੈ। ਪ੍ਰਸ਼ਨ ਕੀਤਾ ਫਿਰ ਉਹ ਕਿੱਥੇ ਪ੍ਰਾਪਤ ਹੁੰਦਾ ਹੈ ਜੀ? ਅੱਗੇ ਉੱਤਰ ਦਿੰਦੇ ਨੇ ਮਾਨਸ ਦੇਹ ਗੁਰ ਬਚਨੀ ਪਾਇਆ। ਜਿਨ੍ਹਾਂ ਨੇ ਗੁਰਾਂ ਦੇ ਬਚਨੀ ਬਚਨਾਂ ਨੂੰ ਮੰਨ ਕੇ ਮਨੁੱਖਾ ਦੇਹੀ ਦੇ ਵਿੱਚ ਪਰਮੇਸ਼ਰ ਨੂੰ ਪਾਇਆ ਪਾ ਲਿਆ ਹੈ। ਸਭ ਆਤਮ ਰਾਮ ਪਛਾਤਾ। ਉਹਨਾਂ ਨੇ ਸਭ ਸਾਰੀ ਜਗ੍ਹਾ ਬ੍ਰਹਮ ਆਤਮਾ ਰਮਿਆ ਹੋਇਆ ਪਰਮੇਸ਼ਰ ਪਛਾਤਾ, ਪਛਾਣ ਲਿਆ। ਇਉਂ ਫਿਰ ਪਰਮੇਸ਼ਰ ਮਨੁੱਖਾ ਦੇਹੀ ਵਿੱਚ ਹੀ ਪ੍ਰਾਪਤ ਹੁੰਦਾ ਹੈ। ਬਾਹਰ ਮੂਲ ਨਾ ਖੋਜੀਐ। ਬਾਹਰ ਸੰਸਾਰ ਦੇ ਵਿੱਚ ਕਾਹੇ ਰੇ ਬਨ ਖੋਜਣ ਜਾਈ। ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਉਹ ਮੌਜੂ ਬਾਸ ਬਸਤ ਹੈ ਮੁਕਰ ਮੈਂ ਜੈਸੇ ਸ਼ਾਈ। ਤੈਸੀ ਹਰ ਵਸੈ ਨਿਰੰਤਰ ਘਟ ਹੀ ਖੋਜੋ ਪਾਈ। ਬਾਹਰ ਕਾਹਦੇ ਲਈ? ਕਦਾਚਿਤ ਮੂਲ ਕਦਾਚਿਤ ਵੀ ਪਰਮੇਸ਼ਰ ਨੂੰ ਖੋਜੀਏ, ਭਾਲਣਾ ਨਾ ਕਰੀਏ, ਨਹੀਂ ਚਾਹੀਦਾ। ਘਰ ਮਾਹੇ ਵਿਦਾਤਾ। ਕਿਉਂਕਿ ਉਹ ਵਿਦਾਤਾ ਫਲ ਵਰਦਾਤਾ ਹਿਰਦੇ ਰੂਪੀ ਘਰ ਦੇ ਵਿੱਚ ਹੈ। ਤੂੰ ਹਿਰਦੇ ਗੋਤ ਬਸੈਂ ਦਿਨ ਰਾਤੀ, ਤੇਰਾ ਭਾਉ ਨਾ ਬੁਝੇ ਗੁਬਾਰੇ।
ਇਹ ਹਿਰਦੇ ਵਿੱਚ ਹੀ ਹੈ। ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ। ਜਿਹੜੇ ਮਨਮੁਖ ਹੈ ਉਹਨਾਂ ਨੇ ਸਰੀਰ ਰੂਪੀ ਮੰਦਰ ਦੀ ਖਬਰ ਨਹੀਂ ਜਾਣਨਾ ਕੀਤੀ ਹੈ। ਤਿਨ ਜਨਮ ਗਵਾਤਾ। ਉਹਨਾਂ ਨੇ ਮੂਰਖਾ ਜਨ ਨਿਸਫਲ ਗਵਾਰਿਆ, ਨਿਗਰੇ ਰਹਿ ਕੇ ਨਾ ਗੁਰੂ ਵਾਲੇ ਬਣੇ ਤੇ ਨਾ ਹੀ ਭਾਈ ਨਾਮ ਜਪਿਆ। ਮਨੁੱਖਾ ਸਰੀਰ ਪਸ਼ੂਆਂ ਪੰਛੀਆਂ ਦੀ ਨਹੀਂ ਗਵਾ ਲਿਆ ਹੈ। ਸਭ ਮਹਿ ਇੱਕ ਵਰਤਦਾ। ਸਾਰੇ ਇੱਕ ਪਰਮੇਸ਼ਰ ਹੀ ਵਰਤਦਾ ਹੈ, ਵਰਤ ਰਿਹਾ ਹੈ। ਗੁਰ ਸਬਦੀ ਪਾਇਆ ਜਾਈ। ਪਰ ਗੁਰਾਂ ਦੇ ਉਪਦੇਸ਼ ਦੁਆਰਾ ਹੀ ਪ੍ਰਾਪਤ ਕੀਤਾ ਜਾਂਦਾ ਹੈ। ਵਾਹ ਵਾਹ ਸੱਚੇ ਪਾਤਸ਼ਾਹ। ਹੇ ਸੱਚੇ ਪਾਤਸ਼ਾਹ ਤੂੰ ਬਹੁਤ ਚਰਜ ਹੈ, हे ਬਾਹੋ ਬਿਸਮਾਦ ਰੂਪ ਹੈ। ਤੂੰ ਸੱਚੀ ਨਾਈ। ਤੂੰ ਸੱਚੀ ਨਾਈ ਵਡਿਆਈ ਦਾ ਮਾਲਕ ਹੈ, ਸੱਚੀ ਮਹਿਮਾ ਵਾਲਾ ਹੈ। ਅੱਗੇ ਫਿਰ ਸਾਧ ਜੀ ਤੇ ਪ੍ਰਸ਼ਨ ਕੀਤਾ ਮਹਾਰਾਜ, हे ਗੁਰੂ ਅਮਰਦਾਸ ਜੀ ਮੂਰਖਾਂ ਦੇ ਲੱਛਣ ਦੱਸੋ। ਮੂਰਖ ਕੌਣ ਹੁੰਦਾ? ਉਹ ਤਾਂ ਜਣੇ ਖਣੇ ਨੂੰ ਕਹਿੰਦਾ ਫਲਾਣਿਆ ਤੂੰ ਤਾਂ ਮੂਰਖ ਹੀ ਹੈ। ਸਾਨੂੰ ਪਤਾ ਹੋਵੇ ਵੀ ਮੂਰਖ ਕੌਣ ਹੁੰਦਾ ਹੈ। ਗੁਰੂ ਸਾਹਿਬ ਜੀ ਉੱਤਰ ਦਿੰਦੇ ਨੇ। ਸ਼ਲੋਕ ਮਹਲਾ ਤੀਜਾ। ਮਹਾਰਾਜ ਸਾਹਿਬ ਜੀ ਤੇ ਉਹ ਸ਼ਲੋਕ ਮਹਲਾ ਤੀਜਾ ਤੀਸਰੇ ਪਾਤਸ਼ਾਹ ਉੱਤਰ ਦਿੰਦੇ ਹਨ ਜੀ। ਮੂਰਖ ਹੋਵੇ ਸੋ ਸੁਣੈ ਮੂਰਖ ਕਾ ਕਹਿਣਾ। ਕਹਿੰਦੇ ਮੂਰਖ ਉਹ ਹੁੰਦਾ ਹੈ ਅਸਲ ਦੇ ਵਿੱਚ ਤਾਂ ਜਿਹੜਾ ਮੂਰਖ ਦੇ ਆਖੇ ਲੱਗ ਜਵੇ ਉਹ ਬੜਾ ਮੂਰਖ ਹੋਇਆ। ਜਿਹੜਾ ਮੂਰਖ ਦੇ ਪਿੱਛੇ ਲੱਗ ਜਵੇ ਨਾ ਕਹਿੰਦਾ ਬੜਾ ਮੂਰਖ ਤਾਂ ਉਹ ਹੈ ਮਾਰੇ ਕਹਿੰਦੇ। ਤੇ ਇਸ ਕਰਕੇ ਮੂਰਖ ਦੇ ਕਹੇ ਹੋਏ ਬਾਕ ਸੁਣ ਕੇ ਹਿਰਦੇ ਦੇ ਅੰਦਰ ਅਮਲ ਕਰਦਾ ਹੈ ਉਹ ਅਸਲ ਮੂਰਖ ਸਮਝੋ ਤੁਸੀਂ। ਉਹੀ ਅਸਲ ਮੂਰਖ ਹੁੰਦਾ ਹੈ। ਮੂਰਖ ਹੋਵੇ ਸੋ ਸੁਣੇ। ਜਿਹੜਾ ਮੂਰਖਾਂ ਦੀ ਸੁਣ ਲੱਗ ਜਵੇ ਤੇ ਮੂਰਖ ਅੱਗੇ ਬੋਲਦੇ ਮੂਰਖ ਕਾ ਕਹਿਣਾ। ਮੂਰਖ ਕਾ ਕਹਿਣਾ। ਮੂਰਖ ਦੇ ਕਹੇ ਹੋਏ ਬਾਕਾਂ ਨੂੰ ਜਿਹੜਾ ਸੁਣੇ ਸੋ ਮੂਰਖ ਐਨ ਮੇਰੀ ਤੋਂ ਅਨੁਸਾਰ ਹੈ ਉਹਨੂੰ ਮੂਰਖ ਕਿਹਾ ਜਾਂਦਾ ਹੈ। ਤੇ ਅਗਲੇ ਤੁਕ ਦੇ ਅੰਦਰ ਪ੍ਰਸ਼ਨ ਰੂਪ ਦੇ ਵਿੱਚ ਕਹਿੰਦੇ ਨੇ ਮੂਰਖ ਕੀ ਕਿਆ ਲੱਖਣ ਹੈ। ਕਹਿੰਦੇ ਜੀ ਲੱਛਣ ਦੱਸੋ ਮੂਰਖ ਦੇ। ਐਂ ਕਹਿਣ ਦੇ ਨਾਲ ਨਹੀਂ ਸਪਸ਼ਟ ਹੋਇਆ। ਮੂਰਖ ਦੇ ਬੇਸਮਝ ਪੁਰਸ਼ ਦੇ ਕਿਹੜੇ ਲੱਖਣ, ਇਹ ਪ੍ਰਸ਼ਨ ਹੈ। ਫਿਰ ਅੱਗੇ ਹੋਰ ਪ੍ਰਸ਼ਨ ਹੈ ਕਿਆ ਮੂਰਖ ਕਾ ਕਰਨਾ। ਮੂਰਖ ਦਾ ਕਰਨਾ ਕਰਤਵ ਕੀ ਹੈ ਜੀ। ਤੇ ਇਹਦਾ ਹੁਣ ਉੱਤਰ ਦੇਣਗੇ ਮਹਾਰਾਜ। ਇੱਕ ਜਿਹੜਾ ਸਤਪੁਰਸ਼ਾਂ ਨੇ ਇਹਦਾ ਐਸਾ ਵੀ ਉੱਤਰ ਸਾਸ ਨਹੀਂ ਦਿੱਤਾ ਹੈ। ਅਨਾਚਾਰ ਆਚਾਰਗਤ ਅਤ ਨਿੰਦਾ ਅਤ ਊਪ ਮੂਰਖ ਕੇ ਖਟ ਲਖਣ ਹੈ ਅਤ ਬੋਲਣ ਅਤ ਚੂਪ। ਕਹਿੰਦੇ ਜਾਂ ਤਾਂ ਮੂਰਖ ਜਿਹੜਾ ਨਾ ਅਨਾਚਾਰ ਨਹਾਉਣਾ ਨਹੀਂ ਧੋਣਾ ਨਹੀਂ ਮੈਲੇ ਕੱਪੜੇ ਮੈਲੀ ਕਰਿਆ ਨਹਾਉਣਾ ਹੀ ਨਹੀਂ ਦਲਿਦਰੀ ਹੋਇਆ ਰਹਿਣਾ ਜਾਂ ਤਾਂ ਇਹ ਮੂਰਖ ਦਾ ਪਹਿਲਾ ਲੱਛਣ ਹੈ। ਸਮਝ ਲਓ ਵਿਅਕਤੀ ਮੂਰਖ ਹੈ ਜਿਹੜਾ ਸਫਾਈ ਨਹੀਂ ਰੱਖਦਾ ਸਰੀਰ ਦੀ ਕੱਪੜਿਆਂ ਦੀ। ਉਹ ਮੂਰਖ ਦਾ ਪਹਿਲਾ ਲੱਛਣ ਹੈ। ਦੂਸਰਾ ਅਨਾਚਾਰ ਜਾਂ ਆਚਾਰਗਤ ਜਾਂ ਫਿਰ ਇੰਨੀ ਸੁਚਮ ਵੀ ਕੱਪੜੇ ਧੋਈ ਜਾਣੇ ਆ ਹੱਥ ਹੀ ਮਾਂਜੀ ਜਾਣੇ ਆ ਬੇਲੋੜਾ ਹੀ ਐ ਸੋਣਾ ਵੀ ਮੇਰੇ ਵਰਗਾ ਸੁੱਚਾ ਕੋਈ ਨਹੀਂ ਹੈ। ਇਹ ਵੀ ਮੂਰਖ ਦਾ ਇਹ ਦੂਜਾ ਲੱਛਣ ਹੈ। ਲਿਮਟ ਦੇ ਅੰਦਰ ਹੈ ਸਾਰਾ ਕੁਝ। ਜਾਂ ਫਿਰ ਕਿਸੇ ਦੀ ਬਹੁਤੀ ਨਿੰਦਿਆਈ ਕਰੀ ਜਾਣੀ ਹੈ ਜਾਂ ਫਿਰ ਬੇਲੋੜੀ ਉਸਤਤ ਕਰੀ ਜਾਣੀ ਹੈ। ਇਹ ਮੂਰਖ ਦੇ ਦੋ ਲੱਛਣ ਇਹ ਨੇ, ਚਾਰ ਹੋ ਗਏ। ਤੇ ਇਸ ਕਰਕੇ ਕਹਿੰਦੇ ਮੂਰਖ ਕੇ ਖੱਟ ਲੱਖਣ ਹੈ ਅਤ ਬੋਲਣ ਜਾਂ ਤਾਂ ਬਹੁਤੇ ਹੀ ਬਕਵਾਸ ਕਰੀ ਜਾਣਾ ਜਾਂ ਜਮੇ ਹੀ ਚੁੱਪ ਕਰ ਜਾਣਾ ਬੋਲਣਾ ਹੀ ਨਹੀਂ। ਜੇ ਉਹਨੂੰ ਬੁਲਾਓ ਨਾ ਦੋ ਵਾਰੀ ਬੁਲਾਏ ਤੇ ਇੱਕ ਵਾਰੀ ਬੋਲੂਗਾ। ਇਹ ਸ਼ਾਸਤਰਕਾਰ ਕਹਿੰਦੇ ਸਮਝ ਲਓ ਵੀ ਮੂਰਖ ਹੈ ਚਾਹੇ ਪੜਿਆ ਲਿਖਿਆ ਕੋਈ ਨਾ ਹੋਵੇ। ਜਿਹੜਾ ਬੋਲੇ ਤੋਂ ਤੁਰੰਤ ਉੱਤਰ ਦੇਵੇ ਉਹਨੂੰ ਅਕਲ ਵਾਲਾ ਕਹਿ ਸਕਦੇ ਆ। ਜਿਹੜਾ ਦੋ ਵਾਰੀ ਕਹੇ ਤੋਂ ਫਿਰ ਇੱਕ ਵਾਰੀ ਹਾਂ ਹੂੰ ਕਰ ਦੇਣਾ ਸਮਝ ਲਓ ਵੀ ਮੂਰਖ ਹੈ। 6 ਲੱਛਣਾਂ 'ਚ ਇੱਕ ਲੱਛਣ ਹੈ ਮੂਰਖ ਦਾ। ਮਹਾਰਾਜ ਸਾਹਿਬ ਦੀ ਹੋਰ ਚੰਗੀ ਤਰ੍ਹਾਂ ਦੱਸਦੇ ਨੇ ਮੂਰਖ ਉਹ ਜੇ ਮੁਗਧ ਹੈ। ਇਹ ਭਾਈ ਉਹ ਮੂਰਖ ਹੈ ਜਿਹੜਾ ਹਰ ਵਕਤ ਮੁਕਤ ਬੇਸਮਝਪਣੇ ਵਿੱਚ ਕੰਮ ਕਰਦਾ ਹੈ ਅਕਲ ਦੇ ਨਾਲ ਨਹੀਂ ਕੰਮ ਕਰਦਾ। ਭਾਵ ਜਿਹੜਾ ਪ੍ਰਮਾਰ ਤੋਂ ਹੀਣਾ ਹੈ ਇਹ ਮੂਰਖ ਪੁਰਖ ਦੇ ਲੱਛਣ ਹਨ। ਅਹੰਕਾਰੀ ਮਰਨਾ। ਇਹ ਮੂਰਖ ਦਾ ਕਰਨਾ ਕਰਤਵ ਕੀ ਹੈ? ਇਹ ਪ੍ਰਸ਼ਨ ਸੀ ਨਾ। ਕਹਿੰਦੇ ਹੰਕਾਰ ਦੇ ਵਿੱਚ ਮਰਦਾ ਰਹਿੰਦਾ ਹੈ। ਹੰਕਾਰ ਦੇ ਵਿੱਚ ਹੀ ਆਤਮਕ ਮੌਤ ਮਰਨਾ ਕਰਦਾ ਹੈ। ਇਹ ਮੂਰਖ ਦੇ ਕਰਤਵ ਹਨ। ਈਤ ਕਮਾਣਾ ਸਦਾ ਦੁੱਖ। ਇਸ ਹੰਕਾਰ ਦੇ ਸਹਿਤ ਕਰਮ ਕਮਾਉਣ ਕਰਕੇ ਹਮੇਸ਼ਾ ਦੁੱਖ ਕਸ਼ਟ ਪ੍ਰਾਪਤ ਹੁੰਦਾ ਹੈ। ਦੁੱਖ ਹੀ ਮਹਿ ਰਹਿਣਾ। ਉਹ ਦੁੱਖ ਦੇ ਵਿੱਚ ਹੀ ਉਹਦਾ ਜਿਹੜਾ ਨਾ ਉਮਰ ਬਤੀਤ ਹੋ ਜਾਂਦੀ ਹੈ। ਦੁੱਖ ਦੇ ਵਿੱਚ ਹੀ ਰਹਿਣਾ ਹੈ ਉਸਨੇ ਸਦਾ ਜੰਮਣ ਮਰਨ ਦੇ ਦੁੱਖ ਵਿੱਚ ਹੀ ਪਿਆ ਰਹਿੰਦਾ ਹੈ। ਅਤ ਪਿਆਰਾ ਪਵੈ ਖੂਹ। ਜੇ ਕੋਈ ਅਤਿਅੰਤ ਪਿਆਰਾ ਸਨੇਹੀ ਖੂਹ ਵਿੱਚ ਪਵੇ ਭਾਵ ਕਿ ਅੰਨਾ ਹੋਵੇ ਅੱਖਾਂ ਤੋਂ ਹੋਵੇ ਸੰਬੰਧੀ ਖੂਹ ਵੱਲ ਨੂੰ ਜਾਂਦਾ ਹੋਵੇ ਜਾਂ ਫਿਰ ਕੁਸੰਗਤ ਕੁਮਾਰਗ ਖੋਟੇ
ਸੰਸਾਰ ਰੂਪੀ ਖੂਹ ਵਿੱਚ ਡਿੱਗਦਾ ਹੋਵੇ, ਕਿਹੋ ਸੰਜਮ ਕਰਨਾ। ਉਹਦੇ ਕੱਢਣ ਦਾ ਜੀ ਕੋਈ ਸੰਜਮ ਉਪਾਅ ਕਰਨਾ ਯੋਗ ਹੈ ਕਿ ਨਹੀਂ? ਤਾਂ ਮਹਾਰਾਜ ਉੱਤਰ ਦਿੰਦੇ ਨੇ, ਗੁਰਮੁਖ ਹੋਏ ਸੋ ਕਰੇ ਵਿਚਾਰ। ਜੇ ਤਾਂ ਅੱਗੇ ਤੋਂ ਗੁਰਮੁਖ ਸੁਭਾਅ ਨੂੰ ਧਾਰਨ ਵਾਲਾ ਹੋਵੇ, ਉਹ ਵਿਚਾਰ ਕਰੇ ਕਰਦਾ ਹੈ ਕਿ ਠੀਕ ਹੈ ਮੇਰੇ ਭਲੇ ਦੀ ਗੱਲ ਕਹਿੰਦਾ, ਮੰਨਣ ਵਾਲਾ ਹੋਵੇ, ਫਿਰ ਉਸ ਨੂੰ ਸੰਸਾਰ ਰੂਪੀ ਕੁਮਾਰਗ ਤੋਂ, ਤੇ ਅੱਗੇ ਦੱਸਦੇ ਨੇ, ਉਸ ਅਲਿਪਤੋ ਰਹਿਣਾ। ਉਸ ਅਲਿਪਤੋ ਨਿਰਲੇਪ ਰਹਿਣਾ ਕਰਦਾ ਹੈ। ਗੁਰਮੁਖ ਹੋਏ ਸੋ ਕਰੇ ਵਿਚਾਰ। ਜਿਹੜਾ ਐਸਾ ਪੁਰਖ ਕਹਿਣਾ ਨਾ ਮੰਨੇ, ਜੋ ਗੁਰਮੁਖ ਹੁੰਦਾ ਉਹ ਵੀ ਵਿਚਾਰ ਕਰਦਾ ਹੈ ਵੀ ਇਹ ਤਾਂ ਮੂਰਖ ਹੈ, ਉਹ ਉਸ ਅਲਿਪਤੋ ਰਹਿਣਾ, ਉਹ ਤੇ ਨਿਰਲੇਪ ਹੀ ਰਹੇ, ਵੀ ਉਹਦੇ ਨਾਲ ਤਾਂ ਝਗੜਾ ਹੀ ਨਾ ਕਰੇ। ਗੁਰਮੁਖ ਹੋਏ ਸੋ ਕਰੇ ਵਿਚਾਰ। ਜੇ ਕੋਈ ਬਹੁਤਾ ਪਿਆਰਾ, ਤੇ ਜੇ ਕੋਈ ਬਹੁਤ ਹੀ ਪਿਆਰਾ ਹੋਵੇ ਪਿਆਰਾ, ਤੇ ਮੂਰਖ ਸੰਸਾਰ ਰੂਪੀ ਖੂਹ ਦੇ ਵਿੱਚ ਜਾਂ ਮੰਦ ਕਰਮ ਦੀ ਪ੍ਰਵਿਰਤ ਹੋਣ ਰੂਪ ਖੂਹ ਵਿੱਚ ਪਵੇ, ਡਿੱਗਦਾ ਹੋਵੇ, ਉਸ ਦੀ ਬਾਬਤ ਕੋਈ ਉਪਾਅ ਕਰਨਾ ਚਾਹੀਦਾ ਹੈ? ਸਵਾਲ ਸੀ। ਕਹਿੰਦੇ ਜੇ ਕੋਈ ਮੂਰਖ ਗੁਰਮੁਖ ਸੁਭਾਅ ਨੂੰ ਧਾਰਨ ਵਾਲਾ ਹੋਵੇ, ਮੂਰਖਤਾਈ ਛੱਡ ਕੇ ਉਹ ਵਿਚਾਰ ਨਿਰਣਾ ਕਰੇ, ਕਰ ਲਵੇ, ਫਿਰ ਗੁਰਮੁਖ ਜਨ ਉਹਦਾ ਭਲਾ ਕਰ ਦੇਵੇ, ਭਾਵ ਉਹਨੂੰ ਸੰਸਾਰ ਰੂਪੀ ਖੂਹ 'ਚ ਡਿੱਗਦੇ ਨੂੰ ਬਚਾ ਲਵੇ। ਲੇਕਿਨ ਜੇ ਮੂਰਖ ਉਹ ਗੁਰਮੁਖ ਜਨਾਂ ਨੂੰ, ਤੇ ਉਹ ਵਿੱਚੇ ਡੁੱਬਣ ਵਾਲਾ ਹੋਵੇ, ਉਹਨੂੰ ਕਹੇ ਜੇ ਕਿ ਭਾਈ ਤੂੰ ਚੱਲ ਗੁਰਦੁਆਰੇ, ਤੇ ਉਹ ਕਹਿੰਦਾ ਕਾਹਦੇ ਲਈ ਜਾਣਾ, ਮੈਂ ਕਿਹੜਾ ਪਾਪ ਕਰਨਾ? ਉਹਨੂੰ ਕਹਿਤਾ ਨਾ ਵੀ ਤੂੰ ਪਾਪੀ ਹੈ, ਤੂੰ ਤਾਂ ਜਾਣਾ ਗੁਰਦੁਆਰੇ। ਉਹ ਕਹਿੰਦਾ ਤਰ ਜਾਈਦਾ, ਕਹਿੰਦਾ ਕੋਈ ਨਹੀਂ, ਜਦੋਂ ਤਰਨ ਦੀ ਗੱਲ, ਤੇਰੀ ਪੂੰਛ ਫੜ ਕੇ ਤਰ ਜਾਗੇ। ਉਹਨੂੰ ਵੀ ਪਸ਼ੂ ਬਣਾ ਦਿੱਤਾ, ਬੰਦੇ ਦੀ ਤਾਂ ਪੂੰਛ ਹੀ ਨਹੀਂ ਹੁੰਦੀ। ਇਉਂ ਫਿਰ ਉਹ ਤੇ ਫਿਰ ਕੀ ਕਰਨ ਜਾ, ਉਸ ਅਲਿਪਤ ਤੋਂ ਰਹਿਣਾ, ਨਿਰਲੇਪ ਰਹਿਆ। ਜੇ ਮੂਰਖਾਂ ਤੋਂ ਪੜ੍ਹ ਕਰੇ ਹੋ ਬੂਝਿਆ, ਮੂਰਖ ਹੈ ਨਾਲ ਨਾ ਲੂਝਿਆ, ਉਹਨਾਂ ਨਾਲ ਨਹੀਂ ਲੁਝਣਾ ਚਾਹੀਦਾ। ਹਰ ਨਾਮ ਜਪੈ ਆਪ ਉਧਰੈ। ਤੇ ਪਰਮੇਸ਼ਰ ਦੇ ਨਾਮ ਨੂੰ ਮਨ ਬਾਣੀ ਸਰੀਰ ਕਰਕੇ ਜਪਣਾ ਕਰੇ, ਉਹ ਆਪ ਉਧਰੈ ਮੁਕਤ ਹੋ ਜਾਂਦਾ ਹੈ। ਉਸ ਪਿਛੈ ਡੁੱਬਦੇ ਭੀ ਤਰਣਾ। ਉਹਦੇ ਪਿੱਛੇ ਸੰਸਾਰ ਸਮੁੰਦਰ ਡੁੱਬਦੇ ਹੋਏ ਲੋਕਾਂ ਨੇ, ਉਹਨਾਂ ਨੇ ਵੀ ਤਰ ਜਾਣਾ ਜਿਹੜੇ ਉਹਦੀ ਸੰਗਤ ਕਰਨਗੇ। ਨਾਨਕ ਜੋ ਤਿਸ ਭਾਵੈ ਸੋ ਕਰੇ। ਸਤਿਗੁਰੂ ਜੀ ਪ੍ਰਮਾਣ ਕਰਦੇ, ਜੋ ਜਿਹੜਾ ਕੁਛ ਉਸ ਪਰਮੇਸ਼ਰ ਨੂੰ ਭਾਉਂਦਾ ਚੰਗਾ ਲੱਗਦਾ ਉਹੀ ਕਰਦਾ ਹੈ। ਜੋ ਦੇ ਸੋ ਸਹਿਣਾ। ਉਹ ਪਰਮੇਸ਼ਰ ਦੋ ਵੀ ਦੁੱਖ ਸੁੱਖ, ਇੱਕ ਨਾ ਦੁੱਖ ਭੂਖ ਸਦਮਾਰ, ਇਹ ਪਿਦਾ ਤੇਰੀ ਦਾਤਾਰ ਸਮਝ ਕੇ, ਕਰਮਾਂ ਦਾ ਫਲ ਸਮਝ ਕੇ ਉਹਦੇ ਅਨੁਸਾਰ, ਕਿਉਂਕਿ ਬੇਇਨਸਾਫੀ ਕਿਸੇ ਨਾਲ ਨਹੀਂ ਕਰਦਾ ਪਰਮਾਤਮਾ, ਉਹਦੇ ਅਨੁਸਾਰ ਦੁੱਖ ਸੁੱਖ ਦਿੰਦਾ ਹੈ, ਉਸ ਨੂੰ ਸਹਿਣਾ ਸਹਾਰਨਾ ਕਰੇ। ਮਹੱਲਾ ਪਹਿਲਾ। ਤੇ ਮਹਾਰਾਜ ਸਾਹਿਬ ਜੀ ਮਹੱਲੇ ਵਿੱਚ ਉਚਾਰਨ ਕਰਦੇ ਹਨ, ਨਾਨਕ ਆਖੈ ਰੀ ਮਨਾ। ਸਤਿਗੁਰੂ ਕਥਨ ਕਰ ਰਹੇ, ਮਨਾ ਤੂੰ ਸੁਣਨਾ ਕਰ, ਸੁਣੀਐ ਸਿੱਖ ਸਹੀ। ਇਹ ਸਹੀ ਸੱਚੀ ਸਹੀ ਨਿਸ਼ਚੈ ਕਰਕੇ ਸਿੱਖਿਆ ਨੂੰ ਸੁਣਨਾ ਕਰ। ਲੇਖਾ ਰੱਬ ਮੰਗੇਸੀਆ। ਇਹ ਰੱਬ ਜਿਹੜਾ ਹੈ ਪਰਮਾਤਮਾ, ਕਹਿੰਦੇ ਇੱਕ ਦਿਨ ਲੇਖਾ ਮੰਗੂਗਾ, ਇਹ ਸਮਝ ਲੈ ਤੂੰ। ਦਰਗਾਹ ਦੇ ਅੰਦਰ ਪਰਮੇਸ਼ਰ ਨੇ ਤੇਰੇ ਪਾਸੋਂ ਹਿਸਾਬ ਮੰਗਣਾ, ਮੰਗੇਸੀਆ। ਤੇ ਇਹ ਦੇਖੋ ਭਾਈ, ਸਾਰੀਆਂ ਪੋਥੀਆਂ ਮੰਗੇਸੀਆ ਹੀ ਪਾਠ ਹੈ, ਤਾਂ ਤੇ ਮੰਗਸੀ ਵੀ ਹੈ ਕਿਸੇ ਕੋਲ। ਇਸ ਤਰ੍ਹਾਂ ਪਾਠ ਮੰਗੇਸੀ ਹੈ ਨਾ ਸਾਰੇ, ਇਹੀ ਹੋਣਾ ਚਾਹੀਦਾ, ਪਰ ਕਈ ਪੋਥੀਆਂ ਦੇ ਵਿੱਚ ਪਾਠ ਇਹ ਗਲਤ ਛਪਿਆ ਵੀ ਮਿਲਿਆ। ਲੇਖਾ ਰੱਬ ਮੰਗੇਸੀਆ, ਉਹ ਮੰਗੇਗਾ ਪਰਮੇਸ਼ਰ ਵਾਹਿਗੁਰੂ। ਬੈਠਾ ਕੱਢ ਰਹੀ। ਤੇ ਕੀਤੇ ਕਰਮਾਂ ਧਰਮਾਂ ਦੀ ਬਹੀ, ਹਿਸਾਬ ਦੀ ਕਿਤਾਬ, ਹਿਸਾਬ ਕਿਤਾਬ ਦੀ ਜਿਹੜੀ ਹੈ ਨਾ, ਉਹ ਜਿਹਦੇ 'ਚ ਹਿਸਾਬ ਲਿਖਿਆ ਹੋਇਆ, ਹਿਸਾਬ ਦੀ ਕਿਤਾਬ ਕੱਢ ਕੇ ਬੈਠਾ ਲੇਖਾ। ਉੱਥੇ ਚਿੱਤਰਗੁਪਤ ਗਵਾਹੀਆਂ ਦੇਣਗੇ, ਰਤੀਓ ਮਾਸਾ ਤੋਲ ਕਢਾ ਜਾਂਦਾ, ਫਿਰ ਉੱਥੇ ਨਿਆਂ ਹੋਏਗਾ। ਤਲਬਾ ਪੌਸਨ ਆਕੀਆ। ਜਿਨ੍ਹਾਂ ਦੀ ਤਰਫ ਪਾਪਾਂ ਰੂਪੀ ਕਰਮਾਂ ਦੀ ਕੀਤੇ ਸੰਚਿਤ ਕਰਮਾਂ ਦੀ ਬਾਕੀ ਰਹੀ ਹੈ, ਜਿਨ੍ਹਾਂ ਦਾ ਕੀਤੇ ਕਰਮਾਂ ਧਰਮਾਂ ਦਾ ਹਿਸਾਬ ਕਿਤਾਬ ਅਜੇ ਰਹਿ ਗਿਆ ਹੈ, ਉਹਨਾਂ ਦੀ ਜਿਹੜੀ ਤੇ ਬਾਕੀ ਜਿਨ੍ਹਾਂ ਰਹੀ, ਉਹਨਾਂ ਆਕੀਆਂ ਹੰਕਾਰੀਆਂ, ਉਹਨਾਂ ਆਕੀ ਬਾਗੀਆਂ, ਭਾਵ ਮਨ ਦੇ ਬੇਮੁਖ ਪੁਰਖਾਂ ਨੂੰ ਜਮਾਂ ਦੇ ਤਲਬਾ ਸਖਤੀ ਨਾਲ, ਬਾਕੀ ਜਿਨ੍ਹਾਂ ਰਹੀ ਉਹਨਾਂ ਨੂੰ ਤਲਬਾ ਪੌਸਨ ਆਕੀਆਂ, ਉਹਨਾਂ ਨੂੰ ਤਲਬਾ ਪੌਸਨ ਸੱਦੇ ਪੈਣਗੇ। ਬਾਕੀ ਜਿਨ੍ਹਾਂ ਰਹੀ। ਜਿਨ੍ਹਾਂ ਦੇ ਕਰਮਾਂ ਧਰਮਾਂ ਦੀ ਬਾਕੀ ਹਿਸਾਬ ਰਹਿ ਗਿਆ, ਜਿਨ੍ਹਾਂ ਦੀ ਬਾਕੀ ਰਹਿੰਦੀ ਹੋਵੇ ਨਾ ਕਰਜ਼ਾ, ਤੇ ਉਹਨਾਂ ਨੂੰ ਬੁਲਾਵੇ ਆਉਂਦੇ ਆ ਵੀ ਕਰਜ਼ਾ ਭਰੋ ਭਾਈ, ਤੁਹਾਡੀ ਕਿਸ਼ਤ ਆ ਗਈ, ਨੇ ਫਿਰ ਹੱਥਕੜੀ ਲੱਗ ਜਾਂਦੀ ਹੈ। ਐ ਹਿਸਾਬ ਕਿਤਾਬ ਹੁੰਦਾ ਹੈ। ਬਾਕੀ ਜਿਨ੍ਹਾਂ ਰਹੀ, ਜਿਨ੍ਹਾਂ ਦੀ ਬਾਕੀ ਰਹਿ ਗਈ ਹੈ, ਉਹਨਾਂ ਦੀ ਤਲਬਾ ਪੌਸਨ ਆਕੀਆਂ ਨੂੰ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਹੋਵੇਗਾ।
ਤਲਬਾ ਪੌਸਨ ਆਕੀਆ ਬਾਕੀ ਜਿਨਾ ਰਹੀ। ਜਿਨ੍ਹਾਂ ਦੇ ਤਰਫ, ਜਿਨ੍ਹਾਂ ਦੇ ਪਾਸ ਪਾਪਾਂ ਰੂਪ, ਜਿਹੜੇ ਪਾਪ ਰੂਪ ਕਰਮਾਂ ਦੀ ਬਾਕੀ ਹੈ, ਤੇ ਜਿਨ੍ਹਾਂ ਦੀ ਸੰਚਿਤ ਕਰਮਾਂ ਦੀ ਬਾਕੀ ਰਹੀ ਹੈ, ਜਿਨ੍ਹਾਂ ਦੇ ਕੀਤੇ ਕਰਮਾਂ ਧਰਮਾਂ ਦਾ ਹਿਸਾਬ ਕਿਤਾਬ ਰਹਿ ਗਿਆ ਹੈ, ਉਹਨਾਂ ਆਕੀਆਂ ਹੰਕਾਰੀਆਂ ਨੂੰ, ਜਾਂ ਉਹਨਾਂ ਆਕੀਆਂ ਬਾਗੀਆਂ ਤੇ ਭਾਵ ਮਨ ਦੇ ਬੇਮੁਖ ਪੁਰਖਾਂ ਨੂੰ ਜਮਾਂ ਦੀਆਂ ਤਲਬਾਂ ਸਖਤੀ ਦੇ ਨਾਲ ਪੌਸਨ ਸੱਦੇ ਪੈਣਗੇ ਉਹਨਾਂ ਨੂੰ। ਅਜਰਾਈਲ ਫਰਿਸ਼ਤਾ, ਜੋ ਅਜਰਾਈਲ ਫਰਿਸ਼ਤਾ ਹੈ, ਇਹ ਸਾਧ ਸੰਗਤ ਜੀ ਇਸਲਾਮ ਦੇ ਵਿੱਚ 4 ਮੰਨੇ ਹੈ। ਇੱਕ ਤਾਂ ਹੈਗਾ ਜਿਬਰਾਈਲ, ਉਹ ਫਰਿਸ਼ਤਿਆਂ ਦਾ ਸਰਦਾਰ ਹੈ, ਉਹ ਰੱਬ ਦਾ ਜਿਹੜਾ ਅੱਲਾ ਦਾ ਪੈਗਾਮ ਹੈ ਨਾ, ਇਸਲਾਮ 'ਚ ਇਹ ਲਿਖਿਆ, ਉਹ ਪੈਗੰਬਰਾਂ ਤੱਕ ਪਹੁੰਚਾਉਂਦਾ ਹੈ, ਉਹਦਾ ਨਾਮ ਹੈ ਜਿਬਰਾਈਲ। ਦੂਸਰਾ ਮਿਕਾਈਲ, ਮਿਕਾਈਲ ਜਿਹੜਾ ਬਾਰਿਸ਼ ਮੀਂਹ ਪੈਂਦਾ ਹੈ, ਇਸਲਾਮ ਨੇ ਉਹਦਾ ਦੇਵਤਾ ਮੰਨਿਆ। ਇੱਕ ਹੈ ਇਸਰਾਫੀਲ, ਇਸਰਾਫੀਲ ਹੈ ਜਿਹੜਾ ਇਹ ਕਿਆਮਤ ਦੇ ਦਿਨ ਜਿਹਨੇ ਬਾਜਾ ਵਜਾਉਣਾ ਹੈ। ਆ ਈਸਾਈਆਂ ਦੇ ਮੰਦਿਰ ਤੇ ਨਾ ਤੁਸੀਂ ਦੇਖੋਗੇ ਉੱਪਰ ਸਿਖਰ ਤੇ ਇੱਕ ਫੋਟੋ ਬਣੀ ਹੁੰਦੀ ਹੈ, ਉਹਦੇ ਉੱਤੇ ਹੱਥ ਦੇ ਚ ਤੂਤੀ ਫੜੀਏ ਬਾਜਾ ਫੜਿਆ ਹੈ, ਇਹ ਉਹਦੀ ਨਕਲ ਹੈ। ਤੇ ਇਉਂ ਸਾਧ ਸੰਗਤ ਜੀ ਚੌਥਾ ਜਿਹੜਾ ਹੈ ਉਹਦਾ ਨਾਂ ਅਜ਼ਰਾਈਲ, ਅਜ਼ਰਾਈਲ ਇਹ ਮੌਤ ਦਾ ਫਰਿਸ਼ਤਾ ਹੈ। ਤੇ ਆਪਾਂ ਹਿੰਦੂ ਮਤ ਦੇ ਵਿੱਚ, ਸਿੱਖ ਮਤ 'ਚ ਧਰਮਰਾਜ ਕਹਿ ਦਿੰਦੇ ਆ, ਇਹ ਸ਼ਬਦਾਂ ਦਾ ਹੀ ਫਰਕ ਹੈ। ਅਜ਼ਰਾਈਲ ਫਰਿਸ਼ਤਾ, ਉਹ ਜਿਹੜਾ ਅਜ਼ਰਾਈਲ ਹੈ, ਉਹ ਪਰਮੇਸ਼ਰ ਨੇ ਕਰਮਾਂ ਦਾ ਹਿਸਾਬ ਸਜ਼ਾ ਦੇਣ ਵਾਸਤੇ ਉਹਨਾਂ ਦੇ ਉੱਤੇ ਆ ਕਰਕੇ ਨਾ, ਤੇ ਅਜ਼ਰਾਈਲ ਫਰਿਸ਼ਤਾ ਹੋਸੀ ਆਏ ਤਈ, ਉਹ ਆ ਕਰਕੇ ਤੈਨਾਤ ਮੁਕਰਰ ਹੋਸੀ ਹੋਵੇਗਾ ਜਦੋਂ ਪਰਮੇਸ਼ਰ ਦੀ ਆਗਿਆ ਅਨੁਸਾਰ ਅਸਤੂਲ ਦੇਹ ਚੋਂ ਸੂਖਮ ਦੇਹ ਨੂੰ ਕੱਢਣਾ ਕੀਤਾ। ਆਵਣ ਜਾਣ ਨਾ ਸੁਝੇ, ਜਿੰਦ ਸਾਰੀ ਤੱਕ ਇਕੱਠੀ ਬੋਲ ਦੋ ਜੀ। ਆਵਣ ਜਾੜ ਨਾ ਸੁਝੇ ਭੀੜੀ ਗਲੀ ਫਹੀ, ਜਿੰਦ ਭੀੜੀ ਤੰਗ ਜੂਨ ਰੂਪੀ ਗਲੀ, ਉਹ ਬੀਹੀ ਦੇ ਵਿੱਚ ਫਹੀ ਫਸੇਗੀ, ਦੁਖੀ ਹੋਵੇਗੀ। ਐ ਸੱਤ ਹੈ ਇਹ ਸਾਧ ਸੰਗਤ ਜੀ, ਰਾਈ ਜਿਨਾ ਇਹਦੇ ਚ ਕੋਈ ਮਿਥਿਆ ਨਹੀਂ, ਕੋਈ ਵਾਧੂ ਗੱਲ ਨਹੀਂ ਹੈ। ਉਦੋਂ ਆਵਣ ਜਾਣ ਵਾਲੇ ਕੁਝ ਵੀ ਨਾ ਨਹੀਂ ਸੁਝਦਾ ਹੀ ਨਹੀਂ, ਕਿੱਧਰ ਨੂੰ ਆਵਾਂ ਤੇ ਕਿੱਧਰ ਨੂੰ ਜਾਵਾਂ, ਉਹ ਤੇ ਫਸੂਗਾ। ਕਿੱਧਰੋਂ ਆਇਆ ਤੇ ਕਿੱਧਰ ਨੂੰ ਜਾਣਾ ਹੈ, ਐਸੀ ਔਕੜ ਦੇ ਸਮੇਂ ਜੀਵ ਨੂੰ ਕੁਝ ਵੀ ਨਹੀਂ ਦਿਸੇਗਾ, ਬੁਰਾ ਹਾਲ ਹੋਵੇਗਾ। ਕੂੜ ਨਿਖੁੱਟੇ ਨਾਨਕਾ, ਸਤਿਗੁਰੂ ਕਥਨ ਕਰ ਉੱਥੇ ਦਰਗਾਹ ਦੇ ਵਿੱਚ ਕੂੜ ਝੂਠ ਨਿਖੁੱਟੇ ਮੁੱਕ ਜਾਣਾ ਹੈ, ਖਤਮ ਹੋ ਜਾਣਾ ਹੈ। ਓੜਕ ਅੰਤ ਨੂੰ ਫਿਰ ਓੜਕ ਸੱਚ ਰਹੀ, ਓੜਕ ਅੰਤ ਨੂੰ ਸਚਾਈ ਹੀ ਰਹੇਗੀ। ਭਾਵ ਝੂਠੇ ਪੁਰਖਾਂ ਨੂੰ ਮੰਦ ਕਰਮਾਂ ਕਰਕੇ ਭਾਰੀ ਦੰਡ ਮਿਲੇਗਾ, ਚੰਗੇ ਕਰਮ ਵਾਲਿਆਂ ਨੂੰ ਸਤਕਾਰ ਮਿਲੇਗਾ। ਇਹ ਹਾਲਤ ਹੈ, ਮੰਦਿਆਂ ਨੂੰ ਭਾਈ ਸਜ਼ਾਵਾਂ ਮਿਲਣਗੀਆਂ। ਪੌੜੀ ਹੁਣ ਸਾਧ ਸੰਗਤ ਜੀ ਸਮਾਪਤੀ ਕਰਦੇ ਆ। ਪੌੜੀ ਆ ਗੁਰੂ ਅਮਰਦਾਸ ਮਹਾਰਾਜ ਦੇ। ਹਰ ਕਾ ਸਭ ਸਰੀਰ ਹੈ, ਹਰ ਪਰਮੇਸ਼ਰ ਦਾ ਰਚਿਆ ਹੋਇਆ ਸਾਰੇ ਜੀਵਾਂ ਦਾ ਸਰੀਰ ਉਸ ਦਾ ਬੈਰਾਟ ਰੂਪ ਹੀ ਹੈ, ਜਾਂ ਹਰ ਪਰਮੇਸ਼ਰ ਦਾ ਖੰਡ ਬ੍ਰਹਮੰਡ ਆਦਿ ਸਾਰਾ ਬੈਰਾਟ ਰੂਪ ਸਰੀਰ ਹੈ, ਜਾਂ ਸਾਰੇ ਆਕਾਰ ਪਰਮੇਸ਼ਰ ਦੇ ਸਰੀਰ ਹੈ। ਹਰ ਰਬ ਰਹਿਆ ਸਭ ਆਪੈ, ਹਰ ਪਰਮੇਸ਼ਰ ਆਪ ਹੀ ਸਾਰਿਆਂ ਵਿੱਚ ਰੱਬ ਵਿਆਪਕ ਹੋ ਰਿਹਾ ਹੈ। ਹਰ ਕੀ ਕੀਮਤ ਨਾ ਪਵੈ, ਉਹ ਹਰ ਪਰਮੇਸ਼ਰ ਦੀ ਕਿਸੇ ਪਾਸੋਂ ਮਹਿਮਾ ਰੂਪ ਕੀਮਤ ਨਹੀਂ ਪੈ ਸਕਦੀ ਹੈ। ਕਿਛ ਕਹਿਣ ਨਾ ਜਾਪੈ, ਕਿਸੇ ਪ੍ਰਕਾਰ ਕੁਝ ਵੀ ਕਹਿਣ ਕਿਹਾ ਨਹੀਂ ਜਾਪੇ ਜਾਣਿਆ ਜਾ ਸਕਦਾ। ਗੁਰ ਪ੍ਰਸਾਦੀ ਸਲਾਹੀਐ, ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਦੀ ਸਲਾਹੀਆ ਸਿਫਤ ਕਰੀਏ। ਹਰ ਭਗਤੀ ਰਾਪੈ, ਹਰ ਪਰਮੇਸ਼ਰ ਦੀ ਭਗਤੀ ਪ੍ਰੇਮਾ ਭਗਤੀ ਹੈ ਜਿਹੜੀ ਉਹਦੇ ਵਿੱਚ ਹਰ ਵਕਤ ਰਾਪੇ ਰੰਗਿਆ ਰਹੇ। ਸਭ ਮਨ ਤਨ ਹਰਿਆ ਹੋਇਆ, ਜਿਹੜਾ ਭਗਤੀ 'ਚ ਰੰਗਿਆ ਰਹੇਗਾ ਉਹਦਾ ਮਨ ਤਨ ਹਰਿਆ ਹੋਇਆ। ਜੋ ਗੁਰਮੁਖ ਜਨ ਭਗਤੀ ਕਰਦੇ ਆ, ਹੰਕਾਰ ਨੂੰ ਸਾਰੀ ਤੁਕ ਬੋਲ ਦੋ ਜੀ। ਅਹੰਕਾਰ ਗਵਾਪੈ, ਜਿਹੜੇ ਗੁਰਮੁਖ ਜਨ ਭਗਤੀ ਕਰਦੇ ਆ ਉਹ ਹੰਕਾਰ ਨੂੰ ਗਵਾਪੈ ਗਵਾ ਲੈਂਦੇ ਆ, ਅਤੇ ਉਹਨਾਂ ਦਾ ਸਭ ਸਾਰੇ ਤਰ੍ਹਾਂ ਕਰਕੇ ਮਨ ਤਨ ਸ਼ੁਭ ਗੁਣਾਂ ਦੇ ਨਾਲ ਪ੍ਰੇਮਾ ਭਗਤੀ ਕਰਕੇ ਹਰਿਆ ਪ੍ਰਫੁੱਲਤ ਹੋਇਆ ਹੈ। ਸਭ ਕਿਛ ਹਰ ਕਾ ਖੇਲ ਹੈ, ਗੁਰਮੁਖ ਕਿਸੈ 부ਝਾਈ। ਕਿਸੇ ਬਿਰਲੇ ਗੁਰਮੁਖ ਨੂੰ ਹੀ ਗੁਰਾਂ ਨੇ ਸਿੱਖਿਆ 부ਝਾਈ ਸਮਝਾਉਣਾ ਕੀਤੀ ਹੈ ਕਿ ਸਭ ਸਾਰਾ ਕੁਝ ਉਸ ਹਰ ਪਰਮੇਸ਼ਰ ਵਾਹਿਗੁਰੂ ਦਾ ਖੇਲ ਖੇਡ ਹੈ, ਉਸ ਦੀ ਪਰਮੇਸ਼ਰ ਦੀ ਖੇਲ ਖੇਲਨ ਅੰਤ ਕੋ ਫਿਰ ਏਕ। ਐਸਾ ਹੈ ਵਾਹਿਗੁਰੂ। ਆਹੋ ਆਹੋ ਸੱਚੇ ਪਾਤਸ਼ਾਹ, हे ਸੱਚੇ ਪਾਤਸ਼ਾਹ ਤੂੰ ਵਾਹ ਅਚਰਜ ਹੈ। हे ਸੱਚੇ ਪਾਤਸ਼ਾਹ ਵਾਹ ਵਿਸਮਾਦ ਰੂਪ ਹੈ ਤੂੰ ਸੱਚੀ ਨਾਈ। ਤੂੰ ਹੀ ਸੱਚੀ ਨਾਈ, ਮਹਿਮਾ ਵਡਿਆਈ ਦਾ ਮਾਲਕ ਹੈ, ਤੇਰੀ ਵਡਿਆਈ ਸੱਚੀ ਹੈ।
ਇਸ ਕਰਕੇ ਸਾਧ ਸੰਜੀ ਇੱਥੇ 13 ਪੌੜੀਆਂ ਤੱਕ ਕਥਾ ਜਿਹੜੀ ਸਾਧ ਸੰਜੀ ਹੋ ਚੁੱਕੀ ਹੈ। ਅੱਗੇ ਜਿਹੜਾ ਰਾਮਕਲੀ ਦੀ ਤੀਸਰੇ ਪਾਤਸ਼ਾਹ ਦੀ ਵਾਰ ਹੈ, ਇਹਦੀਆਂ 21 ਪੌੜੀਆਂ ਤੇ 13 ਹੋ ਗਈਆਂ। ਕੁਝ ਇਹਦੇ ਵਿੱਚ ਹੋਰ ਵੀ ਵਿਸ਼ੇਸ਼ ਵਿਚਾਰਾਂ ਉਹ ਆਪਾਂ ਸਮਾਪਤੀ ਵੇਲੇ ਕਰਾਂਗੇ ਹੁਣ। ਇਸ ਕਰਕੇ ਵੀ ਸਾਰੀਆਂ ਵਾਰਾਂ ਦੇ ਵਿੱਚ ਉਹ ਵਾਰ-ਵਾਰ ਵਿਚਾਲੇ ਹੁਣ ਚੰਗਾ ਨਹੀਂ ਲੱਗਦਾ, ਸ਼ੋਭਾ ਨਹੀਂ ਪੈਂਦੀ, ਉਹ ਬਾਅਦ ਦੇ ਵਿੱਚ ਹੋ ਜਾਏਗੀ। ਜਿਹੜੀ ਵਿਚਾਰ ਆਪ ਜੀ ਸੁਣਨਾ ਚਾਹੁੰਦੇ ਹੋ ਬਾਹਰ ਹੋਏਗੀ ਇਹ। ਸੋ ਇਸ ਕਰਕੇ ਸਾਧ ਸੰਜੀ ਅੱਗੇ ਜਿਹੜਾ ਸ਼ਬਦ ਆ ਰਿਹਾ ਨਾ, ਹੁਣ ਅੱਜ ਮਹਾਰਾਜ ਸਾਹਿਬ ਦੀ ਕਿਰਪਾ ਨਾਲ 3 ਅੰਗ ਹੋ ਗਏ ਤੇ ਕੱਲ ਨੂੰ ਅੱਧਾ ਅੰਗ ਮਸਾਂ ਜੋਰ ਲਾ ਕੇ ਹੋਊਗਾ। ਅੱਗੇ ਚੱਲ ਕੇ ਇੱਕ ਐਸਾ ਵੀ ਸ਼ਬਦ ਆਏਗਾ ਤੇ ਜਿਹੜੀ ਅੱਗੇ ਉਹ ਬਾਰ ਹੈ ਸੱਤੇ ਬਲਵੰਡੇ ਦੀ ਦੋਨਾਂ ਦੀ, ਉਹ ਬਾਰ ਦੀ ਕਥਾ ਤਾਂ ਹੋ ਜੂ ਇੱਕ ਦਿਨ, ਪਰ ਉਹਦੀ ਉਥਾਨਕਾ ਇੱਕ ਦਿਨ ਚ ਹੋਊਗੀ। ਕੁਝ ਇਤਿਹਾਸਕ ਪੱਖ ਨਾਲ ਲੈਣੇ ਪੈਂਦੇ ਹੈ। ਹੁਣ ਇਹ ਜਿਹੜਾ ਸ਼ਬਦ ਆ ਰਿਹਾ ਅੱਗੇ ਜਿਹੜਾ ਕੱਲ ਨੂੰ ਆਏਗਾ, ਉਹ ਸ਼ਬਦ ਦਾ ਵਿਸਥਾਰ ਹੀ ਇੰਨਾ, ਸਹੰਸਰ ਦਾਨ ਦੇ ਇੰਦਰ ਰੁਆਇਆ, ਪਰਸਰਾਮ ਰੋਵੇ ਘਰ ਆਇਆ। ਇਹਦੇ ਇੱਕ ਇੱਕ ਤੁਕ ਦੇ ਉੱਤੇ ਸਾਖੀਆਂ ਨੇ। ਇਸ ਕਰਕੇ ਇਹਦਾ ਵਿਸਥਾਰ ਸੀ। ਇਹ ਕੱਲਾ ਸ਼ਬਦ ਹੀ 1.5 ਘੰਟੇ 'ਚ ਮਸਾਂ ਹੋਊਗਾ। ਤੇ ਗੁਰੂ ਕਿਰਪਾ ਕਰੇ ਆਓ ਇੱਥੇ ਸਮਾਪਤੀ ਹੈ। ਤੇ ਜਿੱਥੇ ਕਥਾ ਦਾ ਥੋੜਾ ਜਿਹਾ ਮਾਰਗ ਸੌਖਾ ਆ ਜਾਂਦਾ ਹੈ, ਉੱਥੇ ਵੱਧ ਵੀ ਸਾਸੀ ਸ਼ਬਦ ਹੋ ਜਾਂਦੇ ਨੇ। ਜਿੱਥੇ ਕਥਾ ਫਿਰ ਪਹਾੜਾਂ ਦੇ ਰਸਤੇ ਵਾਂਗੂ ਕਠਿਨਾਈ ਵਾਲੀ ਬਾਤ ਹੁੰਦੀ ਹੈ, ਉੱਥੇ ਫਿਰ ਆਪਾਂ ਨੂੰ ਸਹਿਜ ਭਾਅ ਦੇ ਨਾਲ ਹੀ ਉਹ ਕਥਾ ਦੀ ਵਿਚਾਰ ਨੂੰ ਕਰਨਾ ਸੁਣਨਾ ਪੈਂਦਾ। ਆਓ ਹੁਣ ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਸਾਧ ਸੰਜੀ ਖਿਮਾ ਕਰਨੀ ਜੀ। ਸਭ ਕਿਛ ਹਰਿ ਕਾ ਖੇਲ ਹੈ, ਗੁਰਮੁਖ ਕਿਸੈ ਬੁਝਾਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।